ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਹਰ ਸਿਮਰਤ ਮਨ ਤਨ ਸੁਖੀ, ਬਿਨਸੀ ਦੁਤੀਆ ਸੋਚ। ਨਾਨਕ ਟੇਕ ਗੋਪਾਲ ਕੀ, ਗੋਬਿੰਦ ਸੰਕਟ ਮੋਚ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕੋਟ ਪਰਾਧ ਹਮਾਰੇ ਖੰਡਹੁ, ਅਨਕ ਵਿਧੀ ਸਮਝਾਵਹੁ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵਹੁ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵਹੁ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਬਖਸ਼ਿਸ਼, ਸਤਿਗੁਰੂ ਜੀ ਦੀ ਰਹਿਮਤ ਹੈ, ਜੋ ਸਤਿਗੁਰੂ ਜੀ ਦੇ ਸਜੇ ਹੋਏ ਪਾਵਨ ਪਵਿੱਤਰ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠ ਕੇ ਆਪ ਜੀ ਜੋ ਪਿਛਲੇ ਸਮੇਂ ਵਿੱਚ ਕਿਸਾਨੀ ਅੰਦੋਲਨ ਭਾਰਤ ਦੀ ਧਰਤੀ 'ਤੇ ਆਰੰਭ ਹੋਇਆ ਸੀ, ਉਹਦੀ ਸਫਲਤਾ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਸੀ। ਅਕਾਲ ਪੁਰਖ ਪਰਮਾਤਮਾ ਨੇ ਫਤਿਹ ਦੀ ਦਾਤ ਜਿਹੜੀ ਹੈ ਉਹ ਸਾਡੇ ਸਭਨਾਂ ਦੀ ਝੋਲੀ ਵਿੱਚ ਪਾਈ ਹੈ। ਸ਼ੁਕਰਾਨਾ ਕਰਦਿਆਂ ਹੋਇਆਂ ਪਰਸੋਂ ਰੋਜ਼ ਤੋਂ ਇਸੇ ਪਾਵਨ ਸਥਾਨ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਏ ਸੀ, ਤਿੰਨਾਂ ਦੀ ਸਮਾਪਤੀ ਹੋਈ ਹੈ। ਸਮਾਪਤੀ ਦੇ ਸਲੋਕ ਆਪ ਜੀਆਂ ਨੇ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ। ਇਸੇ ਲੜੀ ਦੇ ਵਿੱਚ ਕੁਝ ਕੁ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ ਆਪ ਜੀਆਂ ਨਾਲ ਗੁਰਬਾਣੀ ਸਿਧਾਂਤ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕਾਂ। ਸਤਿਗੁਰੂ ਜੀ ਬਖਸ਼ਿਸ਼ ਕਰਨ। ਆਓ ਸਭ ਤੋਂ ਪਹਿਲਾਂ ਅਰਦਾਸ ਕਰੀਏ, ਸਤਿਗੁਰੂ ਜੀ ਸਾਡੇ ਸਭਨਾਂ ਦੇ ਅੰਦਰ ਆਪ ਵਰਤ ਕੇ ਇਸ ਸਮੇਂ ਦੀ ਸਾਂਝ ਸਤਿਗੁਰੂ ਜੀ ਸਾਡੇ ਸਭਨਾਂ ਦੀ ਆਪਣੇ ਨਾਲ ਪਵਾ ਲੈਣ। ਪਿਆਰਿਓ, ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਹਾਂ। ਕਿਸਾਨੀ ਅੰਦੋਲਨ, ਅਸਲ ਵਿੱਚ ਇਹਨੂੰ ਆਪਾਂ ਕਿਰਤੀ ਅੰਦੋਲਨ, ਕਿਰਤੀਆਂ ਦਾ ਅੰਦੋਲਨ ਸ਼ਬਦ ਜਿਹੜਾ ਹੈ ਉਹ ਠੀਕ ਰਹੇਗਾ ਜੋ ਵਰਤਾਂਗੇ, ਉਹਦੇ ਵਿੱਚ ਹੀ ਸਾਰੇ ਆ ਜਾਂਦੇ ਨੇ। ਉਹਦੀ ਸਫਲਤਾ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਜੁੜ ਬੈਠੇ ਹਾਂ। ਮੈਂ ਵੀ ਕੋਸ਼ਿਸ਼ ਕਰਾਂਗਾ ਕਿਰਤ ਦਾ ਸਾਡੇ ਨਾਲ, ਕਿਰਤ ਦਾ ਧਰਮ ਨਾਲ, ਕਿਰਤ ਦਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਕੀ ਸੰਬੰਧ ਹੈ, ਗੁਰਬਾਣੀ ਦੇ ਪੱਖ ਤੋਂ, ਕੁਝ ਇਤਿਹਾਸਕ ਪੱਖ ਤੋਂ ਅਤੇ ਕੁਝ ਜੋ ਫਲਸਫਾ ਹੈ ਕਿਰਤੀਆਂ ਦਾ ਉਹਦੇ ਪੱਖ ਤੋਂ ਤੁਹਾਡੇ ਨਾਲ ਨੁਕਤੇ ਸਾਂਝੇ ਕਰਾਂਗਾ। ਆਪਾਂ ਜਦੋਂ ਵੀ ਵਰਤਮਾਨ ਦੀ ਗੱਲ ਕਰਨੀ ਹੋਵੇ, ਪਿਛੋਕੜ ਜਿਹੜਾ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮੁੱਢ ਜਿਹੜਾ ਹੈ, ਮੂਲ ਜਿਹੜਾ ਹੈ, ਉਹਦੇ ਤੋਂ ਬਿਨਾਂ
ਕਦੇ ਮੰਜ਼ਿਲ ਜਿਹੜੀ ਹੈ ਉਸ ਪਾਸੇ ਨਹੀਂ ਜਾਇਆ ਜਾ ਸਕਦਾ। ਪਹਿਲਾਂ ਇਹ ਸਮਝਣਾ ਪਵੇਗਾ ਕਿ ਅਸਲ ਦੇ ਵਿੱਚ ਅਸੀਂ ਲੋਕ ਹਾਂ ਕੌਣ, ਇਸ ਕਿਰਤ ਨਾਲ, ਕਿਸਾਨੀ ਨਾਲ ਸੰਬੰਧ ਕੀ ਹੈ ਸਾਡਾ। ਗੁਰੂ ਸਾਹਿਬਾਨਾਂ ਨੇ ਸਾਨੂੰ ਇਸ ਕਿਸਾਨੀ ਨਾਲ, ਇਸ ਕਿਰਤ ਦੇ ਨਾਲ ਕੀ ਸੰਬੰਧ ਜਿਹੜਾ ਸੀ ਉਹ ਸਮਝਾਇਆ। ਜਦੋਂ ਆਪਾਂ, ਕਿਉਂਕਿ ਭਾਰਤ ਤੋਂ ਆਪਾਂ ਆਏ ਆ, ਸਾਡਾ ਮੂਲ ਤੇ ਭਾਰਤ ਨਾਲ ਹੀ ਜੁੜਿਆ ਹੋਇਆ, ਬੇਸ਼ੱਕ ਭਾਵੇਂ ਆਪਾਂ ਇਹਨਾਂ ਕੰਟਰੀਆਂ ਵਿੱਚ ਰਹਿੰਦੇ ਹਾਂ। ਉੱਥੋਂ ਦਾ ਇੱਕ ਸਿਸਟਮ, ਉੱਥੋਂ ਦਾ ਇੱਕ ਜਿਹੜਾ ਫਲਸਫਾ ਹੈ, ਉਹ ਸਾਡੇ ਜੀਵਨ ਦੇ ਨਾਲ, ਸਾਡੇ ਪੁਰਖਿਆਂ ਨਾਲ ਬਹੁਤ ਗਹਿਰਾ ਰਿਸ਼ਤਾ ਰੱਖਦਾ ਹੈ। ਸਦੀਆਂ ਤੱਕ, ਜਦੋਂ ਤੋਂ ਵੀ ਅਕਾਲ ਪੁਰਖ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਮਨੁੱਖ ਹੋਂਦ ਵਿੱਚ ਆਇਆ, ਮਨੁੱਖ ਦੇ ਜਿਵੇਂ ਜਿਵੇਂ ਵਿਕਾਸ ਹੁੰਦਾ ਗਿਆ, ਕੁਛ ਇੱਕ ਐਸੇ ਮਨੁੱਖ ਸਮਾਜ ਦੇ ਵਿੱਚ ਆਏ ਜਿਨ੍ਹਾਂ ਨੇ ਦੂਸਰੇ ਨੂੰ ਗੁਲਾਮ ਬਣਾ ਕੇ ਰੱਖਣ ਦੀ ਪ੍ਰਥਾ ਸ਼ੁਰੂ ਕਰ ਦਿੱਤੀ, ਦੂਜੇ ਨੂੰ ਆਪਣੇ ਅਧੀਨ ਰੱਖੀਏ। ਹੁਣ ਜਦੋਂ ਕਿਸੇ ਨੂੰ ਅਧੀਨ ਕਰਨਾ ਹੋਵੇ, ਉਹਦਾ ਆਲਾ ਦੁਆਲਾ ਮਾਹੌਲ, ਉਹਨੂੰ ਜਿਹੜੀ ਗੱਲ ਉਹਦੇ ਕੰਨਾਂ ਤੱਕ ਪਹੁੰਚੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਿਆਰ ਕਰਨੀਆਂ ਪੈਂਦੀਆਂ ਨੇ। ਉਹਦੇ ਲਈ ਉਹਨਾਂ ਨੇ ਫਿਰ ਦੋ ਚੀਜ਼ਾਂ ਜਿਹੜੀਆਂ ਸੀ ਉਹ ਲੋਕਾਂ ਵਿੱਚ ਪ੍ਰਚਾਰੀਆਂ। ਇੱਕ ਪ੍ਰਚਾਰਿਆ ਕਿ ਰੱਬ ਹੈ, ਇੱਕ ਪ੍ਰਚਾਰਿਆ ਕਿ ਰਚਨਾ ਹੈ। ਰੱਬ ਹੋਰ ਹੈ, ਉਹਦੀ ਰਚਨਾ ਹੋਰ ਹੈ। ਹੁਣ ਆਪਾਂ ਸਾਰੇ ਰਚਨਾ ਹਾਂ, ਤੇ ਜਿਸ ਰੱਬ ਦੀ ਰਚਨਾ ਹੈ, ਉਸ ਰੱਬ ਨੂੰ ਸਮਝਣਾ, ਉਹਦੇ ਨਾਲ ਜੁੜਨਾ, ਉਹਦੇ ਬਾਰੇ ਜਾਣਨਾ, ਇਹ ਬਹੁਤ ਜ਼ਰੂਰੀ ਹੈ। ਮੂਲ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਮਨੁੱਖ ਆਪਣੇ ਮੂਲ ਨੂੰ ਭੁੱਲ ਕੇ ਕਿਸੇ ਹੋਰ ਪਾਸੇ ਜ਼ਿਆਦਾ ਉਲਝ ਜਾਂਦਾ ਹੈ, ਤੇ ਗੁਰਬਾਣੀ ਦੇ ਵਿੱਚ ਵੀ ਬੜਾ ਖੂਬਸੂਰਤ ਬਚਨ ਗੁਰੂ ਸਾਹਿਬ ਜੀ ਨੇ ਫਿਰ ਸਮਝਾਇਆ। ਬਚਨ ਕੀਤਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹਦੇ ਵਾਸਤੇ ਹੁਣ ਆਮ ਜਿਹੜੇ ਲੋਕ ਸੀ, ਪਤਾ ਨਹੀਂ ਸੀ ਰੱਬ ਕੌਣ ਹੈ ਜਿਹਨੇ ਸਾਨੂੰ ਬਣਾਇਆ ਹੈ, ਜਿਹਦੀ ਅਸੀਂ ਰਚਨਾ। ਮਨੁੱਖ ਨੂੰ ਗੁਲਾਮ ਬਣਾਉਣ ਵਾਸਤੇ ਉਹਨਾਂ ਵਿਅਕਤੀਆਂ ਨੇ ਉਸ ਰੱਬ ਦੀ ਇੱਕ ਛਵੀ ਤਿਆਰ ਕੀਤੀ। ਉਹ ਰੱਬ ਇਸ ਤਰ੍ਹਾਂ ਦਾ ਹੈ, ਉਹ ਰੱਬ ਫਲਾਣੀ ਥਾਂ 'ਤੇ ਰਹਿੰਦਾ ਹੈ, ਉਹਦੇ ਕੋਲ ਪਹੁੰਚਣ ਲਈ ਸਾਨੂੰ ਇਹੋ ਜਿਹਾ ਬਣਨਾ ਪਵੇਗਾ। ਬੜਾ ਕਠਿਨ ਰਸਤਾ ਹੈ, ਜੇ ਨਹੀਂ ਤੁਸੀਂ ਪਹੁੰਚ ਸਕਦੇ ਤੇ ਫਿਰ ਜਿਹੜੇ ਰੱਬ ਦੇ ਕੋਲ ਪਹੁੰਚੇ ਹੋਏ ਨੇ, ਆਪਾਂ ਨੂੰ ਉਹਨਾਂ ਦਾ ਸਹਾਰਾ ਲੈਣਾ ਚਾਹੀਦਾ ਹੈ। ਫਿਲਾਸਫੀ ਇਸ ਤਰ੍ਹਾਂ ਦੀ ਬਣਾ ਦਿੱਤੀ। ਮਨੁੱਖ ਉਸ ਸਮੇਂ ਇੰਨਾ ਪੜ੍ਹਿਆ ਲਿਖਿਆ ਨਹੀਂ ਸੀ, ਤੇ ਲੋਕਾਂ ਨੂੰ ਸਮਝਾਉਣ ਲਈ ਨਾਟਕ ਖੇਡੇ ਜਾਂਦੇ ਰਹੇ। ਉਹਨਾਂ ਨਾਟਕਾਂ ਦੇ ਵਿੱਚ ਪਾਤਰ ਬਣਾਏ ਜਾਂਦੇ ਰਹੇ। ਇਹ ਹੈ ਰੱਬ ਦਾ ਇੱਕ ਪਾਤਰ ਜਿਹੜਾ ਪੈਦਾ ਕਰ ਰਿਹਾ ਹੈ, ਇਹ ਪਾਤਰ ਪਾਲ ਰਿਹਾ ਹੈ। ਤੀਸਰਾ ਪਾਤਰ ਦੁਨੀਆ ਨੂੰ ਖਤਮ ਕਰਦਾ, ਸਮੇਟਦਾ ਹੈ। ਲੋਕਾਂ ਨੇ ਜਿਵੇਂ ਜਿਵੇਂ ਉਹ ਨਾਟਕ ਵੇਖਣੇ, ਉਹ ਛਵੀ ਉਹਨਾਂ ਦੇ ਦਿਮਾਗ 'ਚ ਬੈਠਦੀ ਗਈ ਕਿ ਹਾਂ, ਆਹੀ ਰੱਬ ਦੀ ਖੇਡ ਹੈ। ਉਹ ਜਿਹੜਾ ਗੈਪ ਉੱਥੋਂ ਸ਼ੁਰੂ ਹੋਇਆ ਰਚਨਾ ਦਾ ਤੇ ਰਚਨਹਾਰ ਦਾ, ਅੱਜ ਦੀ ਤਰੀਕ ਦੇ ਵਿੱਚ ਉਹ ਬਹੁਤ ਵੱਡਾ ਬਣ ਗਿਆ। ਸਦੀਆਂ ਤੱਕ ਫਿਰ ਉਸ ਮਨੁੱਖ ਨੇ, ਜਿਹਨੇ ਦੂਸਰੇ ਲੋਕਾਂ ਨੂੰ ਰੱਬ ਤੋਂ ਦੂਰ ਕਰ ਦਿੱਤਾ ਸੀ, ਇੱਕ ਪਾੜ ਉਹਨਾਂ ਵਿੱਚ ਪਾ ਦਿੱਤਾ ਸੀ, ਇੱਕ ਰੱਬ ਦੀ ਵੱਖਰੀ ਛਵੀ ਬਣਾ ਦਿੱਤੀ ਸੀ। ਉਹ ਰੱਬ ਕਿਸੇ ਨੂੰ ਦਿਸਦਾ ਨਹੀਂ ਹੈ, ਉਹ ਵਿਰਲਿਆਂ ਨੂੰ ਦਿਸਦਾ ਹੈ। ਉਹ ਰੱਬ ਦੇ ਕੋਲ ਕਿਸੇ ਵਿਰਲੇ ਦੀ ਹੀ ਗੱਲ ਪਹੁੰਚਦੀ ਹੈ। ਉਹ ਰੱਬ ਜਿਹੜਾ ਹੈ, ਉਹ ਇਸ ਤਰੀਕੇ ਦੇ ਨਾਲ ਉਹਦੇ ਗਾਂ ਡਿਊਟੀਆਂ ਲੱਗੀਆਂ ਹੋਈਆਂ ਨੇ। ਦੇਵੀ ਦੇਵਤੇ, ਪੀਰ ਪੈਗੰਬਰ, ਸਾਡੇ ਵਿੱਚ ਵੀ ਜਿਸ ਤਰ੍ਹਾਂ ਬਹੁਤ ਸਾਰੇ ਸੋ ਕਾਲਡ ਬਾਬੇ ਨੇ, ਜਿਨ੍ਹਾਂ ਦੇ ਬਾਰੇ ਆਪਾਂ ਆਮ ਸੁਣਦੇ, ਅਤੇ ਉੱਪਰੋਂ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ। ਇਹ ਰੱਬ ਨੇ ਵਿਸ਼ੇਸ਼ ਤੌਰ 'ਤੇ ਭੇਜੇ ਹੁੰਦੇ ਨੇ। ਆਮ ਇਹ ਚੀਜ਼ਾਂ ਪ੍ਰਚਲਿਤ ਹੋਈਆਂ।
ਉਹਨੇ ਸਦੀਆਂ ਤੱਕ ਲੋਕਾਂ ਤੇ ਰਾਜ ਕੀਤਾ ਉਸ ਮਨੁੱਖ ਨੇ। ਉਸ ਮਨੁੱਖ ਨੂੰ ਨਾਮ ਦਿੱਤਾ ਗਿਆ ਬਿੱਪਰ। ਬਿੱਪਰ ਕਿਸੇ ਕਮਿਊਨਿਟੀ ਦਾ ਨਾਂ ਨਹੀਂ ਹੈ, ਇੱਕ ਜਮਾਤ ਹੈ ਜਿਹੜੀ ਹਰੇਕ ਕਮਿਊਨਿਟੀ ਵਿੱਚ ਹੁੰਦੀ ਹੈ। ਨਾਮ ਵੱਖ-ਵੱਖ ਰੱਖ ਲਏ ਜਾਂਦੇ ਆ। ਇਸਲਾਮਿਜ਼ਮ ਦੀ ਗੱਲ ਕਰੀਏ ਕਾਜੀ ਕਹਿ ਦਿੱਤਾ ਜਾਂਦਾ ਹੈ, ਜੇ ਸਾਡੇ ਸਿੱਖੀਜ਼ਮ ਦੀ ਗੱਲ ਕਰੀਏ ਤਾਂ ਬਾਬੇ ਕਹਿ ਦਿੱਤਾ ਜਾਂਦਾ ਹੈ, ਤੇ ਜੇ ਆਪਾਂ ਹਿੰਦੂਇਜ਼ਮ ਦੀ ਗੱਲ ਕਰੀਏ ਤਾਂ ਉੱਥੇ ਬ੍ਰਾਹਮਣ ਕਹਿ ਦਿੱਤਾ ਜਾਂਦਾ ਹੈ ਬਿੱਪਰ ਹੀ ਹੈ ਸਾਰੇ। ਜਿਨ੍ਹਾਂ ਦਾ ਇਹ ਮੰਨਣਾ ਹੈ ਜਾਂ ਜਿਨ੍ਹਾਂ ਦੀ ਫਿਲਾਸਫੀ ਇਹ ਕਹਿ ਰਹੀ ਹੈ ਕਿ ਜਿਹਦਾ ਰੱਬ ਦੇ ਨਾਲ ਬ੍ਰਹਮ ਦੇ ਨਾਲ ਸੰਬੰਧ ਹੈ ਉਹ ਬਿੱਪਰ ਹੈ। ਇਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਉਚੇਰਾ ਰੱਖਦੇ ਨੇ। ਉਹਨੇ ਵਰਨ ਵੰਡ ਕੀਤੀ, ਕਿਉਂਕਿ ਜਿਨ੍ਹਾਂ ਤੇ ਰਾਜ ਕਰਨਾ ਉਹਨਾਂ ਨੂੰ ਪਾੜ ਕੇ ਰੱਖਣਾ ਜ਼ਰੂਰੀ ਹੈ। ਪਿਛਲੇ ਦਿਨੀ ਆਪਾਂ ਸ਼ਹੀਦਾਂ ਦਾ ਪੂਰਾ ਇੱਕ ਮਹੀਨਾ ਜਿਹੜਾ ਸੀ, ਪੋਹ ਦਾ ਮਹੀਨਾ ਆਪਾਂ ਮਨਾਇਆ ਵੀ ਹੈ। ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ। ਉਸੇ ਲੜੀ ਦੇ ਵਿੱਚ ਇੱਕ ਦਿਨ ਹੋਰ ਆਉਂਦਾ ਹੈ, ਉਹ ਆਉਂਦਾ ਪਹਿਲੀ ਮਾਘ ਵਾਲਾ ਦਿਨ, ਜਿਹਨੂੰ ਮਾਘੀ ਕਹਿੰਦੇ ਆਪਾਂ। ਮੁਕਤਸਰ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹਾਦਤ ਦਾ ਦਿਨ। ਉਹਨਾਂ ਬਾਰੇ ਬੜੀ ਇੱਕ ਗੱਲ ਪ੍ਰਚਲਿਤ ਹੈ। ਇਹ ਮੈਂ ਵੈਸੇ ਨੁਕਤਾ ਜਿਹੜਾ ਇਤਿਹਾਸ ਦਾ ਨਾ, ਇਹ ਮੈਂ ਕੋਸ਼ਿਸ਼ ਕਰਾਂਗਾ 2 ਤਰੀਕ ਨੂੰ ਬੁੱਧਵਾਰ ਵਾਲੇ ਦਿਨ ਰਾਤ ਦੇ ਦੀਵਾਨ 'ਚ ਖੋਲਾਂਗਾ, ਪਰ ਟੂਕ ਮਾਤਰ ਕਿਉਂਕਿ ਹੁਣ ਪ੍ਰਕਰਨ ਚੱਲ ਪਿਆ ਹੈ, ਇਸ਼ਾਰਾ ਦੇ ਦਿੰਦਾ। ਉਹਦੇ ਵਿੱਚ ਇੱਕ ਬੜੀ ਗੱਲ ਪ੍ਰਚਾਰੀ ਜਾਂਦੀ ਰਹੀ ਢਾਡੀਆਂ ਵੱਲੋਂ, ਕਵੀਸ਼ਰਾਂ ਵੱਲੋਂ, ਪ੍ਰਚਾਰਕਾਂ ਵੱਲੋਂ। ਜਦੋਂ ਸਾਨੂੰ ਨਹੀਂ ਸੀ ਸਮਝ, ਅਸੀਂ ਵੀ ਇਹੀ ਪ੍ਰਚਾਰਦੇ ਰਹੇ ਹਾਂ, ਪਰ ਜਿਵੇਂ ਜਿਵੇਂ ਪੜ੍ਹਿਆ, ਪਤਾ ਲੱਗਾ ਅਸਲੀਅਤ ਕੀ ਹੈ, ਰਿਐਲਿਟੀ ਕੀ ਹੈ, ਫਿਰ ਪਤਾ ਲੱਗਾ ਨਹੀਂ ਇਹ ਤਾਂ ਬਹੁਤ ਵੱਡੀ ਸਾਜ਼ਿਸ਼ ਸਾਡੇ ਨਾਲ ਜਿਹੜੀ ਖੇਡੀ ਜਾਂਦੀ ਰਹੀ। ਉਹਦੇ ਵਿੱਚ ਇੱਕ ਨੀਤੀ ਵਰਤੀ ਗਈ ਕਿ ਕਿਵੇਂ ਪਾੜਨਾ ਹੈ, ਕਿਵੇਂ ਦੁਫਾੜ ਰੱਖਣਾ ਹੈ, ਕਿਉਂਕਿ ਜਦੋਂ ਇਕੱਠੇ ਹੋ ਗਏ, ਸੰਯੁਕਤ ਹੋ ਗਏ, ਇਹਨਾਂ ਨੂੰ ਹਰਾਉਣਾ ਔਖਾ ਹੈ। ਕਿਸਾਨੀ ਅੰਦੋਲਨ ਇਸੇ ਗੱਲ ਦੀ ਮਿਸਾਲ ਹੈ। ਕਿਸਾਨ ਮਜ਼ਦੂਰ ਇਕੱਠੇ ਹੋ ਗਏ, ਹਰਾਉਣਾ ਔਖਾ ਹੋ ਗਿਆ। ਵੱਡੇ ਵੱਡੇ ਜਿਹੜੇ ਕਹਿੰਦੇ ਸੀ ਕਿ ਕਦੀ ਜਿਹੜੇ ਕਦਮ ਪਿੱਛੇ ਨਹੀਂ ਸੀ ਪੁੱਟਦੇ, ਮਾਫੀ ਮੰਗਣੀ ਪਈ ਦੇਸ਼ ਤੋਂ ਤੇ ਪਿੱਛੇ ਪੈਰ ਪੁੱਟਣੇ ਪਏ, ਕਿਉਂਕਿ ਜਿੱਥੇ ਇਕੱਤਰਤਾ ਆ ਜਾਏਗੀ ਨਾ, ਏਕਤਾ ਆ ਜਾਏਗੀ, ਉੱਥੇ ਹਰਾਉਣਾ ਬਹੁਤ ਔਖਾ। ਪਾੜਾ ਕੀ ਪਾ ਦਿੱਤਾ? ਪਾੜਾ ਪਾ ਦਿੱਤਾ ਕਿ ਇੱਕ ਇਲਾਕੇ ਦੇ ਸਿੱਖ ਜਿਹੜੇ ਆ ਭੁੱਖ ਤੋਂ ਦੁਖੀ ਹੋ ਕੇ ਗੁਰੂ ਸਾਹਿਬ ਨੂੰ ਬਦਾਵਾ ਲੈ ਕੇ ਦੇ ਆਏ। ਇੱਕ ਇਲਾਕਾ ਚੁਣ ਲਿਆ। ਤੁਹਾਨੂੰ ਪਤਾ ਉਹ ਕਿਹੜਾ ਇਲਾਕਾ? ਮਾਝੇ ਦਾ। ਪਾੜਦਾ ਹੈ ਨਾ। ਇਹਨਾਂ ਤੇ ਇਹ ਬਲੇਮ ਤਾਂ ਕਿ ਜਿਹੜੇ ਲੋਕ ਨੇ, ਦੂਜੇ ਜਿਹੜੇ ਹਲਕਿਆਂ ਵਾਲੇ ਲੋਕ ਹੈ, ਇਹਨਾਂ ਤੇ ਇਲਜ਼ਾਮ ਲਾਉਣ ਤੇ ਇਹਨਾਂ ਨੂੰ ਨਫ਼ਰਤ ਕਰਨਾ। ਦੂਜਿਆਂ ਤੇ ਇਲਜ਼ਾਮ ਕੀ ਲਾਤਾ? ਕਹਿ ਦਿੱਤਾ ਗੁਰੂ ਸਾਹਿਬ ਮਾਲਵੇ ਨੂੰ ਗਏ ਤੇ ਉਹਨਾਂ ਨੇ ਘੋੜੇ ਦੀ ਵਾਗ ਫੜ ਲਈ, ਕਹਿਣ ਲੱਗੇ ਪਹਿਲਾਂ ਤਨਖਾਹਾਂ ਦਿਓ ਫਿਰ ਤੁਹਾਨੂੰ ਅੱਗੇ ਜਾਣ ਦੇਵਾਂਗੇ। ਵੀ ਗੁਰੂ ਸਾਹਿਬ ਨੂੰ ਪਿੱਛੇ ਦੁਸ਼ਮਣ ਚੜ੍ਹਿਆ ਆ ਰਿਹਾ ਹੈ। ਮੁਕਤਸਰ ਦੀ ਜੰਗ ਤੋਂ ਪਹਿਲਾਂ ਦੁਸ਼ਮਣ ਪਿੱਛੋਂ ਚੜ੍ਹਿਆ ਆ ਰਿਹਾ ਹੈ, ਤੇ ਸਿੱਖ ਜਿਹੜੇ ਸੀ ਮਾਲਵੇ ਦੇ, ਉਹਨਾਂ ਨੇ ਵੇਖਿਆ ਕਿ ਮਾਝੇ ਦੇ ਤੇ ਛੱਡ ਕੇ ਚਲੇ ਗਏ, ਹੁਣ ਅਸੀਂ ਆ। ਉਹਨਾਂ ਰੋਕਤਾ, ਨਹੀਂ ਮਹਾਰਾਜ ਪਹਿਲਾਂ ਸਾਨੂੰ ਤਨਖਾਹਾਂ ਦਿਓ, ਅਸੀਂ ਤਾਂ ਤੁਹਾਨੂੰ ਅੱਗੇ ਜਾਣ ਦੇਣਾ, ਅਸੀਂ ਜਾਣ ਹੀ ਨਹੀਂ ਦੇਣਾ, ਤਾਂ ਕਿ ਉਹ ਇਹਨਾਂ ਤੇ ਬਲੇਮ ਲਾਉਣ। ਤੁਸੀਂ ਗੁਰੂ ਸਾਹਿਬ ਦਾ ਰਾਹ ਰੋਕਿਆ, ਗਦਾਰੀ ਕੀਤੀ, ਤਨਖਾਹਾਂ ਮੰਗੀ, ਪਾੜੋ। ਜਿਹੜੀਆਂ ਮੂਵਮੈਂਟਾਂ ਅੱਜ ਤੱਕ ਫੇਲ ਹੋਈਆਂ, ਉਹਨਾਂ ਦਾ ਸਭ ਤੋਂ ਵੱਡਾ ਕਾਰਨ ਹੀ ਹੈ ਕਿ ਉਹ ਆਪਸ ਵਿੱਚ ਉਹਨਾਂ ਨੂੰ ਪਾੜ ਦਿਓ, ਔਰ ਫੇਲ ਹੋ ਜਾਂਦੀਆਂ ਰਹੀਆਂ। ਚਾਹੇ ਤੁਸੀਂ 84 ਲੈ ਲਓ। ਜਿੰਨਾ ਚਿਰ ਇਕੱਠੇ ਸੀ, ਵੱਡੀਆਂ ਵੱਡੀਆਂ ਤਾਕਤਾਂ ਥਰ-ਥਰ ਕੰਬਦੀਆਂ ਸੀ, ਜਦੋਂ ਇੱਕ ਦੂਜੇ ਦੇ ਨਾਲ ਹੀ ਸ਼ੁਰੂਆਤ ਹੋ ਗਈ, ਪਾੜ ਗਏ, ਫੇਲ ਹੋਣੇ ਸ਼ੁਰੂ ਹੋ ਗਏ। ਇਹੀ ਨੀਤੀ ਬਿੱਪਰ ਨੇ ਵਰਤੀ ਕਿ ਪਾੜੋ। ਪਾੜਨ ਵਾਸਤੇ ਵਰਨ ਵੰਡ, 4 ਵਰਨ ਉਹਨੇ ਮੁਕਰਰ ਕਰ ਦਿੱਤੇ। ਉਹਨੇ ਕਿਹਾ ਜਿਹੜਾ ਬਿੱਪਰ ਹੈ ਨਾ, ਰੱਬ ਦਾ ਫਲਸਫਾ, ਵਿਦਿਆ ਦਾ, ਪੜ੍ਹਾਈ ਲਿਖਾਈ, ਸਾਰਾ ਕੁਛ ਇਹ ਉਹਦਾ। ਇਸ ਗੱਲ ਇਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਵਿੱਚ ਵੀ ਕੀਤਾ। ਮੈਂ ਇੱਕ ਬੇਨਤੀ ਕਰਾਂਗਾ, ਹਰ ਸਿੱਖ ਨੂੰ ਰੋਜ਼ਾਨਾ ਜਪਜੀ ਸਾਹਿਬ ਤੇ ਆਸਾ ਦੀ ਵਾਰ ਪੜ੍ਹਨੀ ਚਾਹੀਦੀ ਹੈ। ਜੇ ਨਹੀਂ ਪੜ੍ਹ ਸਕਦਾ, ਸੁਣਨੀ ਚਾਹੀਦੀ ਤੇ ਸਮਝਣੀ ਚਾਹੀਦੀ ਹੈ। ਇਹ ਨਿਤਨੇਮ ਹੈ ਸਾਡਾ। ਜਪਜੀ ਸਾਹਿਬ, ਆਸਾ ਦੀ ਵਾਰ, ਇਹ ਨਿਤਨੇਮ ਹੈ ਸਾਡਾ। ਹਰੇਕ ਸਿੱਖ ਦੇ ਕਿਸੇ ਵੀ ਤੁਸੀਂ ਇਤਿਹਾਸਕ ਸਥਾਨ 'ਤੇ ਚਲੇ ਜਾਓ, ਅੱਜ ਵੀ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਨਿਤਨੇਮ ਕਿਹੜੀ ਬਾਣੀ ਦਾ ਹੁੰਦਾ ਜੀ? ਆਸਾ ਦੀ ਵਾਰ ਦਾ ਕੀਰਤਨ ਗਾਇਨ ਹੁੰਦਾ।
ਇਤਿਹਾਸਕ ਸਰੋਤ ਦੱਸਦੇ ਨੇ, ਅਜੇ ਖੋਜਾਂ ਚੱਲ ਰਹੀਆਂ ਵੈਸੇ, ਕਿ ਜਿਸ ਸਮੇਂ ਕਿੰਨਾ ਇਹਦਾ ਸਾਡੇ ਨਾਲ ਅਨਿੱਖੜਵਾਂ ਅੰਗ ਹੈ ਆਸਾ ਦੀ ਵਾਰ ਸਾਡੇ ਜੀਵਨ ਦਾ, ਕਿ ਜਿਸ ਵੇਲੇ ਸਰਸਾ ਪਾਰ ਕੀਤੀ ਹੈ, ਤੜਕੇ ਦਾ ਵਕਤ ਹੋਇਆ ਅੰਮ੍ਰਿਤ ਵੇਲੇ ਦਾ, ਉੱਥੇ ਵੀ ਦਰਬਾਰ ਸਜਾ ਕੇ, ਦੀਵਾਨ ਸਜਾ ਕੇ, ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਆਪ ਦੁਤਾਰਾ ਹੱਥ 'ਚ ਫੜ ਕੇ ਗਾਇਨ ਕੀਤੀ। ਸਿੱਖ ਦਾ ਸ਼ੁਰੂਆਤ ਜਦੋਂ ਸਵੇਰੇ ਉੱਠੇ, ਉਹਦੀ ਸ਼ੁਰੂਆਤ ਬਾਣੀ ਦੇ ਨਾਲ ਹੋਵੇ। ਮੈਂ ਤੈਨੂੰ ਇਸ ਤਰ੍ਹਾਂ ਵੀ ਕਹਿਣਾ ਹੁੰਦਾ, ਸਿੱਖ ਦੇ ਜੀਵਨ ਦੀ ਅਸਲੀ ਝਲਕ ਜਿਹੜੀ ਹੈ ਨਾ, ਉਹ ਪਤਾ ਕੀ ਜੇ, ਉਹ ਜਦੋਂ ਵੀ ਉੱਠੇ, ਚਾਹੇ ਉਹ ਦਿਨੇ ਉੱਠੇ, ਸ਼ਾਮਾਂ ਨੂੰ ਉੱਠੇ, ਜਿੰਨੇ ਵਜੇ ਵੀ ਉੱਠੇ, ਸਮਾਂ ਮੁਕਰਰ ਨਹੀਂ ਵੀ ਇੰਨੇ ਵਜੇ ਉੱਠਣਾ ਹੁੰਦਾ, ਜਦੋਂ ਵੀ ਉੱਠੇ ਉਹਦੀ ਜ਼ਬਾਨ 'ਚੋਂ ਪਹਿਲਾ ਲਫ਼ਜ਼ ਜਿਹੜਾ ਨਾ, ਉਹਦੇ ਗੁਰੂ ਦਾ ਨਿਕਲਣਾ ਚਾਹੀਦਾ। ਉਹਦੇ ਕੰਨਾਂ 'ਚ ਪਹਿਲਾ ਸਰੋਤ ਉਹਦੇ ਗੁਰੂ ਦੀ ਬਾਣੀ ਦਾ ਹੋਣਾ ਚਾਹੀਦਾ। ਉਹਦੇ ਅੰਦਰੋਂ ਜਿਹੜਾ ਵੀ ਬੋਲ ਨਿਕਲੇ ਗੁਰਬਾਣੀ, ਉਹਦੇ ਕੰਨਾਂ ਦੇ ਰਾਹੀਂ ਉਹਦੇ ਅੰਦਰ ਜਿਹੜਾ ਵੀ ਬੋਲ ਜਾਵੇ ਗੁਰਬਾਣੀ ਹੋਣੀ ਚਾਹੀਦੀ ਹੈ। ਇਸੇ ਲਈ ਸਾਨੂੰ ਜਿਹੜਾ ਸੀ ਗੁਰਬਾਣੀ ਦੇ ਅੰਦਰ ਵੀ ਗੁਰੂ ਸਾਹਿਬ ਜੀ ਨੇ ਜਿਹੜੀ ਰਹਿਤ ਮਰਿਆਦਾ ਦ੍ਰਿੜ ਕਰਵਾਈ ਸੀ, ਗੁਰ ਸਤ ਗੁਰ ਕਾਜੋ ਸਿੱਖ ਆਖਾਏ, ਸੋ ਭੜ ਕੇ ਉੱਠ ਹਰ। ਉੱਠਦਿਆਂ ਸਭ ਤੋਂ ਪਹਿਲਾਂ ਕੀ ਕੰਮ ਕਰਨਾ, ਜਿਹੜਾ ਵੀ ਗੁਰੂ ਸਤਿਗੁਰੂ ਦਾ ਸਿੱਖ ਅਖਵਾਉਂਦਾ ਹੈ, ਸਭ ਤੋਂ ਪਹਿਲਾਂ ਉਹਦੀ ਜ਼ਬਾਨ 'ਚੋਂ ਪਹਿਲਾ ਬੋਲ ਰੱਬ ਦੇ ਨਾਂ ਦਾ ਹੋਵੇ, ਉਹਦੇ ਕੰਨਾਂ ਦਾ ਪਹਿਲਾ ਸਰੋਤ ਵੀ ਰੱਬ ਦੇ ਨਾਂ ਦਾ ਹੋਵੇ। ਆਸਾ ਦੀ ਵਾਰ ਉਹਦੇ 'ਚ ਬੜਾ ਖੂਬਸੂਰਤ ਵਰਣਨ ਕੀਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ। ਉਹਦੇ ਵਿੱਚ ਵਰਣ ਵੰਡ ਜਿਹੜੀ ਕੀਤੀ ਸੀ ਨਾ ਬਿੱਪਰ ਵੱਲੋਂ, ਉਹਦਾ ਜ਼ਿਕਰ ਕੀਤਾ ਹੈ ਵੀ ਕਿਸ ਤਰ੍ਹਾਂ ਖੱਤਰੀ ਸ਼ਬਦੰ ਸੂਰ ਸ਼ਬਦੰ, ਵੀ ਜਿਹੜੇ ਸੂਰਮੇ ਨੇ, ਰਾਜੇ ਨੇ, ਮਹਾਰਾਜੇ ਨੇ, ਜਿਨ੍ਹਾਂ ਦੇ ਕੋਲ ਹਥਿਆਰ ਹੈ, ਜਿਨ੍ਹਾਂ ਦੇ ਕੋਲ ਫੈਸਲੇ ਲੈਣ ਦੀ ਤਾਕਤ ਹੈ। ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ, ਬਿੱਪਰ ਜਿਹੜਾ ਉਹਨੇ ਗੁਲਾਮ ਬਣਾ ਕੇ ਰੱਖਣਾ ਹੈ। ਉਹਨੇ ਕਿਹਾ ਧਰਮ ਦਾ ਫਲਸਫਾ ਬਿੱਪਰ ਦੇ ਹੱਥ 'ਚ, ਤੇ ਇਹ ਰਾਜੇ ਮਹਾਰਾਜੇ ਜਿਹੜੇ ਨੇ ਇਹ ਸੂਰਮੇ ਨੇ, ਇਹਨਾਂ ਦਾ ਧਰਮ ਹੈ, ਇਹਨਾਂ ਨੇ ਯੁੱਧ ਦੇ ਵਿੱਚ ਸ਼ਹੀਦੀਆਂ ਪਾਉਣੀਆਂ। ਕਿਉਂਕਿ ਪਤਾ ਹੈ ਜੇ ਇਹਨਾਂ ਨੂੰ ਉਸ ਪਾਸੇ ਨਾ ਉਲਝਾਇਆ ਗਿਆ, ਕੱਲ੍ਹ ਨੂੰ ਕਿਤੇ, ਕਿਉਂਕਿ ਇਹਨਾਂ ਕੋਲ ਤਾਕਤ ਹੈ, ਪਾਵਰ ਹੈ, ਇਹ ਸਾਡੇ ਵਿਰੁੱਧ ਕੋਈ ਨਾ ਕੋਈ ਫੈਸਲਾ ਲੈ ਸਕਦੇ ਆ। ਪਤਾ ਹੀ ਨਹੀਂ ਕਿੰਨੇ ਕੁ ਰਾਜੇ ਮਹਾਰਾਜੇ ਮਰਨ ਤੋਂ ਬਾਅਦ ਦੇ ਸਵਰਗਾਂ ਦੇ ਲਾਲਚ ਵਿੱਚ ਪਾ ਕੇ ਮੈਦਾਨੇ ਜੰਗ ਦੇ ਵਿੱਚ ਮਰਵਾ ਦਿੱਤੇ ਇਸ ਬਿੱਪਰ ਨੇ। ਇਹ ਤਾਂ ਆਪਾਂ ਛੋਟੇ ਹੁੰਦਿਆਂ ਤੋਂ ਸੁਣਦੇ ਆ ਰਹੇ ਹਾਂ ਕਿ ਆਗਰੇ 'ਚ ਇੱਕ ਆਰਾ ਹੁੰਦਾ ਸੀ। ਗੁਰਬਾਣੀ 'ਚ ਵੀ ਉਹਦਾ ਹਿੰਟ ਦਿੱਤਾ ਹੈ, ਕਰਵਤ ਭਲਾ ਨਾ ਕਰਵਟ ਤੇਰੀ, ਆਰੇ ਨਾਲ ਚੀਰਿਆ ਜਾਣਾ ਮਨਜ਼ੂਰ ਹੈ। ਉਹਦੇ ਨਾਲ, ਕਿਉਂਕਿ ਸ਼ਸਤਰ ਨਾਲ ਜਿਹੜਾ ਮਰੇਗਾ, ਸ਼ਹੀਦ ਹੋਵੇਗਾ, ਉਹ ਸਵਰਗਾਂ ਚਲ ਜਾਏਗਾ। ਇਸੇ ਤਰੀਕੇ ਦੇ ਨਾਲ ਜਿਹੜਾ ਇੱਕ ਹੋ ਗਿਆ ਬਿੱਪਰ, ਦੂਸਰਾ ਹੋ ਗਿਆ ਛਤਰੀ, ਤੀਸਰਾ ਹੋ ਗਿਆ ਵੈਸ਼। ਵੈਸ਼ ਕੌਣ? ਵਪਾਰੀ ਲੋਕ, ਬਿਜ਼ਨਸ ਕਰਨ ਵਾਲੇ ਲੋਕ, ਜਿਨ੍ਹਾਂ ਕੋਲ ਸਰਮਾਇਆ ਹੈ, ਪੈਸਾ ਹੈ। ਤੇ ਚੌਥੀ ਕੈਟਾਗਰੀ ਇਹ ਬਣਾ ਦਿੱਤੀ ਕਿ ਸਾਡੇ ਕੰਮ ਕਰਨ ਵਾਲੇ ਲੋਕ ਵੀ ਚਾਹੀਦੇ ਆ। ਉਹਦਾ ਬਣਾ ਦਿੱਤਾ ਸ਼ੂਦਰ ਸ਼ਬਦੰ ਪ੍ਰਾਕਿਰਤ ਹੈ, ਕਿ ਜਿਹੜਾ ਸ਼ੂਦਰ ਹੈ ਇਹਦਾ ਧਰਮ ਇਹ ਹੈ, ਇਹਨੇ ਦੂਜਿਆਂ ਦੇ ਕੰਮ ਕਰਨੇ ਆ, ਇਹਦਾ ਆਪਣਾ ਕੁਛ ਨਹੀਂ। ਇਹਨੇ ਜੇ ਹਲ ਵਾਹੁਣਾ ਹੈ ਤੇ ਦੂਜਿਆਂ ਲਈ, ਇਹਨੇ ਜੇ ਪਸ਼ੂ ਪਾਲਣੇ ਦੂਜਿਆਂ ਵਾਸਤੇ, ਇਹਨੇ ਜੋ ਵੀ ਕੰਮ ਕਰਨਾ ਦੂਜਿਆਂ ਦਾ ਕਰਨਾ ਹੈ। ਇਹਦਾ ਇਹ ਧਰਮ ਹੈ। ਇਹਦਾ ਦੂਜੇ ਧਰਮ ਦੇ ਨਾਲ, ਧਰਮ ਦੇ ਨਾਂ ਨਾਲ, ਧਾਰਮਿਕ ਗ੍ਰੰਥਾਂ ਨਾਲ ਕੋਈ ਲੈਣ ਦੇਣ ਨਹੀਂ। ਅਗਰ ਕਿਤੇ ਗਲਤੀ ਦੇ ਨਾਲ ਇਹਨੇ ਧਰਮ ਦਾ ਕੋਈ ਗ੍ਰੰਥ ਪੜ੍ਹ ਲਿਆ, ਜ਼ਬਾਨ ਕੱਟ ਦਿੱਤੀ ਜਾਵੇਗੀ। ਕਿਸੇ ਧਰਮ ਸਥਾਨ ਤੇ ਚਲੇ ਕੇ ਜਾ ਕੇ ਕੁਝ ਦੇਖ ਲਿਆ, ਅੱਖਾਂ ਕੱਢ ਦਿੱਤੀਆਂ ਜਾਣਗੀਆਂ। ਕੰਨਾਂ ਨਾਲ ਕੁਝ ਸੁਣ ਲਿਆ, ਸਿੱਕਾ ਢਾਲ ਦਿੱਤਾ ਜਾਏਗਾ। ਇਤਿਹਾਸਕ ਸਰੋਤ ਦੱਸਦੇ ਨੇ, ਜਦੋਂ ਕਿਤੇ ਵਿਚਾਰੇ ਚੱਲਦੇ ਸੀ ਨਾ, ਕਿਤੇ ਜਾਂਦੇ ਸੀ, ਇਹਨਾਂ ਦੇ ਪਿਛਾੜੀ ਕੱਪੜਿਆਂ ਦੇ ਨਾਲ ਰੁੱਖਾਂ ਦੀਆਂ ਟਹਿਣੀਆਂ ਕੱਟ ਕੇ ਬੰਨ੍ਹ ਦਿੱਤੀਆਂ ਜਾਂਦੀਆਂ ਸੀ, ਕਿ ਪੈਰਾਂ ਦੇ ਨਿਸ਼ਾਨ ਨਾਲੋਂ ਨਾਲ ਮਿਟਦੇ ਜਾਣ, ਤਾਂ ਕਿ ਇਹਨਾਂ ਦੇ ਪੈਰਾਂ ਦੇ ਨਿਸ਼ਾਨ ਦੇ ਉੱਤੇ ਕਿਸੇ ਉੱਚੀ ਜਾਤ ਵਾਲੇ ਦਾ, ਵਰਨ ਵਾਲੇ ਦਾ ਪੈਰ ਨਾ ਪੈ ਜੇ। ਇਹ ਵਰਨ ਵੰਡ ਕਰ ਦਿੱਤੀ ਉਹਨੇ। ਹੁਣ ਜਿਹੜੀ ਕੈਟਾਗਰੀ ਸ਼ੂਦਰ ਬਣਾਈ ਸੀ,
ਜਿਹਨੇ ਦੂਜਿਆਂ ਦਾ ਹੀ ਕੰਮ ਕਰਨਾ, ਗੁਲਾਮੀ ਕਰਨੀ। ਹੁਣ ਗੁਲਾਮ ਦੀ ਜ਼ਿੰਦਗੀ ਕੋਈ ਜ਼ਿੰਦਗੀ ਥੋੜ੍ਹੀ ਹੁੰਦੀ ਹੈ, ਕਿਉਂਕਿ ਉਹਦਾ ਆਪਣਾ ਕੁਝ ਵੀ ਨਹੀਂ, ਨਾ ਕੁਝ ਉਹਦਾ ਖੁਸ਼ੀ ਆਪਣੀ, ਨਾ ਕਿਤੇ ਉਹਦਾ ਕੁਝ ਕਹਿ ਲਓ ਕਿ ਉਹਦੇ ਕੋਲ ਕੁਝ ਆਪਣਾ ਰਹਿਣ ਵਾਸਤੇ, ਉਹਨੇ ਤੇ ਨਿਰਭਰ ਹੀ ਦੂਜੇ ਤੇ ਰਹਿਣਾ। ਜਿਹੜੇ ਪਹਿਲਾਂ ਦੇ ਸਾਡੇ ਬਜ਼ੁਰਗ ਇੱਥੇ ਆਏ ਨੇ ਨਾ, ਕੋਈ ਤਾਂ ਕਹਿੰਦਾ ਜੀ ਮੈਂ ਜਦੋਂ ਆਇਆ ਸੀ ਮੇਰੇ ਕੋਲ $20 ਸੀ, ਕੋਈ ਕਹਿੰਦਾ $10 ਸੀ, ਕੋਈ ਕਹਿੰਦਾ ਜੀ ਬੜੀ ਮੁਸ਼ਕਲ ਦੇ ਨਾਲ ਇੱਥੇ ਪਹੁੰਚੇ ਹੀ ਆ ਬਸ। ਅੱਜ ਬਹੁਤ ਕੁਝ ਬੱਚਿਆਂ ਲਈ ਹੈ, ਕਈ ਮਿਲੀਅਨ ਦੀਆਂ ਪ੍ਰਾਪਰਟੀਆਂ ਬੱਚਿਆਂ ਲਈ ਬਣਾਈਆਂ। ਪੁੱਛੀਦਾ ਨਾ ਚਲੋ ਤੁਸੀਂ ਤੇ $20 ਤੋਂ ਮਿਲੀਅਨ ਤੱਕ ਪਹੁੰਚ ਗਏ ਤੇ ਬੱਚਿਆਂ ਲਈ ਇੰਨਾ ਕੁਝ ਕਿਉਂ ਬਣਾ ਰਹੇ? ਉਹ ਵੀ ਤੇ ਕੁਝ ਬਣਾਉਣਗੇ ਹੀ ਨਾ। ਉਹ ਕਹਿੰਦੇ ਜੀ ਜਿਹੋ ਜਿਹੀ ਜ਼ਿੰਦਗੀ ਅਸੀਂ ਜੀ ਆ ਨਾ, ਅਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਨਹੀਂ ਜਿਉਣ ਦੇਣਾ ਚਾਹੁੰਦੇ। ਜਿਵੇਂ ਮਿੱਲਾਂ ਵਿੱਚ ਰਹਿ ਕੇ ਕੰਮ ਕੀਤੇ ਨੇ, ਜਿਵੇਂ ਗੁਲਾਮੀਆਂ ਕੀਤੀਆਂ, ਲੇਬਰ ਕਰਦੇ ਰਹੇ ਆ। ਕਿਉਂ ਕੋਈ ਵੀ ਮਾਂ-ਬਾਪ ਨਹੀਂ ਚਾਹੁੰਦਾ ਕਿ ਮੇਰੀ ਔਲਾਦ ਜਿਹੜੀ ਹੈ ਉਹ ਗੁਲਾਮੀ ਦੀ ਜ਼ਿੰਦਗੀ ਜੀਵੇ। ਹਰ ਮਾਂ-ਬਾਪ ਚਾਹੁੰਦਾ ਮੇਰੀ ਔਲਾਦ ਕੋਲ ਆਪਣਾ ਹੋਣਾ ਚਾਹੀਦਾ ਹੈ, ਉਹ ਗੁਲਾਮ ਬਣ ਕੇ ਨਾ ਰਵੇ। ਆਪ 18 20 ਸਾਲ ਬੇਸਮੈਂਟਾਂ 'ਚ ਕੱਟੇ, ਪਰ ਬੱਚਿਆਂ ਵਾਸਤੇ ਜੇ 2 ਬੱਚੇ ਆ ਤੇ ਕੋਸ਼ਿਸ਼ ਕੀਤੀ ਘੱਟੋ ਘੱਟ 2 ਘਰ ਬਣਾ ਕੇ ਦਿਵਾਉਣ। ਕਿਉਂ? ਕਿਉਂਕਿ ਉੱਥੇ ਗੁਲਾਮੀ ਦਾ ਰਹਿਣਾ, ਮੈਂ ਆਪਣੇ ਬੱਚਿਆਂ ਨੂੰ ਗੁਲਾਮੀ ਦੀ ਜ਼ਿੰਦਗੀ ਨਹੀਂ ਜੀਣ ਦੇਣੀ। ਹੁਣ ਜਿਹੜੇ ਸਦੀਆਂ ਤੋਂ ਸ਼ੂਦਰ ਕਹਿ ਕੇ ਦੁਰਕਾਰੇ ਜਾਂਦੇ ਸੀ, ਗੁਲਾਮੀ ਦੀ ਜ਼ਿੰਦਗੀ ਜੀ ਰਹੇ ਸੀ, ਉਹਨਾਂ ਲੋਕਾਂ ਦੇ ਉਹ ਜਦੋਂ ਆਪਣੇ ਧੀਆਂ ਪੁੱਤਰਾਂ ਨੂੰ ਉਹ ਜ਼ਿੰਦਗੀ ਜਿਉਂਦਿਆਂ ਵਹਿੰਦੇ ਸੀ, ਬਰਦਾਸ਼ਤ ਨਹੀਂ ਸੀ ਹੁੰਦਾ। ਪਰ ਉਹ ਮਜਬੂਰ ਕਰ ਕੁਛ ਨਹੀਂ ਸਕਦੇ। ਤੇ ਜਦੋਂ ਕੋਈ ਇਨਸਾਨ ਮਜਬੂਰ ਹੋਵੇ ਨਾ, ਕੁਝ ਨਾ ਕਰ ਸਕਦਾ ਹੋਵੇ, ਉਦੋਂ ਇੱਕੋ ਹੀ ਇੱਕ ਉਹਦੇ ਅੱਗੇ ਸਿਰਫ ਇੱਕ ਆਸਰਾ ਹੁੰਦਾ ਹੈ, ਉਹ ਰੱਬ ਦੇ ਅੱਗੇ ਅਰਦਾਸਾਂ ਕਰਦਾ ਹੈ, ਰੱਬਾ ਮੇਰਾ ਹੋਰ ਕੋਈ ਨਹੀਂ, ਤੂੰ ਬੌੜੀ ਕਰ ਕਿਸੇ ਤਰੀਕੇ ਨਾਲ, ਇਸ ਦਲਦਲ ਵਿੱਚੋਂ ਬਾਹਰ ਕੱਢ। ਆਪਾਂ ਵੀ ਜਦੋਂ ਕਿਤੇ ਕਿਸੇ ਪਰੇਸ਼ਾਨੀ 'ਚ, ਮੁਸੀਬਤ ਵਿੱਚ ਘਿਰੇ ਹੁੰਦੇ ਆ ਨਾ, ਕੋਈ ਨਹੀਂ ਸਾਨੂੰ ਆਸਰਾ ਸਹਾਰਾ ਦੀਦਾ, ਉਦੋਂ ਫਿਰ ਰੱਬ ਹੀ ਚੇਤੇ ਆਉਂਦਾ ਹੈ। ਬਾਣੀ 'ਚ ਵੀ ਹੁੰਦਾ, ਕਾਮ ਪਰੇ ਹਰ ਸਿਮਰਿਐ ਐਸਾ ਸਿਮਰੋ ਨਿਤ। ਜਿਵੇਂ ਕਿਤੇ ਕੰਮ ਪਵੇ, ਮੁਸੀਬਤ ਪਵੇ, ਰੱਬ ਚੇਤੇ ਆਉਂਦਾ ਹੈ। ਕਿੰਨਾ ਚੰਗਾ ਹੋਵੇ ਜੇ ਕਿਤੇ ਰੋਜ਼ ਹੀ ਉਸੇ ਤਰ੍ਹਾਂ ਰੱਬ ਨੂੰ ਚੇਤੇ ਕਰੀਏ। ਵਕਤ ਬਦਲਿਆ, ਹਰ ਸ਼ੈ ਦਾ ਇੱਕ ਸਮਾਂ ਹੁੰਦਾ ਹੈ, ਹਰੇਕ ਰਾਜ ਦਾ ਵੀ ਇੱਕ ਸਮਾਂ ਹੁੰਦਾ ਹੈ। ਸੂਰਜ ਦਾ ਵੀ ਇੱਕ ਸਮਾਂ ਹੈ, ਚੜ੍ਹਨਾ ਹੈ ਤੇ ਉਹਨੇ ਛਿਪਣਾ ਹੀ ਛਿਪਣਾ ਹੈ, ਉੱਥੋਂ ਮੂਵ ਹੋਣਾ ਹੀ ਹੋਣਾ, ਬਦਲਣਾ ਹੈ, ਉਹਨੇ ਤਬਦੀਲੀ ਆਉਣੀ ਹੈ। ਵਕਤ ਐਸਾ ਆਇਆ, ਮੁਗਲਾਂ ਨੇ ਜ਼ੋਰ ਪਕੜਿਆ, ਭਾਰਤ ਵਰਸ਼ ਤੇ ਹਮਲੇ ਸ਼ੁਰੂ ਹੋ ਗਏ। ਜਿਹੜੀ ਬਿੱਪਰ ਦੀ ਗੁਲਾਮੀ ਸੀ ਨਾ, ਬਿੱਪਰ ਜਿਹੜਾ ਸੀ, ਉਹਨੂੰ ਮੁਗਲਾਂ ਨੇ ਆਪਣੇ ਅਧੀਨ ਕਰ ਲਿਆ। ਜਦੋਂ ਮੁਗਲਾਂ ਦੇ ਅਧੀਨ ਹੋ ਗਿਆ, ਜਦੋਂ ਉਹਨਾਂ ਦੇ ਧਰਮ ਸਥਾਨਾਂ ਦੇ ਵਿੱਚ ਜਿਹੜੇ ਸੀ ਉਹ ਜੋ ਕੁਝ ਵੀ ਕਰਮ ਕਾਂਡ ਕਰਦੇ ਸੀ ਉਹ ਬੰਦ ਹੋ ਗਏ। ਉਹ ਜਿਹੜਾ ਦੁਖੀ ਸੀ ਨਾ, ਜਿਹੜਾ ਆਪਣੇ ਧੀਆਂ ਪੁੱਤਰਾਂ ਨੂੰ ਗੁਲਾਮੀ ਦੀ ਜ਼ਿੰਦਗੀ ਨਹੀਂ ਸੀ ਜਿਉਣ ਦੇਣੀ ਚਾਹੁੰਦਾ, ਨਹੀਂ ਸੀ ਵੇਖਣੀ ਚਾਹੁੰਦਾ ਕਿ ਉਹ ਵੀ ਜਿਉਣ, ਉਹਨਾਂ ਨੇ ਮਹਿਸੂਸ ਕੀਤਾ, ਕੁਝ ਲੋਕਾਂ ਨੇ, ਇਹ ਜਿਹੜੇ ਹੁਣ ਆਏ ਨੇ ਨਾ, ਇਹ ਪਹਿਲਿਆਂ ਨਾਲੋਂ ਜ਼ਿਆਦਾ ਤਾਕਤਵਰ ਹੈ। ਜੇ ਪਹਿਲਿਆਂ ਦੀ ਗੁਲਾਮੀ ਤੋਂ ਬਚਣਾ, ਜਿਹੜੇ ਇੰਨੇ ਸਦੀਆਂ ਤੋਂ ਸਾਨੂੰ ਗੁਲਾਮ ਬਣਾ ਕੇ ਰੱਖ ਰਹੇ ਨੇ, ਆਪਾਂ ਇਹਨਾਂ ਨਾਲ ਰਲ ਜਾਈਏ, ਕਿਉਂਕਿ ਉਹਨਾਂ ਤੋਂ ਵੱਡੀ ਤਾਕਤ ਹੈ। ਬਹੁਤ ਸਾਰੇ ਲੋਕ ਜਿਹੜੇ ਸੀ ਉਹ ਕਨਵਰਟ ਹੋ ਕੇ ਉਧਰ ਚਲੇ ਗਏ, ਉਹਨਾਂ ਨੇ ਇਸਲਾਮ ਕਬੂਲ ਕਰ ਲਿਆ। ਤੁਸੀਂ ਕਦੇ ਮਹਿਸੂਸ ਕਰੋ। ਵੈਸੇ ਨਾ ਇਹ ਵੀ ਵਿਸ਼ਾ ਇੱਕ ਬਹੁਤ ਵੱਡਾ ਬਣ ਜਾਣਾ, ਮੈਂ ਆਪਣੇ ਸੰਕੋਚ ਕੇ ਹੀ ਚੱਲਾਂ, ਫਿਰ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਨੁਕਤੇ ਸਾਂਝੇ ਕਰਾਂਗਾ। ਸਾਡੇ 'ਚ ਇੱਕ ਆਮ ਪ੍ਰਚਲਿਤ ਜੀ ਗੱਲ ਹੈ, ਵੇਖੋ ਜੀ ਜਿਹੜੇ ਗੁਰੂ ਸਾਹਿਬ ਨੇ, ਇਹਨਾਂ ਨੇ ਸਿੱਖਇਜ਼ਮ ਸ਼ੁਰੂ ਕੀਤਾ, ਇਸ ਤੋਂ ਪਹਿਲਾਂ ਤੇ ਸਾਰੇ ਆਪਾਂ ਹਿੰਦੂ ਸਾਂ, ਇਹੀ ਲਫ਼ਜ਼ ਵਰਤੇ ਜਾਂਦੇ। ਮੈਂ ਕਿਸੇ ਕਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਪ੍ਰਕਰਨ ਦੀ ਗੱਲ ਕਰ ਰਿਹਾ ਜੋ ਸਾਡੇ 'ਚ ਪ੍ਰਚਲਿਤ ਹੈ। ਪਰ ਤੁਸੀਂ ਕਦੇ ਗੌਰ ਕਰੋ, ਭਾਰਤ ਦਾ ਹੀ ਹਿੱਸਾ ਹੈ ਪਾਕਿਸਤਾਨ। ਕਿੰਨੇ ਮੁਸਲਮਾਨ ਵੀਰ ਹੋਣਗੇ ਪਾਕਿਸਤਾਨ ਦੇ ਵਿੱਚ, ਜਿਹੜੀ ਗੋਤ ਭਾਰਤ ਵਿੱਚ ਰਹਿਣ ਵਾਲੇ ਸਾਡੇ ਪੰਜਾਬੀਆਂ ਦੀ ਹੈ, ਸੇਮ ਹੀ ਉਹਨਾਂ ਦੇ ਵਿੱਚ ਵੀ ਹੈ। ਜੇ ਭੱਟੀ ਇੱਧਰ ਹੈ ਉੱਧਰ ਵੀ ਮਿਲਣਗੇ, ਸੰਧੂ ਇੱਧਰ ਹੈ ਉੱਧਰ ਵੀ ਮਿਲਣਗੇ, ਬਾਠ, ਚੀਮਾ, ਬਾਜਵਾ, ਬਹੁਤ ਸਾਰੇ ਨੇ। ਇਹਦਾ ਮਤਲਬ ਹੈ ਕਿ
ਉਹੀ ਲੋਕ ਨੇ ਜਿਹੜੇ ਇੱਧਰੋਂ ਫਿਰ ਉੱਧਰ ਚਲੇ ਗਏ ਉਸ ਗੁਲਾਮੀ ਤੋਂ ਬਚਣ ਵਾਸਤੇ, ਵਿਪਰ ਦੀ ਗੁਲਾਮੀ ਤੋਂ ਬਚਣ ਵਾਸਤੇ। ਪਰ ਇੱਕ ਤਬਕਾ ਐਸਾ ਜਿਹਨੇ ਫੈਸਲਾ ਕੀਤਾ ਪਹਿਲਾਂ ਇਹਨਾਂ ਦੀ ਗੁਲਾਮੀ ਕਰਦੇ ਰਹੇ ਆ ਤੇ ਹੁਣ ਇਹਨਾਂ ਦੀ ਗੁਲਾਮੀ ਕਰਾਂਗੇ। ਅਸੀਂ ਗੁਲਾਮੀ ਦੀ ਜ਼ਿੰਦਗੀ ਨਹੀਂ ਜਿਉਣੀ, ਅਸੀਂ ਕਿਸੇ ਦੇ ਗੁਲਾਮ ਵੀ ਨਹੀਂ ਰਹਿਣਾ। ਉਹ ਦੋਨਾਂ ਪਾਸਿਆਂ ਤੋਂ ਫਿਰ ਪਿਸਣ ਲੱਗ ਪਏ। ਵਿਪਰ ਕਹਿੰਦਾ ਸਦੀਆਂ ਤੋਂ ਤੁਸੀਂ ਸਾਡੇ ਗੁਲਾਮ ਚੱਲੇ ਆ ਰਹੇ ਜੇ, ਸਾਡੇ ਨਾਲ ਰਲੋ। ਦੂਜਾ ਕਹਿੰਦਾ ਤੁਹਾਡੇ ਬਾਕੀ ਸਾਰੇ ਆ ਗਏ, ਹੁਣ ਤੁਸੀਂ ਵੀ ਸਾਡੇ ਵਿੱਚ ਆਓ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਦੋਂ ਆਪਾਂ ਪੜ੍ਹਦੇ ਹਾਂ, ਜਿਹੜਾ ਕਿਹਾ ਜਾਂਦਾ ਸੀ ਕਿ ਧੱਕੇ ਦੇ ਨਾਲ ਧਰਮ ਪਰਿਵਰਤਨ ਕਰਵਾਇਆ ਜਾਏ, ਇਹੀ ਚੀਜ਼ ਤੇ ਹੈਗੀ ਸੀ ਸਾਰੀ ਇਹ। ਉਹ ਲੋਕ ਜਿਹੜੇ ਸੀ ਨਾ, ਜਿਹੜੇ ਕਿਸੇ ਦੀ ਗੁਲਾਮੀ ਨਹੀਂ ਸੀ ਕਰਨੀ ਚਾਹੁੰਦੇ, ਉਹਨਾਂ ਨੇ ਰੱਬ ਦੇ ਅੱਗੇ ਹਾੜੇ ਕੱਢਣੇ ਸ਼ੁਰੂ ਕਰ ਦਿੱਤੇ ਕਿ ਜੇ ਤੂੰ ਰੱਬਾ ਪੈਦਾ ਕੀਤਾ ਤੇ ਹੁਣ ਸਾਰ ਵੀ ਸਾਡੀ ਲੈ। ਜਦੋਂ ਦੋਨਾਂ ਪਾਸਿਆਂ ਤੋਂ ਇਸ ਤਰ੍ਹਾਂ ਜ਼ੁਲਮ ਦੀ ਚੱਕੀ ਜਿਹੜੀ ਸੀ ਉਹ ਉਹਨਾਂ ਨੂੰ ਕੱਸਣ ਲੱਗੀ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਰੱਬੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ 1469 ਦੇ ਵਿੱਚ ਸੰਸਾਰ ਦੇ ਵਿੱਚ ਪ੍ਰਕਾਸ਼ਵਾਨ ਹੁੰਦੀ ਹੈ, ਪ੍ਰਗਟ ਹੁੰਦੀ ਹੈ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ ਸਤਿਗੁਰ ਨਾਨਕ ਪ੍ਰਗਟਿਆ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਆਜ਼ਾਦੀ ਦੀ ਗੱਲ ਕੀਤੀ, ਹੱਕ ਦੀ ਗੱਲ ਕੀਤੀ, ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਪੰਡਿਤ ਹਰਦਿਆਲ ਨੂੰ ਕਿਹਾ ਮੈਂ ਮਨੁੱਖ ਦਾ ਦਿੱਤਾ ਹੋਇਆ ਧਰਮ ਨਹੀਂ ਕਬੂਲਣਾ, ਤੂੰ ਜਨੇਊ ਪਾਉਣਾ ਚਾਹੁੰਦਾ ਹੈ ਨਾ, ਇਹਦਾ ਮਤਲਬ ਕੀ ਹੈ ਕਿ ਜਨੇਊ ਇੱਕ ਐਸੀ ਪ੍ਰਥਾ ਹੈ ਕਿ ਇਹ ਪ੍ਰਥਾ ਜਦੋਂ ਨਿਭਾਈ ਜਾਂਦੀ ਹੈ ਇਸ ਤੋਂ ਬਾਅਦ ਧਰਮ 'ਚ ਪ੍ਰਵੇਸ਼ ਕੀਤਾ ਜਾਂਦਾ। ਇਹਦਾ ਮਤਲਬ ਹੈ ਇਹ ਧਰਮ ਉਹ ਹੋਵੇਗਾ ਜਿਹੜਾ ਤੁਸੀਂ ਬਣਾਇਆ, ਪਰ ਮੈਨੂੰ ਜੋ ਰੱਬ ਨੇ ਬਣਾਇਆ ਮੈਂ ਉਹੀ ਬਣ ਕੇ ਜ਼ਿੰਦਗੀ ਜਿਉਣੀ ਹੈ, ਮੈਂ ਕਿਸੇ ਮਨੁੱਖ ਦਾ ਬਣ ਕੇ ਜ਼ਿੰਦਗੀ ਨਹੀਂ ਜਿਉਣੀ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਆਹ ਬਚਨ, ਕਹਿ ਲਓ ਕਿ ਇੱਕ ਮੈਸੇਜ, ਇਹ ਸਿੰਘ ਗਰਜ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਪਹੁੰਚੀ, ਲੋਕਾਂ ਨੂੰ ਪਤਾ ਲੱਗ ਗਿਆ ਅਸਲ ਦੇ ਵਿੱਚ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਇਹ ਤਾਂ ਰੱਬ ਨੇ ਭੇਜਿਆ ਸਾਡੇ ਲਈ, ਜਿਹੜਾ ਕਿਸੇ ਦੀ ਗੁਲਾਮੀ ਨਹੀਂ ਕਰੇਗਾ। ਔਰ ਇਹੀ ਰਸਤਾ ਸਾਡਾ, ਅਸੀਂ ਵੀ ਕਿਸੇ ਦੀ ਗੁਲਾਮੀ ਨਹੀਂ ਚਾਹੁੰਦੇ। ਕਿੰਨਾ ਚੰਗਾ ਹੋਵੇ ਕਿ ਇਹਦੇ ਪੰਥ ਦੇ ਵਿੱਚ ਸ਼ਾਮਲ ਹੋ ਜਾਈਏ। ਪੰਥ ਦਾ ਅਰਥ ਹੁੰਦਾ ਇਹਦੇ ਰਸਤੇ ਤੇ ਚੱਲੀਏ, ਇਹਦੇ ਮਾਰਗ ਤੇ ਚੱਲੀਏ। ਉਹ ਗੁਰੂ ਨਾਨਕ ਸਾਹਿਬ ਜੀ ਦੇ ਰਸਤੇ ਤੇ ਚੱਲ ਪਏ, ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਲੱਗ ਪਏ। ਉਹਨਾਂ ਨੂੰ ਕਿਹਾ ਜਾਂਦਾ ਹੈ ਸਿੱਖ, ਸਿੱਖ ਪੰਥ, ਜਿਹਨੂੰ ਭਾਈ ਗੁਰਦਾਸ ਜੀ ਨੇ ਇੰਝ ਬਿਆਨ ਕੀਤਾ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪੰਥ ਦਾ ਅਰਥ ਹੁੰਦਾ ਰਾਹ, ਰਸਤਾ। ਮੰਨੈ ਮੱਗ ਨ ਚੱਲੈ ਪੰਥ, ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੈ ਉਸਾਸਾ। ਪੰਥ ਦਾ ਅਰਥ ਹੁੰਦਾ ਹੈ ਮਾਰਗ, ਰਸਤਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਉਹਨਾਂ ਦਾ ਜਿਨ੍ਹਾਂ ਨਾਲ ਸੰਬੰਧ ਰਿਹਾ, ਤੁਸੀਂ ਕਦੇ ਗੌਰ ਕਰੋ। ਇੱਥੋਂ ਆਪਾਂ ਹੁਣ ਕਿਰਤ ਦਾ ਤੇ ਸਿੱਖੀਜ਼ਮ ਦੀ ਜਿਹੜੀ ਪ੍ਰਕਰਣ ਹੈ ਇਹਨੂੰ ਸਮਝਣਾ ਇਤਿਹਾਸਕ ਪੱਖ ਚੋਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਆਪ ਕਿਰਤੀ, ਮੋਦੀਖਾਨੇ ਦੀ ਕਿਰਤ ਕੀਤੀ। ਸਾਨੂੰ ਸਾਖੀਆਂ ਬੇਸ਼ੱਕ ਉਹਨਾਂ ਨੇ ਨਾਟਕੀय ਰੂਪ ਵਿੱਚ ਹੀ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਜਿਹੜੇ ਲਿਖਣ ਵਾਲੇ। ਮੈਂ ਪਹਿਲਾਂ ਬੇਨਤੀ ਕੀਤੀ, ਬੜੀਆਂ ਬੜੀਆਂ ਵੱਡੀਆਂ ਸਾਜ਼ਿਸ਼ਾਂ ਹੋਈਆਂ ਕਿ ਗੁਰੂ ਨਾਨਕ ਸਾਹਿਬ ਜੀ ਮੱਝਾਂ ਚਾਰਨ ਵਾਸਤੇ ਗਏ ਤੇ ਸੌਂ ਗਏ, ਸੱਪ ਨੇ ਛਾਂ ਕੀਤੀ ਤੇ ਮੱਝਾਂ ਜਿਹੜੀਆਂ ਖੇਤ ਚਰ ਗਈਆਂ, ਤੇ ਜਦੋਂ ਰੌਲਾ ਪੈ ਗਿਆ, ਪੰਚਾਇਤ ਇਕੱਠੀ ਹੋਈ ਤੇ ਖੇਤ ਫਿਰ ਹਰਿਆ ਭਰਿਆ ਹੋ ਗਿਆ। ਚਲੋ ਹੋ ਸਕਦਾ ਇਹਦੇ 'ਚ ਬਹੁਤ ਸਾਰਾ ਮਿਲਾਵਟਾਂ ਜਿਹੜੀਆਂ ਹੁੰਦੀਆਂ ਨੇ, ਨਾਟਕੀय ਰੂਪ ਦੇਣਾ ਹੁੰਦਾ ਹੈ, ਲਿਖਣ ਵਾਲੇ ਨੇ ਕੁਛ ਆਪਣੀ ਵੀ ਸੋਚ ਇਹਦੇ 'ਚ ਐਡ ਕਰਨੀ ਹੁੰਦੀ ਹੈ। ਪਰ ਇੱਕ ਚੀਜ਼ ਦਾ ਪ੍ਰੂਫ ਤੇ ਮਿਲ ਗਿਆ ਨਾ, ਗੁਰੂ ਨਾਨਕ ਸਾਹਿਬ ਮੱਝਾਂ ਚਾਰਦੇ ਰਹੇ ਆ। ਕਿਰਤ। ਗੁਰੂ ਨਾਨਕ ਸਾਹਿਬ ਜੀ ਨੇ ਜੀਵਨ ਵਿੱਚ ਆਪਣੇ ਘਰ ਨੂੰ ਜਦੋਂ ਛੱਡਿਆ, ਸਭ ਤੋਂ ਪਹਿਲਾ ਦਰਵਾਜ਼ਾ ਕਿਹਦੇ ਘਰ ਦਾ ਖੜਕਾਇਆ ਜੀ? ਕਿਹਦੇ ਘਰ ਵਿੱਚ ਸਭ ਤੋਂ ਪਹਿਲਾ ਕਦਮ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਚਰਨ ਪਿਆ? ਭਾਈ ਲਾਲੋ। ਪਹਿਲਾ ਦਰਵਾਜ਼ਾ ਭਾਈ ਲਾਲੋ ਦਾ ਖੜਕਾਇਆ। ਭਾਈ ਲਾਲੋ ਜੀ ਕੌਣ ਹੈ? ਕਿਰਤੀ। ਇਹ ਨਹੀਂ ਸੀ ਕਿ ਉਹਨਾਂ ਦੇ ਕੋਲ
ਕੁਛ ਨਹੀਂ ਸੀ। ਮੈਂ ਪਹਿਲਾਂ ਬੇਨਤੀ ਕੀਤੀ, ਲਿਖਤਾਂ ਵਾਲਿਆਂ ਨੇ ਕਈਆਂ ਨੇ ਨਾ ਮਸਾਲੇ ਲਾ ਲਾ ਕੇ ਫਿਰ ਲੋਕਾਂ ਨੂੰ ਇਮੋਸ਼ਨਲ ਕਰਨਾ ਹੁੰਦਾ ਵਾ। ਚਲੋ ਲੋਕ ਪ੍ਰਭਾਵਿਤ ਹੋਣਗੇ, ਇਮੋਸ਼ਨਲ ਹੋਣਗੇ, ਉਹਨਾਂ ਦੇ ਪਿੱਛੇ ਕਈ ਸਵਾਰਥ ਹੁੰਦੇ ਉਹਨਾਂ ਲੋਕਾਂ ਦੇ, ਸੁਣਾਉਣ ਵਾਲਿਆਂ ਦੇ। ਆਮ ਸੁਣੋਗੇ ਭਾਈ ਲਾਲੇ ਕੋਲ ਅੱਧੀ ਕੋਧਰੇ ਦੀ ਰੋਟੀ ਸੀ, ਲੀਰਾਂ ਕਲ ਚ ਪਾਈਆਂ ਸੀ, ਇੱਕ ਟਾਈਮ ਰੋਟੀ ਖਾਂਦਾ ਸੀ, ਇੱਕ ਟਾਈਮ ਮਿਲਦੀ ਨਹੀਂ ਸੀ ਹੁੰਦੀ, ਇੰਨਾ ਗਰੀਬ, ਇੰਨਾ ਕੰਗਾਲ। ਵੈਸੇ ਜਿਹਦਾ ਵੀ ਦੱਸਿਆ ਨਾ ਰੱਬ ਦੇ ਨਾਲ ਕੋਈ ਰਿਸ਼ਤਾ, ਇਹ ਸਾਬਤ ਕੀਤਾ ਕਿ ਉਹਨਾਂ ਦੇ ਪੱਲੇ ਕੁਛ ਨਹੀਂ ਹੁੰਦਾ, ਜਿਨ੍ਹਾਂ ਦੇ ਬਾਰੇ ਵੀ ਤੁਸੀਂ ਕਦੇ ਪੜ੍ਹੋ ਸੁਣੋਗੇ। ਤੁਹਾਡੇ ਚੋਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਕਈ ਗਏ ਹੋਣਗੇ। ਭਾਈ ਲਾਲੋ ਦਾ ਘਰ ਵੇਖਿਆ ਕਿਸੇ ਨੇ? ਰੋੜੀ ਸਾਹਿਬ ਗੁਰਦੁਆਰੇ ਜੇ ਕਿਤੇ ਗਏ ਤੇ ਦਰਸ਼ਨ ਕਰਿਓ। ਭਾਈ ਲਾਲੋ ਦੀ ਖੂਹੀ ਅੱਜ ਵੀ ਉੱਥੇ ਹੈਗੀ ਜੀ। ਉਦੋਂ ਪਿੰਡਾਂ ਦੇ ਖੂਹ ਹੁੰਦੇ ਸੀ, ਇੰਨੇ ਖੂਹ, ਇੱਕ ਖੂਹ ਕਿੰਨੀ ਜ਼ਮੀਨ ਦੇ ਵਾਸਤੇ ਇੱਕ ਖੂਹ ਹੁੰਦਾ ਸੀ। ਹਾਰੀ ਸਾਰੀ ਬੰਦੇ ਦੇ ਵੱਸ ਦਾ ਰੋਗ ਨਹੀਂ ਸੀ ਕਿ ਉਹ ਆਪਣਾ ਖੂਹ, ਕੱਲਾ ਆਪਣਾ ਖੂਹ ਬਣਾ ਲੇਗਾ, ਪੁੱਟ ਲੇਗਾ। ਇਹਦਾ ਮਤਲਬ ਭਾਈ ਲਾਲੋ ਇੰਨਾ ਸਰਮਾਏਦਾਰ ਹੈ, ਉਹਨੇ ਆਪਣੇ ਘਰ ਵਿੱਚ ਖੂਹੀ ਲਵਾਈ ਹੋਈ ਹੈ ਪਾਣੀ ਵਰਤਣ ਵਾਸਤੇ। ਇਹ ਨਹੀਂ ਕਿ ਕਈ ਕਿਲੋਮੀਟਰ ਦੂਰ ਜਾ ਕੇ ਪਾਣੀ ਲਿਆਉਣਾ ਪੈਂਦਾ ਸੀ ਉਹਨਾਂ ਨੂੰ, ਪਰ ਉਹਨੂੰ ਪੇਸ਼ ਕਿਹੜੇ ਢੰਗ ਨਾਲ ਕੀਤਾ ਗਿਆ? ਭਾਈ ਲਾਲੋ ਵਿਚਾਰੇ ਨੂੰ ਰੋਲ ਕੇ ਰੱਖਤਾ। ਖੈਰ, ਇੱਕ ਪਾਸੇ ਧਨ ਸਰਮਾਇਆ ਸਾਰਾ ਸੁੱਖ ਸਾਧਨ ਭਾਈ ਲਾਲੋ ਹੈ, ਇੱਕ ਪਾਸੇ ਮਲਕ ਭਾਗੋ ਹੈ। ਧਰਮ ਦੇ ਨਾਂ ਤੇ ਲੰਗਰ ਵੀ ਮਲਕ ਭਾਗੋ ਲਾ ਰਿਹਾ ਹੈ, ਧਰਮ ਦੇ ਨਾਂ ਤੇ ਦਾਨ ਪੁੰਨ ਵੀ ਮਲਕ ਭਾਗੋ ਕਰ ਰਿਹਾ ਹੈ, ਧਰਮ ਦੇ ਨਾਂ ਤੇ ਹਰ ਤਰ੍ਹਾਂ ਦਾ ਅਡੰਬਰ ਮਲਕ ਭਾਗੋ ਕਰ ਰਿਹਾ ਹੈ। ਪਰ ਦਸਾਂ ਨੌਆਂ ਦੀ ਕਿਰਤ ਕਰਕੇ ਜੇ ਕੋਈ ਉਹਦੇ ਕੋਲ ਆ ਜਾਂਦਾ ਹੈ, ਜਿਹੜਾ ਹੁਣੇ ਆਸਾ ਦੀ ਵਾਰ ਦਾ ਇੱਕ ਸ਼ਬਦ ਸੈਕਟਰੀ ਸਾਹਿਬ ਨੇ ਤੁਹਾਨੂੰ ਸਾਂਝਾ ਕੀਤਾ ਸੀ, ਘਾਲ ਖਾਏ ਕਿਛ ਹੱਥੋਂ ਦੇ, ਇਸ ਫਲਸਫੇ ਤੇ ਚੱਲ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਉਹਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਐਸ ਘਰ ਵਿੱਚ ਰਹਿਣਾ, ਐਸ ਘਰ ਵਿੱਚ ਜਾਣਾ, ਇਸ ਘਰ ਵਾਲਿਆਂ ਨਾਲ ਮੇਰਾ ਸੰਬੰਧ ਹੈ ਜਿਹੜੇ ਕਿਰਤ ਕਰਕੇ ਆਪ ਖਾਂਦੇ ਨੇ ਤੇ ਆਪਣੀ ਕਿਰਤ ਦੇ ਵਿੱਚ ਕਿਸੇ ਭੁੱਖੇ ਦੇ ਮੂੰਹ 'ਚ ਪਾਉਂਦੇ ਨੇ। ਧਰਮ ਦੇ ਨਾਂ ਦੇ ਉੱਤੇ ਲੋਕਾਂ ਕੋਲੋਂ ਲੈਣ ਵਾਲੇ ਜਾਂ ਜਿਹੜੇ ਦਾਨ ਪੁੰਨ ਕਰਨ ਵਾਲੇ, ਅਡੰਬਰ ਕਰਨ ਵਾਲੇ, ਵਿਖਾਵੇ ਕਰਨ ਵਾਲੇ, ਉੱਚੀ ਜਾਤ ਦੇ ਵਰਨ ਦੇ ਹੰਕਾਰ ਦੇ ਵਿੱਚ ਜਿਹੜੇ ਭਰੇ ਹੋਏ ਨੇ, ਉਹ ਵਾਰ-ਵਾਰ ਸੁਨੇਹੇ ਵੀ ਭੇਜਦੇ, ਗੁਰੂ ਨਾਨਕ ਸਾਹਿਬ ਜਾਣ ਤੋਂ ਇਨਕਾਰ ਕਰਦੇ ਆ। ਨਹੀਂ, ਤੁਹਾਡੇ ਨਾਲ ਮੇਰਾ ਕੋਈ ਸੰਬੰਧ ਨਹੀਂ। ਜੇ ਗਏ ਵੀ ਤੇ ਜਾ ਕੇ ਉਹਨੂੰ ਦਿਖਾ ਦਿੱਤਾ ਕਿ ਆਹ ਵੇਖ ਲੈ, ਐਸ ਕਰਕੇ ਤੇਰੇ ਨਾਲ ਮੇਰਾ ਕੋਈ ਸੰਬੰਧ ਨਹੀਂ, ਤੂੰ ਦੂਜਿਆਂ ਦਾ ਖੂਨ ਉਹਦੇ ਤੇ ਚੱਲ ਰਿਹਾ ਹੈ, ਆਹ ਵੇਖ ਧਰਮ ਦੀ ਕਿਰਤ ਆ। ਅਸੀਂ ਤੇ ਇਹਦੇ ਨਾਲ ਜੁੜੇ ਹੋਏ ਆ। ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸਿੱਖ, ਜਿਸ ਪਹਿਲੇ ਸਿੱਖ ਦਾ ਗੁਰੂ ਨਾਨਕ ਸਾਹਿਬ ਦਰਵਾਜ਼ਾ ਖੜਕਾਉਂਦੇ ਆ, ਉਹ ਵੀ ਕਿਰਤੀ। ਗੁਰੂ ਨਾਨਕ ਸਾਹਿਬ ਜੀਵਨ ਦੀ ਸ਼ੁਰੂਆਤ ਕਰਦੇ ਆ ਕਿਰਤ ਤੋਂ। ਮੈਂ ਬੇਨਤੀ ਕੀਤੀ, ਮੱਝਾਂ ਚਰਾਉਂਦੇ ਨੇ, ਫਿਰ ਨੌਕਰੀ ਕਰਦੇ ਨੇ ਮੋਦੀਖਾਨੇ ਦੀ, ਤੇ ਜ਼ਿੰਦਗੀ ਦਾ ਆਖਰੀ ਸਮਾਂ, ਜੀਵਨ ਦੇ ਆਖਰੀ 18 ਸਾਲ ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ। ਮੈਂ ਇੱਕ ਨੁਕਤਾ ਇੱਥੇ ਹੋਰ ਸਾਂਝਾ ਕਰਦੇ ਹਾਂ। ਬੜੀਆਂ ਤਸਵੀਰਾਂ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਇਹਨਾਂ ਨੇ ਸੋ ਕਾਲਡ ਲੋਕਾਂ ਨੇ ਨਾ ਜਿਹੜੀਆਂ ਮਨੋਕਲਪਤ ਬਣਾ ਕੇ ਸਾਡੇ ਦੇ ਥੋਪੀਆਂ। ਅਸਾਂ ਲੋਕਾਂ ਨੇ ਉਹਨਾਂ 'ਚੋਂ ਕਈਆਂ ਨੂੰ ਐਕਸੈਪਟ ਵੀ ਕਰ ਲਿਆ। ਕਿਤੇ ਪਹਾੜਾਂ 'ਚ ਜਾ ਰਹੇ, ਕਿਤੇ ਮੱਛੀ 'ਤੇ ਖੜੇ ਨੇ, ਕਿਤੇ ਹਵਾ ਚੋਟ ਰਹੇ ਨੇ ਗੁਰੂ ਨਾਨਕ ਸਾਹਿਬ, ਕਿਤੇ ਬੇਬੇ ਨਾਨਕੀ ਰੱਖੜੀ ਬੰਨ੍ਹਣ ਡਏ, ਕਿਤੇ ਕੁਛ ਕਿਤੇ ਕੁਛ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਰਤਾਰਪੁਰ ਸਾਹਿਬ ਦੀ ਜ਼ਮੀਨ ਹੈ, ਜਿੱਥੇ ਉਹਨਾਂ ਨੇ ਖੇਤੀ ਕੀਤੀ, ਇਸ ਵਕਤ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਨਾ ਬਹੁਤ ਸਾਰੇ ਲੋਕਾਂ ਨੇ ਤੇ ਕਈਆਂ ਨੇ ਤੇ ਘਰ ਬਣਾ ਲਏ, ਵਾਹੁਣ ਲੱਗ ਪਏ, ਕਿਉਂਕਿ ਅਰਸਾ ਬੀਤ ਗਿਆ ਹੈ। ਇਸ ਵੇਲੇ ਵੀ ਕਰਤਾਰਪੁਰ ਸਾਹਿਬ ਦੇ ਥੱਲੇ ਜਿਹੜੀ ਜ਼ਮੀਨ ਵਗ ਰਹੀ ਹੈ, ਮੈਂ 2009 ਵਿੱਚ ਗਿਆ ਸੀ, ਉਹਨਾਂ ਦੱਸਿਆ ਕਹਿੰਦੇ 36 ਖੇਤ ਆ ਇਸ ਵੇਲੇ, ਇਸ ਪਾਸੇ ਦੇ, ਦੂਜੇ ਪਾਸੇ ਦੇ ਵੱਖਰੇ। ਉਹ ਗੁਰੂ ਨਾਨਕ ਸਾਹਿਬ ਜੀ ਨੇ ਜ਼ਮੀਨ ਜਿਹੜੀ ਉਹ ਖਰੀਦੀ ਹੋਵੇਗੀ ਨਾ। ਗੁਰੂ ਨਾਨਕ ਸਾਹਿਬ ਜੀ ਨੂੰ ਜ਼ਮੀਨ, ਉਹ ਖੇਤੀ ਕਰਨ ਵਾਸਤੇ ਜ਼ਮੀਨ ਤੇ ਉਹਨਾਂ ਲਈ ਹੋਵੇਗੀ।
ਤੇ ਜੇ ਖਰੀਦੀ ਹੋਵੇਗੀ ਤੇ ਖਰੀਦਣ ਦੇ ਵਾਸਤੇ ਕੋਲ ਕੁਝ ਹੋਣਾ ਚਾਹੀਦਾ। ਇਹਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਸਾਹਿਬ ਕੋਈ ਨਾ ਕੋਈ ਕਿਰਤ ਕਰਦੇ ਰਹੇ ਨੇ। ਉਸ ਕਿਰਤ ਦਾ ਜੋ ਕੁਝ ਵੀ ਉਹਨਾਂ ਕੋਲ ਸੀ ਉਹਦੇ ਬਦਲੇ ਵਿੱਚ ਉਹਨਾਂ ਨੇ ਜ਼ਮੀਨ ਖਰੀਦੀ। ਜਿਸ ਤਰ੍ਹਾਂ ਆਪਾਂ ਆਨੰਦਪੁਰ ਸਾਹਿਬ ਦੀ ਗੱਲ ਕਰਦੇ ਹਾਂ, ਜ਼ਮੀਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖਰੀਦੀ। ਤਰਨ ਤਾਰਨ ਸਾਹਿਬ ਦੀ ਗੱਲ ਕਰਦੇ ਹਾਂ, ਗੁਰੂ ਅਰਜਨ ਸਾਹਿਬ ਜੀ ਨੇ ਜ਼ਮੀਨ ਖਰੀਦੀ ਹੈ। 18 ਸਾਲ ਗੁਰੂ ਨਾਨਕ ਸਾਹਿਬ ਜੀ ਨੇ ਆਖਰੀ ਸਮਾਂ ਜਿਹੜਾ ਸੀ ਉੱਥੇ ਕਿਰਤ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਗੁਜ਼ਾਰਿਆ। ਇਸ ਤੋਂ ਇੱਕ ਨੁਕਤਾ ਹੋਰ, ਗੁਰੂ ਨਾਨਕ ਸਾਹਿਬ ਜੀ ਨੇ ਜਿਹਨੂੰ ਆਪਣਾ ਸਾਰਾ ਕੁਝ ਦਿੱਤਾ, ਆਪਣੀ ਥਾਂ ਤੇ ਬਿਠਾ ਦਿੱਤਾ, ਆਪਣਾ ਸਾਰਾ ਕੁਝ ਜਿਹਦੀ ਝੋਲੀ ਵਿੱਚ ਪਾ ਦਿੱਤਾ, ਆਪਣਾ ਰੂਪ ਬਣਾ ਦਿੱਤਾ, ਕਹਿ ਦਿੱਤਾ ਅੱਜ ਤੋਂ ਬਾਅਦ ਤੁਸਾਂ ਨੇ ਮੇਰਾ ਰੂਪ ਇਹਨਾਂ ਨੂੰ ਜਾਣਨਾ। ਇੱਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਮੁਬਾਰਕ ਸੀਸ ਵੀ ਜਿਨ੍ਹਾਂ ਦੇ ਕਦਮਾਂ ਤੇ ਝੁਕਾ ਦਿੱਤਾ। ਉਹ ਕੌਣ ਸਨ ਜੀ? ਭਾਈ ਲਹਿਣਾ, ਗੁਰੂ ਅੰਗਦ ਸਾਹਿਬ। ਤੇ ਭਾਈ ਲਹਿਣਾ ਜੀ ਕੌਣ ਨੇ? ਦੁਕਾਨ ਕਰਦੇ ਕਿਰਤੀ। ਕਿਤੇ ਹੈ ਕਿ ਉਹ ਕੋਈ ਹੋਰ ਕੋਈ ਭੋਰਿਆਂ 'ਚ ਬਹਿੰਦੇ ਸੀ, ਜਾਂ ਕਿਤੇ ਕੋਈ ਸਮਾਧੀਆਂ ਲਾਉਂਦੇ ਸੀ, ਜਾਂ ਕਿਤੇ ਮਾਲਾ ਫੇਰਦੇ ਸੀ, ਕਿਤੇ ਪਹਾੜਾਂ 'ਚ ਸੀ, ਕਿੱਥੇ ਕੀ ਕਰਦੇ ਸੀ? ਕਿਰਤ ਕਰਦੇ ਸੀ, ਕਿਰਤੀ। ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨਾਲ ਭਾਈ ਲਹਿਣਾ ਜੀ ਦਾ ਜਦੋਂ ਮੇਲ ਹੁੰਦਾ ਹੈ, ਪਹਿਲੀ ਵਾਰ ਜਦੋਂ ਮਿਲਦੇ ਨੇ, ਮਿਲਾਪ ਕਿਹੜੀ ਜਗ੍ਹਾ ਤੇ ਹੁੰਦਾ ਜੀ? ਮੈਂ ਇੱਕ ਬੇਨਤੀ ਕਰਾਂ, ਪੜ੍ਹਿਆ ਕਰੋ ਜ਼ਰੂਰ। ਸੁਣਾਉਣ ਵਾਲਿਆਂ ਨੇ ਨਾ ਇਹੋ ਜਿਹੇ ਮਸਾਲੇ ਲਾ ਕੇ ਸਾਨੂੰ ਸੁਣਾਇਆ ਕਿ ਸਾਨੂੰ ਅਸਲੀਅਤ ਤੋਂ ਸਿੱਖੀਜ਼ਮ ਦੀ ਤਸਵੀਰ ਹੀ ਹੋਰ ਦੀ ਹੋਰ ਬਣਾ ਕੇ ਰੱਖ ਦਿੱਤੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਮਿਲਣ ਆ ਰਹੇ ਨੇ ਭਾਈ ਲਹਿਣਾ ਜੀ, ਤੇ ਕਿੱਥੇ? ਜਿੱਥੇ ਗੁਰੂ ਨਾਨਕ ਸਾਹਿਬ ਜੀ ਧਾਨ ਦੇ ਵਿੱਚੋਂ, ਝੋਨੇ ਦੇ ਵਿੱਚੋਂ ਨਦੀਨ ਕੱਢ ਰਹੇ ਨੇ, ਉੱਥੇ ਮੇਲ ਹੁੰਦਾ ਹੈ। ਧਾਨ ਚੋਂ ਨਦੀਨ ਕੱਢਣਾ, ਝੋਨੇ ਚੋਂ, ਇਹ ਕੀ ਹੈ? ਕਿਰਤ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣਾ ਹੈ, ਗੁਰੂ ਨਾਨਕ ਨਾਲ ਮੇਲ ਕਰਨਾ, ਜਿਹਨੇ ਉਹਨੂੰ ਕਿਰਤ ਵਾਲੀ ਥਾਂ ਤੇ ਆਉਣਾ ਪਊ। ਇਹ ਫਲਸਫਾ ਹੈ ਸਿੱਖੀਜ਼ਮ ਦਾ। ਉਹਨੂੰ ਕਿਰਤੀ ਬਣਨਾ ਪਊ, ਕਿਰਤ ਵਾਲੀ ਥਾਂ ਤੇ ਆਉਣਾ ਪਊ। ਗੁਰੂ ਨਾਨਕ ਸਾਹਿਬ ਕਿਰਤ ਕਰਦੇ। ਗੁਰੂ ਨਾਨਕ ਸਾਹਿਬ ਜੀ ਨੇ ਜਿਨ੍ਹਾਂ ਨੂੰ ਆਪਣੀ ਥਾਂ ਤੇ ਬਿਠਾਇਆ, ਸਾਰਾ ਕੁਝ ਜਿਹਨੂੰ ਦੇ ਦਿੱਤਾ, ਉਹ ਵੀ ਕਿਰਤ ਕਰਦੇ। ਭਾਈ ਲਹਿਣਾ ਜੀ ਦੁਕਾਨ ਕਰਦੇ ਨੇ। ਤੇ ਜਿੱਥੇ ਪਹਿਲੀ ਵਾਰ ਮਿਲਾਪ ਹੁੰਦਾ ਹੈ ਭਾਈ ਲਹਿਣਾ ਜੀ ਦਾ, ਉਹ ਵੀ ਨਦੀਨ ਕੱਢ ਰਹੇ ਨੇ ਧਾਨ ਦੇ ਵਿੱਚੋਂ, ਕਿਰਤ ਵਾਲੀ ਥਾਂ। ਇਹਦਾ ਕਿਰਤ ਦਾ ਬੜਾ ਗਹਿਰਾ ਰਿਸ਼ਤਾ ਹੈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੂੰ ਗੁਰਿਆਈ ਦਿੰਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ। ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਤ ਕਰਦੇ ਨੇ, ਖੇਤੀ ਕਰਦੇ। ਬਾਸਰ ਕੇ ਨਗਰ, ਅੰਮ੍ਰਿਤਸਰ ਤੋਂ ਕੋਈ ਮੇਰੇ ਖਿਆਲ ਨਾਲ 6-7 ਮੀਲ ਦੀ ਦੂਰੀ ਤੇ ਹੈ, ਕਿਰਤ। ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਗੁਰਿਆਈ ਬਖਸ਼ਿਸ਼ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਭਾਈ ਜੇਠਾ ਜੀ ਦੇ ਰੂਪ ਵਿੱਚ ਨੇ ਪਹਿਲਾਂ। ਤੇ ਗੁਰੂ ਰਾਮਦਾਸ ਮਹਾਰਾਜ ਕੀ ਕਰਦੇ ਨੇ? ਉਹ ਰੇਹੜੀ ਲਾਉਂਦੇ ਨੇ, ਘੁੰਗਣੀਆਂ ਵੇਚਦੇ ਨੇ। ਪੜ੍ਹਿਆ ਨਾ ਆਪਾਂ ਸਾਰਾ ਇਤਿਹਾਸ, ਸੁਣਿਆ ਤੇ ਹੋਏਗਾ ਹੀ। ਘੁੰਗਣੀਆਂ ਵੇਚਦੇ ਨੇ। ਮਾਤਾ ਪਿਤਾ ਦਾ ਸਾਇਆ ਉੱਠ ਪਿਆ ਸੀ ਛੋਟੀ ਉਮਰਾਂ ਦੇ ਵਿੱਚ, ਤੇ ਨਾਨੀ ਲੈ ਆਈ ਸੀ ਬਾਸਰ ਕੇ। ਤੇ ਘੁੰਗਣੀਆਂ ਵੇਚਣਾ ਇਹ ਕੀ ਹੈ ਜੀ? ਕਿਰਤ। ਕਿੱਡੀ ਕਮਾਲ ਦੀ ਗੱਲ ਹੈ। ਗੁਰੂ ਨਾਨਕ ਨਾਲ ਜਿਨ੍ਹਾਂ ਦੀ ਸਾਂਝ, ਗੁਰੂ ਨਾਨਕ ਜਿਨ੍ਹਾਂ ਨੂੰ ਸਾਰਾ ਕੁਝ ਆਪਣਾ ਦਿੰਦਾ ਹੈ, ਉਹ ਸਾਰੇ ਕਿਰਤੀ। ਇੱਕ ਵੀ ਐਸਾ ਗੁਰੂ ਨਹੀਂ ਮਿਲੇਗਾ ਜਿਹੜਾ ਭੋਰਿਆਂ ਦੇ ਵਿੱਚ ਜਾਂ ਜਿੰਨੇ ਆਪਣੇ ਡੇਰੇ ਬਣਾਏ ਹੋਣਗੇ, ਕਿਤੇ ਇੱਕ ਵੀ ਨਹੀਂ ਮਿਲੇਗਾ। ਚੇਲੇ ਚਾਟਲੇ ਰੱਖੇ ਹੋਣਗੇ ਆਪਣੇ ਪਿੱਛੇ, 2-4 ਗੜਵਈ ਰੱਖੇ ਹੋਣਗੇ ਆਪਣੇ ਨਾਲ, ਇੱਕ ਵੀ ਨਹੀਂ ਮਿਲੇਗਾ। ਸਾਰੇ ਕਿਰਤੀ। ਗੁਰੂ ਕਿਰਪਾ ਕਰੇ ਕਿ ਤੁਹਾਨੂੰ ਕਿਤੇ ਸਾਡੀ ਸਮਝ ਆ ਜਾਣਾ, ਸਾਡੀ ਸਮਝ ਆ ਜਾਣਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਅਰਜਨ ਸਾਹਿਬ ਨੂੰ। ਇੱਥੋਂ ਫਿਰ ਅੱਗੇ ਇੱਕ ਪਰਿਵਾਰ ਚੱਲਦਾ ਹੈ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਤੁਹਾਡੇ ਚੋਂ ਇੱਕ ਸਾਖੀ ਬੜੀ ਸੁਣੀ ਹੋਵੇਗੀ, ਤੁਸੀਂ ਮੇਰੇ ਖਿਆਲ ਸਾਰਿਆਂ ਸੁਣੀ ਪੜ੍ਹੀ ਹੈ, ਕਿ ਬਾਬਾ ਬੁੱਢਾ ਸਾਹਿਬ ਜੀ ਕੋਲ ਮਾਤਾ ਗੰਗਾ ਜੀ ਗਏ ਜਦੋਂ ਉਹਨਾਂ ਨੇ ਗੰਢਾ ਭੰਨਿਆ, ਪ੍ਰਸ਼ਾਦੇ ਛਕਾਇਆ।
ਉਹ ਜਿਹੜੀ ਜਗ੍ਹਾ ਤੇ ਗਏ ਜੀ ਉਸ ਸਥਾਨ ਦਾ ਕਿਸੇ ਨੂੰ ਪਤਾ ਹੈ? ਉਹਦਾ ਨਾਂ ਬੀੜ ਬਾਬਾ ਬੁੱਢਾ ਸਾਹਿਬ ਕਹਿੰਦੇ ਆਪਾਂ। ਤੁਹਾਡੇ ਚੋਂ ਕਈ ਦਰਸ਼ਨ ਕੀਤੇ ਹੋਣਗੇ। ਸਾਡੇ ਨਗਰ ਤੋਂ 5 ਕਿਲੋਮੀਟਰ ਦੂਰੀ ਤੇ 5-6 ਕਿਲੋਮੀਟਰ। ਬੀੜ ਦਾ ਅਰਥ ਕੀ ਹੁੰਦਾ ਜੀ? ਜਿਵੇਂ ਆਪਾਂ ਅੱਜ ਕਹਿੰਦੇ ਨੇ ਫਾਰਮ, ਇਹ ਫਾਰਮ ਫਲਾਣੇ ਦਾ, ਜ਼ਮੀਨ, ਉਹ ਏਰੀਆ ਜ਼ਮੀਨ ਦਾ, ਉਹ ਫਾਰਮ ਹੈ। ਗੁਰੂ ਅਰਜਨ ਸਾਹਿਬ ਜੀ ਦਾ ਇਹ ਫਾਰਮ ਸੀ ਬੀੜ। ਤੇ ਬਾਬਾ ਬੁੱਢਾ ਸਾਹਿਬ ਜੀ ਉੱਥੇ ਜਿਹੜੇ ਬਾਕੀ ਹੋਰ ਕੋਲ ਰਹਿੰਦੇ ਸਨ ਨਾਲ ਉਹਨਾਂ ਦੇ ਕੋਲ ਉੱਥੇ ਕੰਮ ਕਰਵਾਉਂਦੇ ਸਨ। ਇਹ ਗੁਰੂ ਘਰ ਦੀ ਬੀੜ ਸੀ, ਜ਼ਮੀਨ ਹੈ ਇੱਥੇ ਗੁਰੂ ਘਰ ਦੀ। ਇੱਥੇ ਖੇਤੀ ਹੁੰਦੀ ਹੈ, ਇੱਥੇ ਪਸ਼ੂ ਰੱਖੇ ਗਏ ਨੇ, ਇੱਥੇ ਕਿਰਤ ਹੋ ਰਹੀ ਹੈ। ਗੁਰੂ ਅਰਜਨ ਸਾਹਿਬ ਜੀ ਦਾ ਉਹ ਫਾਰਮ ਹਾਊਸ ਹੈ, ਉੱਥੇ ਜ਼ਮੀਨ ਹੈ ਗੁਰੂ ਅਰਜਨ ਸਾਹਿਬ ਜੀ ਦੀ। ਇਹਦਾ ਮਤਲਬ ਹੈ ਕਿਰਤ। ਗੁਰੂ ਰਹਿਮਤ ਕਰੇ ਕਿਤੇ ਸਾਨੂੰ ਕਿਤੇ ਸਾਡੀ ਸਮਝ ਆ ਜਾਵੇ। ਇਤਿਹਾਸਕ ਕਿਤੇ ਇਸ ਸਰੋਤ ਜਿਹੜੇ ਸਾਡੇ, ਅਸੀਂ ਇਹਨਾਂ ਨੂੰ ਕਿਤੇ ਪੜ੍ਹੀਏ ਆਪ, ਫਿਰ ਪਤਾ ਲੱਗੇ ਸਾਨੂੰ ਅਸਲੀਅਤ ਦੇ ਵਿੱਚ ਸਾਡਾ ਪਿਛੋਕੜ ਕੀ ਹੈ। ਮੈਂ ਪੜ੍ਹ ਰਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗਵਾਲੀਅਰ ਭੇਜਿਆ ਗਿਆ, ਕੈਦ ਕੀਤਾ ਗਿਆ, ਜਿਹਦੇ ਪਿੱਛੇ ਮਨਸੂਬਾ ਸੀ ਚੰਦੂ ਦੀਵਾਨ ਵਰਗਿਆਂ ਦਾ, ਸਾਰਿਆਂ ਦਾ ਵਿੱਚੇ ਜਹਾਂਗੀਰ ਵੀ ਨਾਲ ਸੀ, ਕਿ ਇਹਨਾਂ ਨੂੰ ਜਿਉਂਦਿਆਂ ਵਾਪਸ ਨਹੀਂ ਆਉਣ ਦੇਣਾ। ਉਹਦੇ ਲਈ ਕਈ ਤਰੀਕੇ ਵਰਤੇ ਗਏ। ਉੱਥੇ ਬਹੁਤ ਸਾਰੇ ਪਹਾੜੀ ਰਾਜੇ ਕੈਦ ਕੀਤੇ ਹੋਏ ਸੀ, ਤੇ ਉਹਦੇ ਬਾਰੇ ਪ੍ਰਚਲਿਤ ਸੀ ਕਿ ਜਿਹੜਾ ਇੱਕ ਵਾਰੀ ਕੈਦੀ ਅੰਦਰ ਚਲੇ ਜਾਂਦਾ ਗਵਾਲੀਅਰ ਦੇ ਵਿੱਚ, ਉਹ ਜਿਉਂਦਿਆਂ ਵਾਪਸ ਨਹੀਂ ਆਉਂਦਾ। ਸਾਰੀ ਜ਼ਿੰਦਗੀ ਉਹਨੇ ਉੱਥੇ ਰਹਿਣਾ, ਉੱਥੇ ਖਤਮ ਹੋਣਾ। ਤੇ ਕੀ ਕਰਦੇ ਸੀ ਕਿ ਉਹਨਾਂ ਨੂੰ ਜਿਹੜਾ ਭੋਜਨ ਦਿੱਤਾ ਜਾਂਦਾ ਸੀ, ਉਹਦੇ ਵਿੱਚ ਹਲਕੀ ਮਾਤਰਾ ਦੇ ਵਿੱਚ ਜ਼ਹਿਰ ਦਿੱਤਾ ਜਾਂਦਾ ਸੀ, ਤਾਂ ਕਿ ਅੰਦਰੋਂ ਗਲਦੇ ਰਹਿਣ, ਉਹਨਾਂ ਵਿੱਚ ਸੱਤਾ ਨਾ ਰਹੇ, ਤਾਕਤ ਨਾ ਰਹਿ ਜੇ, ਕਿਤੇ ਉਹਨਾਂ ਦੇ ਅੰਦਰ ਦੀ ਸੱਤਿਆ ਖਤਮ ਹੋ ਜੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ, ਉੱਥੋਂ ਦਾ ਜਿਹੜਾ ਕਿਲ੍ਹੇਦਾਰ ਦਰੋਗਾ ਹੈ, ਉਹ ਗੁਰੂ ਸਾਹਿਬ ਜੀ ਦੇ ਬਾਰੇ ਬਹੁਤ ਸੁਣਿਆ ਸੀ ਉਹਨੇ ਪਹਿਲਾਂ ਵੀ। ਜਦੋਂ ਗੁਰੂ ਸਾਹਿਬ ਜੀ ਦੇ ਕੋਲ ਰਿਹਾ ਕੁਛ ਦਿਨ, ਵੇਖਿਆ ਉਹਨੇ ਜੀਵਨ, ਬੜਾ ਪ੍ਰਭਾਵਿਤ ਹੋਇਆ। ਉਹਨੇ ਦੇਖਿਆ ਕਿ ਜੋ ਕੁਛ ਵੀ ਕੰਮ ਹੋਣਾ ਤੇ ਮੇਰੇ ਹੱਥੀਂ ਹੈ, ਬਾਦਸ਼ਾਹ ਨੇ ਮੇਰੇ ਥਰੂ ਹੀ ਕਰਾਉਣਾ ਹੈ। ਇਹ ਤੇ ਮੇਰੇ ਕੋਲ ਬਹੁਤ ਵੱਡਾ ਗੁਨਾਹ ਹੋ ਜਾਣਾ ਹੈ। ਇਹ ਤੇ ਰੱਬੀ ਰੂਪ ਨੇ, ਰੱਬੀ ਜੋਤ ਹੈ, ਇਹਨਾਂ ਨੂੰ ਮੈਂ ਜ਼ਹਿਰ ਦੇਵਾਂਗਾ। ਉਹਨੇ ਸਾਰੀ ਰਿਐਲਿਟੀ ਗੁਰੂ ਸਾਹਿਬ ਜੀ ਨੂੰ ਦੱਸਤੀ। ਮਹਾਰਾਜ, ਇਹ ਜਿੰਨੇ ਵੀ ਕੁਰੰਗ ਜੇ ਵਰਗੇ ਬਣੇ ਪਏ ਨੇ ਨਾ ਰਾਜੇ ਕੈਦੀ, ਇਹਨਾਂ ਦੇ ਪਿੱਛੇ ਅਸਲੀ ਕਾਰਨ ਇਹਨਾਂ ਦਾ ਭੋਜਨ ਹੈ। ਆ ਤੁਹਾਡੇ ਲਈ ਪੋਸ਼ਾਕ ਵੀ ਭੇਜੀ ਉਹਨਾਂ ਨੇ ਜ਼ਹਿਰੀਲੀ। ਜਦੋਂ ਪਾਓਗੇ ਗਰਮੈਸ਼ ਨਾਲ ਤੁਹਾਡਾ ਪਸੀਨਾ ਨਿਕਲੇਗਾ, ਤੇ ਜਦੋਂ ਇਹਦੇ ਤਾਰਾਂ ਦੇ ਵਿੱਚ ਜਿਹੜਾ ਜ਼ਹਿਰ ਹੈ ਉਹ ਪਸੀਨੇ ਨਾਲ ਟੱਚ ਕਰਕੇ ਤੁਹਾਡੀ ਬੋਡੀ ਨੂੰ ਲੱਗੇਗਾ, ਸਕਿਨ ਖਰਾਬ ਹੋ ਜਾਏਗੀ। ਭੋਜਨ ਦੇ ਨਾਲ ਤੁਸੀਂ ਅੰਦਰੋਂ ਅੰਦਰ ਬਿਮਾਰ ਹੁੰਦੇ ਗਲ ਜਾਓਗੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਉਹਨੂੰ ਦਰੋਗੇ ਨੂੰ ਕਿਹਾ, ਹਰਦਾਸ ਦਰੋਗੇ ਦਾ ਨਾਂ ਹੈ, ਕਿ ਜਿਹੜਾ ਫੈਸਲਾ ਜਾਂ ਤੇਰੇ ਕੋਲ ਮੈਸੇਜ ਆਇਆ ਬਾਦਸ਼ਾਹ ਦਾ ਗਵਾਲੀਅਰ ਦੇ ਵਿੱਚ ਰੱਖਣ ਲਈ, ਕਿਹਦੇ ਲਈ ਹੈ? ਕਹਿਣ ਲੱਗਾ ਜੀ ਤੁਹਾਨੂੰ ਕੈਦ ਕਰਨ ਵਾਸਤੇ ਹੈ। ਗੁਰੂ ਸਾਹਿਬ ਕਹਿਣ ਲੱਗੇ ਜਿਹੜੇ ਮੇਰੇ ਨਾਲ ਸਿੱਖ ਨੇ 5 ਆਏ ਹੋਏ, ਇਹਨਾਂ ਵਾਸਤੇ ਤੇ ਨਹੀਂ? ਕਹਿਣ ਲੱਗਾ ਜੀ ਨਹੀਂ। ਗੁਰੂ ਸਾਹਿਬ ਕਹਿਣ ਲੱਗੇ ਇਹ ਬਾਹਰ ਜਾ ਕੇ ਕਿਰਤ ਕਰਨਗੇ, ਇਹ ਬਾਹਰ ਜਾ ਕੇ ਕਿਰਤ ਕਰਨਗੇ, ਆਪਣੀ ਕਿਰਤ ਦੇ ਵਿੱਚੋਂ ਜੋ ਵੀ ਕਮਾਈ ਕਰਨਗੇ ਉਹਦਾ ਭੋਜਨ ਛਕਾਂਗੇ ਫਿਰ ਅਸੀਂ। ਮੈਂ ਗਵਾਲੀਅਰ ਗਿਆ ਵਾਂ, ਉੱਥੇ ਪ੍ਰਚਲਿਤ ਹੈ ਗਾਥਾ ਸਾਰੀ, ਔਰ ਬਹੁਤ ਸਾਰੇ ਵਿਦਵਾਨਾਂ ਨੇ ਵੀ ਲਿਖਿਆ ਹੈ। ਉਹ ਸਿੱਖ ਕੋਈ ਭਾਂਡੇ ਬਣਾਉਣ ਵਾਲਾ ਜਿਹੜਾ ਸੀ ਉਹਦੇ ਕੋਲ ਜਾ ਕੇ ਕਿਰਤ ਕਰਦਾ ਹੈ, ਕੋਈ ਕਿਸੇ ਲੁਹਾਰ ਕੋਲ ਜਾ ਕੇ ਕੰਮ ਕਰਦਾ ਹੈ, ਤੇ ਸ਼ਾਮ ਨੂੰ ਫਿਰ ਜਿੰਨਾ ਵੀ ਦਿਹਾੜੀ ਮਿਲਦੀ ਹੈ ਉਹਦੀ ਰਸਤ ਖਰੀਦਦੇ ਨੇ, ਰੋਟੀ ਤਿਆਰ ਕਰਦੇ ਨੇ। ਜਿੱਥੇ ਗੁਰੂ ਸਾਹਿਬ ਆਪ ਛਕਦੇ ਨੇ, ਉੱਥੇ ਉਹਨਾਂ ਪਹਾੜੀ ਰਾਜਿਆਂ ਨੂੰ ਵੀ ਨਾਲ ਛਕਾਉਂਦੇ ਨੇ। ਤੇ ਜਦੋਂ ਗੁਰੂ ਸਾਹਿਬ ਉੱਥੋਂ ਬਾਹਰ ਆਉਣ ਲੱਗੇ ਨਾ, ਉਹ ਇੰਨੇ ਤੰਦਰੁਸਤ ਤੇ ਨਰੋਏ ਹੋ ਗਏ ਸੀ ਰਾਜੇ, ਉਹ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗ ਪਏ, ਕਹਿਣ ਲੱਗੇ ਮਹਾਰਾਜ, ਕਿਉਂਕਿ ਜਦੋਂ ਜ਼ਹਿਰ ਵਾਲਾ ਭੋਜਨ ਖਾਣਾ ਜਿਹੜਾ ਸੀ ਬੰਦ ਹੋ ਗਿਆ, ਤੇ ਵਧੀਆ ਭੋਜਨ ਖਾਣ ਨੂੰ ਮਿਲਣ ਲੱਗ ਪਿਆ, ਤੇ ਸਰੀਰ ਦੇ ਵਿੱਚ ਫਿਰ ਤਾਕਤ ਆਉਣੀ ਹੈ।
ठीक होना है। कहन लगे महाराज दोबारा फिर उस नरक की जिंदगी च नहीं असीं जाना चाहते, सानू भी नाल ही लै जाओ। किरत का कितना गहरा रिश्ता। वैसे लिखण मैं पहला बेनती कि बड़ियां तगड़ियां साजिशां कीतियां गईयां। गुरु तेग बहादुर साहब जी बाबा बकाला साहब रहे कई साल, क्योंकि ये उन्होंने नानका पिंड है। गुरु तेग बहादुर साहब जी इत्थे किरत करते रहे हैं, जिन्हों इन्होंने कह दिता कि इन्ने साल भोरे च बह के तपस्या की उन्होंने। बड़ियां हद्दां टप्पियां लिखारियां ने। गुरु कृपा करे किते नुकते आने वाले दिनों तुहाडे नाल मैं खोलांगा। मैं क्योंकि गुरबाणी किरत नूं की कह रही है, रब नाल किरत का की रिश्ता है, इस नुकते ते आउणा है गुरबाणी वाले पक्ष तो भी। गुरु तेग बहादुर साहब उत्थे जिथे सिੱਖੀ का प्रचार करते रहे कई साल, गुरु तेग बहादुर साहब उत्थे किरत करते रहे ने। गुरु साहब कोल घोड़ी हुंदी सी, घोड़ी ते जाया करते सी पिंडां 'च प्रचार करने वास्ते। घोड़ी ते आ रहे सी जदों शीहे मसंद ने गोली चलाई उन्हां दे उत्ते। इतिहास साडे कोल गवाह है। उन्हां समयां दे विच घोड़ी की है? एक साधन है आउण जाण वास्ते। जिवें किसी कोल कार है, किसी कोल जीप है, साधन है ना, वहीकल है। उदों की सी घोड़े घोड़ियां, ये वहीकल सी। तो वहीकल भोरे च बहण वास्ते तो नहीं सी हुंदा, ये तो सफर करने वास्ते हुंदा है ना, किते जाण आउण वास्ते हुंदा है। ये तो नहीं 26 साल गुरु तेग बहादुर साहब भोरे च बैठे रहे तो माता गुजरी जी को कहता तुसीं घोड़ी नूं बाहर चारा पाई जाओ बाहरों लिया के, असीं भोरे चों नहीं निकलना। बहुत कुछ साडे नाल खिलवाड़ होया। जिहड़ी मर्दां दी कौम सी उहनूं जिउंदियां ही जमीन विच दब के इन्हां ने मुर्दियां दी बनाउण दी कोशिश की, भोरियां दे नां दे उत्ते। गुरु रहमत करे किते नुकते साडी समझ विच आ जाण। मैं गुरबाणी वाले पक्ष वाले पासे हुण आवां। एक नुकता होर साझा करदे हां। गुरु गोबिंद सिंह पातशाह जी ने खालसा पंथ की सिरजना की, संपूर्णता की 1699 विच विसाखी वाले दिन। कदे इतिहास का वह पन्ना भी पढ़ के देखो जिन्होंने गुरु गोबिंद सिंह जी ने सब तो प्यारे शब्द वरते। प्यारे क्या भी मेरे प्यारे ये ने, गुरु के प्यारे ये ने। आप भी सारे कहने ने गुरु का प्यारा, गुरु के प्यारे भाव जिन्हों गुरु प्यार करता है, वह 5 प्यारियां का जिक्र साढ़े सामने आता है। भाई दया सिंह जी, भाई धर्म सिंह जी, भाई हिम्मत सिंह जी, भाई मोहकम सिंह जी, भाई साहिब सिंह जी। उन्होंने 5 का जीवन पढ़ो भला, 5 कौन ने? भोरिया च बहन वाले से किरत करने वाले। भाई दया सिंह जी लाहौर दे विच दुकान करते हैं। तोलन काज हमारा तकड़ी, नंगी करद कदे नहीं पकड़ी। पढ़ो इतिहास उन्होंने, पढ़ के वेखिए आपां। भाई धर्म सिंह जी खेती करते हैं। भाई हिम्मत सिंह जी दूजियां के घरां च पानी ढोंदे ने। किरत है। गुरु बख्शिश करे, गुरु रहमत करे किते नुकते समझ आ जाए। गुरु किरती ते गुरु का प्यारा भी किरती, कितना गहरा रिश्ता है। हुण आपां गुरबाणी वाले पासे आ जाइए। गुरबाणी दे विच बड़ा खूबसूरत बचन है गुरु अर्जन साहब जी का। भई प्राप्त मानुख देहुरिया, गोबिंद मिलन की ए तेरी बरिया। इसका अर्थ की है? ये मनुखा देह ही तेनों जिहड़ी मिली है ना, प्राप्त हुई है, ये रब्बी मिलाप लई है। ये वारी है परमात्मा नाल एकमिक होण दी। हुण सवाल खड़ा होया, परमात्मा नाल एकमिक किवें होया जावे? जिहड़ी सानू फिलोसफी हुण तक समझाएगी रब नूं मिलण वास्ते, ते जिहड़ी आ गुरबाणी दे विच दसी गई है, तुसीं महसूस करियो किते जमीन असमान दा फर्क जी। एक उस पासे है, दूजी उस पासे। रब नाल मिलण वास्ते सानू क्या गया, संसार जिहड़ा ये रुकावट है। रब्बी मिलाप लई ये रुकावट है। यह काम कार करने तो दुनियादारी है। रब नाल मिलण वास्ते एकांत चाहिए है। रब नाल मिलण वास्ते तुहानू कोई ना कोई धर्म का कर्म करना चाहिए, कर्म कांड करना चाहिए है। इस लिए कोई समाधियां लाउण लग पिया, कोई पहाड़ां चले गया, कोई भूरियां च बह गया, किसी ने कुछ अडंबर रचिया।
ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਸਾ ਰਾਗ ਦੇ ਵਿੱਚ ਭਗਤ ਧੰਨਾ ਜੀ ਦਾ ਪਹਿਲੀ ਬਾਣੀ ਭਗਤ ਧੰਨਾ ਜੀ ਦੀ ਜਿਹੜੀ ਹੈ ਆਸਾ ਰਾਗ ਚ ਆਰੰਭ ਹੁੰਦੀ ਹੈ, ਬਾਕੀ ਰਾਗਾਂ ਵਿੱਚ ਉਸ ਤੋਂ ਬਾਅਦ ਵਿੱਚ ਹੈ। ਤੇ ਪਹਿਲਾ ਹੀ ਸ਼ਬਦ ਹੈ ਮਹਲਾ ਪੰਜਵਾਂ ਦੇ ਸਿਰਲੇਖ ਹੇਠ। ਇਹਨੂੰ ਮੈਂ ਇੰਝ ਮਹਿਸੂਸ ਕਰਦਾ, ਜਿਸ ਭਗਤ ਧੰਨਾ ਜੀ ਦੀ ਬਾਣੀ ਹੈ ਨਾ, ਗੁਰੂ ਅਰਜਨ ਸਾਹਿਬ ਜੀ ਦੱਸ ਰਹੇ ਨੇ ਉਹ ਭਗਤ ਧੰਨਾ ਜੀ ਦੀ ਸੱਚਾਈ ਕੀ ਹੈ, ਕਿਉਂਕਿ ਪ੍ਰਚਲਿਤ ਹੈ ਸਾਡੇ ਵਿੱਚ ਬਹੁਤ। ਭਗਤ ਧੰਨਾ ਜੀ ਉਹ ਗਾਵਾਂ ਚਰਾਉਣ ਜਾ ਰਹੇ ਸੀ ਤੇ ਰਸਤੇ ਵਿੱਚ ਬਿੱਪਰ ਜਿਹੜਾ ਸੀ ਉਹਨੇ ਅਡੰਬਰ ਰਚਿਆ ਹੋਇਆ ਸੀ, ਆਪਣਾ ਪੂਜਾ ਪਾਠ ਕਰ ਰਿਹਾ ਸੀ ਪੱਥਰ ਦੀ, ਤੇ ਉਹਨੇ ਕਿਹਾ ਕੀ ਕਰ ਰਿਹਾ? ਕਹਿਣ ਲੱਗਾ ਠਾਕੁਰ ਦੀ ਮੈਂ ਪੂਜਾ ਕਰ ਰਿਹਾ ਵਾਂ, ਠਾਕੁਰ ਸਾਰੀਆਂ ਗੱਲਾਂ ਮੰਨਦਾ। ਤੇ ਭਗਤ ਧੰਨਾ ਕਹਿਣ ਲੱਗਾ ਮੈਨੂੰ ਵੀ ਇੱਕ ਦੇ ਦੇ, ਉਹਨੂੰ ਵੀ ਉਹਨੇ ਇੱਕ ਦੇ ਦਿੱਤਾ ਤੇ ਬਦਲੇ 'ਚ ਗਾਂ ਲੈ ਲਈ। ਤੇ ਜਿਵੇਂ ਜਿਵੇਂ ਉਹਨੇ ਦੱਸਿਆ ਭਗਤ ਧੰਨਾ ਜੀ ਨੇ ਵੀ ਉਸੇ ਤਰ੍ਹਾਂ ਕੀਤਾ। ਬੜੇ ਦੇਰ ਬੈਠੇ ਰਹੇ ਰੋਟੀ ਅੱਗੇ ਰੱਖ ਕੇ ਕਿ ਰੱਬ ਜੀ ਭੋਗ ਲਾਓ। ਪਹਿਲਾਂ ਰੱਬ ਨੇ ਵੀ ਨਾ ਪ੍ਰਗਟ ਹੋਇਆ, ਅਖੀਰ ਫਿਰ ਰੱਬ ਨੇ ਇੱਕ ਹੱਥ ਬਾਹਰ ਕੱਢਿਆ ਵੀ ਇਹ ਤਾਂ ਬੜਾ ਅੜੀਅਲ ਜਿਹਾ ਬੰਦਾ ਵਾ, ਮੰਨਣੀ ਪੈਣੀ ਆ। ਉਹ ਕਹਿਣ ਲੱਗਾ ਜੀ ਨਹੀਂ, ਇੱਕ ਹੱਥ ਨਾਲ ਨਹੀਂ ਗੱਲ ਬਣਨੀ। ਦੂਜਾ ਹੱਥ ਕੱਢਿਆ, ਉਹਨੇ ਦੋਵੇਂ ਬੰਨ੍ਹ ਲਏ ਭਗਤ ਧੰਨਾ ਜੀ ਨੇ। ਕਹਿਣ ਲੱਗਾ ਜੀ ਪੂਰੇ ਹੀ ਪ੍ਰਗਟ ਹੋਵੋ। ਤੇ ਪੱਥਰ ਦੇ ਵਿੱਚੋਂ ਰੱਬ ਪ੍ਰਗਟ ਹੋ ਕੇ ਰੋਟੀ ਖਾਧੀ ਤੇ ਫਿਰ ਉਹਦੇ ਗਾਵਾਂ ਮੱਝਾਂ ਚਾਰੀਆਂ। ਇਹ ਕਹਾਣੀ ਸਾਨੂੰ ਸੁਣਾਈ ਗਈ। ਤੇ ਜਿਹੜਾ ਇਹਦੇ ਪਿੱਛੇ ਪ੍ਰੂਫ ਦਿੱਤਾ ਗਿਆ ਉਹ ਭਾਈ ਗੁਰਦਾਸ ਜੀ ਦੀ ਵਾਰ ਦਾ, ਮੈਂ ਉਹ ਪੌੜੀ ਤੁਹਾਡੇ ਨਾਲ ਸਾਂਝੀ ਕਰਾਂਗਾ। ਵੇਖੋ ਕਿੱਡੇ ਵੱਡੇ ਧੋਖੇ ਸਾਡੇ ਨਾਲ, ਸਾਜ਼ਿਸ਼ਾਂ ਕਿੱਡੇ ਵੱਡੇ। ਇਹ ਤਾਂ ਸਭ ਤੋਂ ਵੱਡਾ ਕਾਰਨ ਕੀ ਹੈ? ਕਾਰਨ ਇਹ ਹੈ ਅਸੀਂ ਪੜ੍ਹਦੇ ਨਹੀਂ। ਜੇ ਖੁਦ ਪੜ੍ਹੀਏ ਨਾ ਫਿਰ ਪਤਾ ਲੱਗੇ ਕਿ ਲਿਖਿਆ ਕੀ ਹੈ ਇੱਥੇ, ਇੱਥੇ ਕੀ ਲਿਖਿਆ ਤੇ ਅਸੀਂ ਕਰ ਕੀ ਰਹੇ ਹਾਂ। ਗੁਰੂ ਬਖਸ਼ਿਸ਼ ਕਰੇ ਨੁਕਤਾ ਪਕੜ ਚ ਆ ਜਾਏ। ਭਗਤ ਧੰਨਾ ਜੀ ਦੇ ਬਾਰੇ ਗੁਰੂ ਅਰਜਨ ਸਾਹਿਬ ਜੀ ਨੇ ਇਹ ਖੋਲ੍ਹਿਆ, ਖੁਲਾਸਾ ਕੀਤਾ ਕਿ ਆਹ ਜਿਹੜੀ ਤੁਸੀਂ ਸੁਣਦੇ ਆ ਰਹੇ ਜੇ ਨਾ ਪੱਥਰਾਂ ਵਾਲੀ ਗੱਲ, ਇਹ ਸੱਚ ਨਹੀਂ ਹੈ। ਪੱਥਰ 'ਚੋਂ ਰੱਬ ਨਹੀਂ ਪਾਇਆ। ਭਗਤ ਧੰਨਾ ਜੀ ਨੂੰ ਰੱਬ ਕਿਵੇਂ ਮਿਲਿਆ? ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬ ਨੇ ਲਿਖ ਕੇ ਦਿੱਤਾ। ਜਦੋਂ ਆਪਾਂ ਕੋਈ ਕੰਮ ਕਰਨਾ ਹੁੰਦਾ ਹੈ ਨਾ, ਕਿਸੇ ਮੰਜ਼ਿਲ ਤੇ ਜਾਣਾ ਹੁੰਦਾ ਹੈ, ਪਹਿਲਾਂ ਉਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ, ਕਿਵੇਂ ਜਾਇਆ ਜਾ ਸਕਦਾ ਹੈ। ਜਿਹੜੇ ਪਹਿਲੇ ਗਏ ਨੇ ਉਹ ਕਿਹੜੇ ਤਰੀਕਿਆਂ ਨਾਲ ਗਏ ਨੇ? ਕਿਤੇ ਵੀ ਆਪਾਂ ਜਾਣਾ ਪਹਿਲੇ ਕਿਹੜੇ ਤਰੀਕਿਆਂ ਨਾਲ ਗਏ ਆ? ਇਹ ਨਾ ਹੋਵੇ ਕਿ ਜਾਣਕਾਰੀ ਨਾ ਹੋਵੇ, ਪਤਾ ਨਾ ਹੋਵੇ ਤੇ ਕਿਤੇ ਰਸਤਾ ਛੱਡ ਕੇ ਕੁਰਾਹੇ ਜਾ ਕੇ ਪੈ ਜਾਈਏ। ਹੋਇਆ ਵੀ ਇਹੀ ਕੁਛ ਹੈ ਸਾਨੂੰ, ਸਾਡੇ ਬਹੁਤਾ ਜ਼ਿਆਦਾ ਜਿਹੜਾ ਸੀ ਕੁਰਾਹੀ ਪੈ ਗਏ। ਆਪਣੇ ਵੱਲੋਂ ਧਰਮ ਹੀ ਕਮਾ ਰਹੇ ਆ, ਪਰ ਇਹ ਪਤਾ ਹੀ ਨਹੀਂ ਕਿ ਅਸਲ ਦੇ ਵਿੱਚ ਧਰਮ ਤੋਂ ਦੂਰ ਹੋ ਗਏ। ਧਰਮ ਹੈ ਹੀ ਕੁਛ ਹੋਰ ਸੀ। ਗੁਰੂ ਵਾਰ-ਵਾਰ ਵਾਸਤੇ ਪਾਉਂਦਾ ਰਿਹਾ, ਦੁਬਦਾ ਨਾ ਪੜੋ। ਉਹ ਵੇਖਿਓ ਕਿਤੇ ਇੱਕ ਨੂੰ ਛੱਡ ਕੇ ਦੂਜੇ ਦੇ ਪੈਰੀ ਨਾ ਪੈ ਜਿਓ। ਸਾਡੇ ਗੁਰੂ ਦੀ ਦਿੱਤੀ ਹੋਈ ਪੱਗ ਤੇ ਨੱਕ ਜਿਹੜਾ ਪਤਾ ਨਹੀਂ ਕਿੰਨਾ ਦੇ ਪੈਰਾਂ ਤੇ ਰੁਲਾਇਆ ਗਿਆ। ਹਰ ਬਿਨ ਹੋਰ ਨਾ ਪੂਜੋ। ਵੇਖੀ ਕਿਤੇ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਨਾ ਪੂਜਾ ਕਿਸੇ ਦੀ ਕਰੀ। ਸਾਨੂੰ ਪਤਾ ਹੀ ਨਹੀਂ ਕਿਹਦੀਆਂ ਕਿਹਦੀਆਂ ਤਸਵੀਰਾਂ ਬਣਾ ਕੇ ਪੂਜਾ ਕਰਵਾ ਦਿੱਤੀ। ਫੋਟੋਆਂ ਗੁਰੂਆਂ ਦੇ ਨਾਂ ਤੇ ਬਣਾ ਕੇ ਪੂਜਾ ਕਰਵਾ ਦਿੱਤੀ। ਘਰਾਂ ਦੇ ਵਿੱਚ ਦੀਵੇ ਲੋਕਾਂ ਨੇ ਜਗਾਉਣੇ ਸ਼ੁਰੂ ਕਰ ਦਿੱਤੇ। ਮੈਂ ਪੜ੍ਹ ਰਿਹਾ ਸੀ ਭਾਈ ਵੀਰ ਸਿੰਘ ਜੀ ਦੀ ਜੀਵਨੀ। ਭਾਈ ਵੀਰ ਸਿੰਘ ਪੰਜਾਬੀ ਦੇ ਉੱਚ ਕੋਟੀ ਦੇ ਸਾਹਿਤਕਾਰ ਵੀ ਹੋਏ ਤੇ ਇਹਨਾਂ ਨੇ ਗੁਰਮਤਿ ਦੇ ਵੀ ਕਾਫੀ ਕੁਛ ਲਿਖਿਆ ਹੈ। ਤੇ ਮੈਂ ਮਹਿਸੂਸ ਕਰਦਾ ਹੁੰਦਾ ਕਿ ਗੁਰਸਿੱਖ ਹੰਸ ਬਿਰਤੀ ਹੈ। ਤੇ ਹੰਸ ਦੀ ਖੂਬੀ ਕੀ ਹੈ? ਉਹਦੀ ਚੁੰਝ ਦੇ ਵਿੱਚ ਖਟਾਸ ਹੁੰਦੀ ਹੈ। ਉਹ ਜੋ ਦੁੱਧ ਵਿੱਚ ਚੁੰਝ ਪਾਉਂਦਾ ਨਾ, ਆਪਾਂ ਕਹਿੰਦੇ ਦੁੱਧ ਫੁੱਟ ਜਾਂਦਾ ਹੈ। ਹੰਸ ਦੁੱਧ ਖਾ ਜਾਂਦਾ ਹੈ, ਪਾਣੀ ਰਹਿਣ ਦਿੰਦਾ ਹੈ। ਅਸੀਂ ਵੀ ਜਿਹੜੀ ਕੋਈ ਲਿਖਤ ਪੜ੍ਹਦੇ ਹਾਂ ਹੰਸ ਬਿਰਤੀ ਨਾਲ ਪੜ੍ਹਿਆ ਕਰੀਏ। ਅੱਖਾਂ ਬੰਦ ਕਰਕੇ ਐਵੇਂ ਨਾ ਕਿਤੇ ਵੀ ਨਹੀਂ ਜੀ ਸ਼ਰਧਾ ਹੋਣੀ ਚਾਹੀਦੀ ਹੈ। ਧਰਮ ਸ਼ਰਧਾ ਦੇ ਆਸਰੇ ਤੇ ਨਹੀਂ ਹੈ। ਜਿੱਥੇ ਕੱਲੀ ਸ਼ਰਧਾ ਉੱਥੇ ਧਰਮ ਹੈ ਹੀ ਨਹੀਂ। ਧਰਮ ਕਿੱਥੇ ਹੈ ਜੀ? ਆਓ ਗੁਰੂ ਜੀ ਨੂੰ ਪੁੱਛ ਲੈਂਦੇ ਆਪਾਂ, ਕਿਉਂਕਿ ਇਹਦੇ ਅੱਗੇ ਮੱਥਾ ਟੇਕਦੇ ਸਾਡਾ ਇਹੀ ਆਧਾਰ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਗੁਰੂ ਜੀ ਕਹਿੰਦੇ ਜਹਾਂ ਗਿਆਨ ਤਹਾਂ ਧਰਮ ਹੈ। ਧਰਮ ਕਿੱਥੇ ਹੈ ਜੀ? ਜਿੱਥੇ ਗਿਆਨ ਹੈ, ਸਮਝ ਹੈ, ਪਤਾ ਹੈ। ਗਿਆਨ ਦਾ ਅਰਥ ਕੀ ਹੈ? ਪਤਾ ਹੈ, ਜਾਣਕਾਰੀ ਹੈ। ਜਿੱਥੇ ਪਤਾ ਹੀ ਕੁਛ ਨਹੀਂ, ਜਿੱਥੇ ਅਗਿਆਨਤਾ ਹੈ, ਉਹਦੇ ਬਾਰੇ ਵੀ ਬਚਨ ਕੀਤਾ। ਅਗਿਆਨ ਅੰਧੇਰਾ ਸੂਝਸ ਨਾਹੀ, ਬਹੁੜ ਬਹੁੜ ਪਰਮਾਤਾ। ਅਗਿਆਨਤਾ ਦੇ ਅੰਧੇਰੇ 'ਚ ਕਦੇ ਕੁਛ ਨਹੀਂ ਜੇ ਸਮਝ ਆਉਂਦੀ।
ਉਹ ਤੇ ਬੰਦਾ ਰੱਸੀ ਪਈ ਹੋਵੇ ਸੱਪ ਸਮਝ ਕੇ ਡਰ ਜਾਂਦਾ ਅੰਧੇਰੇ 'ਚ ਵੀ ਸੱਪ ਹੈ ਸ਼ਾਇਦ। ਕਈ ਵਾਰ ਨਾ ਜਦੋਂ ਪਿੰਡ ਹੁੰਦੇ ਹਾਂ ਤੇ ਰਾਤ ਨੂੰ ਕਿਤੇ ਜਾਣਾ ਖੇਤਾਂ 'ਚ ਪਾਣੀ ਲਾਉਣ, ਤੇ ਜਾਂ ਕਿਤੇ ਦੂਰ ਦਰੇਡੇ ਕਿਤੇ ਜਾਣਾ, ਜਿਸ ਰਾਹ ਦੇ ਬਾਰੇ ਇੰਨਾ ਪਤਾ ਨਹੀਂ ਸੀ ਹੁੰਦਾ, ਤੇ ਰਸਤੇ ਦੇ ਵਿੱਚ ਜੇ ਕਿਤੇ ਕੱਟਿਆ ਹੋਇਆ ਰੁੱਖ ਦਾ ਮੋਢੀ ਹੁੰਦਾ ਸੀ, ਦੂਰੋਂ ਖੜ ਜਾਈਦਾ, ਕੋਈ ਬੰਦਾ ਖੜਾ ਲੱਗਦਾ। ਸਵੇਰੇ ਜਦੋਂ ਉਧਰ ਦੀ ਲੰਘਣਾ, ਫਿਰ ਉਦੋਂ ਮੱਥੇ ਤੇ ਹੱਥ ਮਾਰਨਾ। ਮੈਂ ਰਾਤੀ ਐਵੇਂ ਡਰ ਕੇ ਵਾਪਸ ਮੁੜ ਗਿਆ, ਇਹ ਬੰਦਾ ਨਹੀਂ ਹੈ ਤੇ ਮੁੱਢ ਹੈ। ਕਿਉਂਕਿ ਜਿਹੜਾ ਅੰਧੇਰਾ ਹੈ, ਅੰਧੇਰੇ ਦੇ ਵਿੱਚ ਸਮਝ ਨਹੀਂ ਆਉਂਦੀ, ਪਤਾ ਨਹੀਂ ਲੱਗਦਾ ਸੱਚ ਕੀ ਹੈ। ਗੁਰੂ ਬਖਸ਼ਿਸ਼ ਕਰੇ। ਖੈਰ, ਜਿੱਥੇ ਗਿਆਨ ਧਰਮ ਉੱਥੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਫਿਰ ਸਾਨੂੰ ਗੁਰਬਾਣੀ ਦੇ ਸ਼ਬਦ ਵਿੱਚ ਦੱਸਿਆ, ਭਗਤ ਧੰਨਾ ਜੀ ਨੇ ਜਿਹੜੇ 4 ਪਹਿਲੇ ਭਗਤ ਜਿਨ੍ਹਾਂ ਦੀ ਰੱਬ ਨਾਲ ਇੱਕ ਮਿਕਤਾ ਹੋਈ ਹੈ, ਸਾਂਝ ਬਣੀ ਹੈ, ਉਹਨਾਂ ਦੇ ਬਾਰੇ ਸੁਣਿਆ ਵੀ ਕਿਸ ਤਰ੍ਹਾਂ ਉਹਨਾਂ ਦੀ ਰੱਬ ਨਾਲ ਸਾਂਝ ਹੋਈ। ਔਰ 4 ਭਗਤਾਂ ਦੇ ਬਾਰੇ ਉਹ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾ ਰਾਗ ਦੇ ਵਿੱਚ ਹੈ। ਕੋਸ਼ਿਸ਼ ਕਰਿਓ, ਜਿਨ੍ਹਾਂ ਦੇ ਕੋਲ ਮੋਬਾਈਲ ਫੋਨ ਨੇ ਉਹ ਤੁਸੀਂ ਨੈੱਟ 'ਤੇ ਕੱਢ ਕੇ ਸ਼ਬਦ ਵੇਖ ਲਿਓ, ਜਾਂ ਜੇ ਕਿਸੇ ਕੋਲ ਗੁਰਮੁਖ ਕੋਲ ਪੋਥੀ ਹੈ ਉਹ ਘਰ ਜਾ ਕੇ ਵੀ ਵੇਖ ਸਕਦਾ ਹੈ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਭਗਤ ਨਾਮਦੇਵ ਜੀ ਬਾਰੇ ਸੁਣਿਆ। ਤੇ ਜਦੋਂ ਭਗਤ ਨਾਮਦੇਵ ਜੀ ਦੀ ਗੱਲ ਚੱਲੀ ਤੇ ਸਾਹਮਣੇ ਕੀ ਆਇਆ? ਆਡ ਦਾਮ ਕੋ ਸ਼ੀਪਰੋ, ਅੱਧੀ ਦਮੜੀ ਦਾ ਕੰਮ ਕਰਨ ਵਾਲਾ, ਸ਼ੀਂਬਾ ਜਿਹਨੂੰ ਕਹਿ ਦਿੰਦੇ ਆਪਾਂ। ਜਿਸ ਤਰ੍ਹਾਂ ਰਜਾਈਆਂ ਨਹੀਂ ਹੁੰਦੀਆਂ ਜਾਂ ਤਲਾਈਆਂ, ਖਾਸ ਕਰਕੇ ਮਾਤਾਵਾਂ ਭੈਣਾਂ ਨੂੰ ਪਤਾ ਹੋਏਗਾ, ਹੁਣ ਨਗੰਦੀਆਂ ਜਾਂਦੀਆਂ ਸੀ, ਕਾਹੇ ਸ਼ੀਪੋ ਸ਼ਾਇਲੈ, ਸ਼ਾਇਲੈ ਕਹਿੰਦੇ ਉੱਪਰ ਜਿਹੜਾ ਉਹਦੇ ਚੜਾ ਕੇ ਗਲਾਫ ਤੇ ਉਹਨੂੰ ਨਗੰਦਦੇ ਹੁੰਦੇ ਸੀ। ਉਹਦੀ ਕਿਰਤ ਵੀ ਨਾਲ ਹੈ। ਆਡ ਦਾਮ ਕੋ ਸ਼ੀਪਰੋ ਹੋਇਓ ਲਖੀਨਾ। ਜੇ ਭਗਤ ਕਬੀਰ ਜੀ ਬਾਰੇ ਸੁਣਿਆ, ਨਾਲ ਹੀ ਬੁਣਨੇ ਤਨਣੇ ਦੀ ਗੱਲ ਆ ਗਈ। ਜੇ ਭਗਤ ਰਵਿਦਾਸ ਜੀ ਬਾਰੇ ਸੁਣਿਆ, ਰਵਿਦਾਸ ਢਵੰਤਾ ਢੋਰ ਨੀਤ। ਢੋਰ ਕਿਹਨੂੰ ਕਹਿੰਦੇ ਜੀ? ਮੁਰਦਾ ਬੈਲ, ਪਸ਼ੂ, ਢੋਣਾ ਉਹਨਾਂ ਨੂੰ, ਕਿਰਤ। ਜੇ ਭਗਤ ਸੈਨ ਜੀ ਬਾਰੇ ਸੁਣਿਆ, ਸੈਨ ਨਾਈ ਬੁਤਕਾਰੀਆ। ਬੁਤਕਾਰੀਆ ਕਿਹਨੂੰ ਕਹਿੰਦੇ ਆ? ਫਿਜ਼ੀਓਥੈਰੇਪੀ ਵਾਲੇ। ਕਿਸੇ ਦੀਆਂ ਲੱਤਾਂ ਤੇ ਬੁੱਤੀਆਂ ਭਰਨੀਆਂ, ਜੇ ਬਾਹਾਂ ਦੇ ਵਿੱਚ ਪੇਨ ਹੈ ਤੇ ਉਹਨਾਂ ਨੂੰ ਦਬਾਉਣਾ, ਉਹ ਉਦੋਂ ਬੁਤਕਾਰੀਆ ਕਹਿੰਦੇ ਸੀ, ਅੱਜ ਫਿਜ਼ੀਓਥੈਰੇਪੀ ਕਹਿ ਦਿੰਦੇ ਆਪਾਂ। ਕਿਰਤ 4 ਭਗਤਾਂ ਦੀ ਕਿਰਤ ਨਾਲ ਆਈ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਇਹ ਬਿਧ ਸੁਣ ਕੇ ਜਾਟ ਰੋ। ਬਿਧ, ਬਿਧ ਦਾ ਅਰਥ ਕੀ ਹੁੰਦਾ ਜੀ? ਵਿਧੀ, ਤਰੀਕਾ। ਇਹ ਤਰੀਕਾ ਸੁਣ ਕੇ, ਜਿਹੜਾ ਉਹਨਾਂ 4 ਭਗਤਾਂ ਦਾ ਤਰੀਕਾ ਸੀ, ਭਗਤ ਨਾਮਦੇਵ ਜੀ ਦਾ ਸੀ, ਕਿਰਤ ਕਰਦੇ ਨੇ। ਭਗਤ ਕਬੀਰ ਜੀ ਦਾ ਸੀ, ਕਿਰਤ ਨਾਲ ਜੁੜੀ ਹੈ। ਜੇ ਭਗਤ ਰਵਿਦਾਸ ਜੀ ਦਾ ਹੈ, ਰਵਿਦਾਸ ਢਵੰਤਾ ਢੋਰ ਨੀਤ, ਕਿਰਤ ਜੁੜੀ ਹੈ। ਜੇ ਭਗਤ ਸੈਣ ਜੀ ਦਾ ਹੈ, ਸੈਣ ਨਾਈ ਬੁਤਕਾਰੀ ਆ, ਉਹ ਘਰ ਘਰ ਸੁਣਿਆ, ਕਿਰਤ ਜੁੜੀ ਹੈ ਨਾਲ। ਇਹ ਬਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਇਹ ਤਰੀਕਾ ਸੁਣ ਕੇ ਭਗਤ ਧੰਨਾ ਜੀ ਵੀ ਉਹਨਾਂ ਦੇ ਵਾਂਗ ਭਗਤੀ ਕਰਨ ਲੱਗ ਪਏ। ਇਹਦਾ ਮਤਲਬ ਕਿਰਤ ਦੇ ਨਾਲ ਜੁੜ ਕੇ। ਕਰਤਾ ਚਿੱਤ ਦੇ ਵਿੱਚ ਹੋਵੇ ਤੇ ਕਿਰਤ ਤਨ ਦੇ ਨਾਲ ਕੀਤੀ ਜਾਵੇ, ਇਹਨੂੰ ਭਗਤੀ ਕਹਿੰਦੇ ਜੀ। ਨੁਕਤਾ ਫਿਰ ਦੁਬਾਰਾ ਦੁਹਰਾ ਦਿਆਂ। ਹਾਥ ਪਾਉ ਕਰ ਕਾਮ ਸਭ। ਇਹ ਪੰਕਤੀ ਤੇ ਬਹੁਤ ਵਾਰ ਪੜ੍ਹੀ ਸੁਣੀ ਹੈ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਕਿਉਂਕਿ ਪ੍ਰਮਾਤਮਾ ਦੇ ਨਾਲੋਂ ਤੇ ਚਿੱਤ ਹੀ ਟੁੱਟਿਆ ਹੋਇਆ ਨਾ। ਗੁਰੂ ਜੀ ਨੂੰ ਪੁੱਛ ਲੈਂਦੇ। ਗੁਰੂ ਸਾਹਿਬ ਜੀ ਕਹਿੰਦੇ, ਵਿੱਚੋਂ ਗਰਭੈ ਨਿਕਲ ਆਇਆ। ਜਨਮ ਹੋ ਗਿਆ, ਜਦੋਂ ਗਰਭ ਚੋਂ ਬਾਹਰ ਆ ਗਿਆ ਬੱਚਾ, ਵਿੱਚੋਂ ਗਰਭੈ ਨਿਕਲ ਆਇਆ। ਅਗਲੀ ਪੰਕਤੀ ਕੀ ਹੈ ਜੀ? ਖਸਮ ਵਿਸਾਰ ਦੁਨੀ ਚਿੱਤ ਲਾਇਆ। ਰੱਬ ਨੂੰ ਭੁਲਾ ਕੇ ਚਿੱਤ ਦੁਨੀਆ ਨਾਲ ਜੋੜਦਾ। ਫਿਰ ਕਿਹੜੀ ਚੀਜ਼ ਟੁੱਟੀ ਰੱਬ ਨਾਲੋਂ? ਚਿੱਤ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ
ਅਮਰ ਵਰਤਾਇਆ। ਅਮਰ ਕਹਿੰਦੇ ਨੇ ਹੁਕਮ। ਮਾਇਆ ਦਾ ਹੁਕਮ ਵਰਤਣ ਲੱਗ ਪਿਆ ਕਦੋਂ? ਜਦੋਂ ਲਿਵ ਛੁੜਕੀ। ਰੱਬ ਨਾਲੋਂ ਕੀ ਚੀਜ਼ ਟੁੱਟੀ ਹੈ ਜੀ? ਲਿਵ। ਤੇ ਜਿਹੜੀ ਚੀਜ਼ ਟੁੱਟੀ ਜੋੜਨੀ ਤੇ ਉਹੀ ਚਾਹੀਦੀ ਹੈ ਨਾ। ਸਾਡੇ ਤਨ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਚਿੱਤ ਨਹੀਂ। ਚਿੱਤ ਦੇ ਵਿੱਚ ਕਿਸੇ ਹੋਰ ਨੂੰ ਜਿਹੜਾ ਸਾਡੇ ਬਿਠਾਇਆ ਗਿਆ ਵਾ, ਤਨ ਜਿਹੜਾ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਪਿਛਲੇ ਦਿਨੀ ਇੱਕ ਬੇਨਤੀ ਕੀਤੀ ਸੀ, ਇਹ ਤਨ, ਇਹ ਸਰੀਰ ਸੰਸਾਰ ਦੀ ਉਪਜ ਹੈ, ਸੰਸਾਰ ਚੋਂ ਪੈਦਾ ਹੋਇਆ। ਰੱਬ ਨੇ ਸੰਸਾਰ ਚੋਂ ਪੈਦਾ ਕੀਤਾ ਹੈ। ਮਿੱਟੀ ਤੋਂ ਅੰਨ ਪੈਦਾ ਹੋਇਆ, ਅੰਨ ਤੋਂ ਰਕਤ ਬਣਿਆ, ਰਕਤ ਤੋਂ ਬੀਰਜ, ਬੀਰਜ ਤੋਂ ਫਿਰ ਤਨ, ਤੇ ਤਨ ਫਿਰ ਖਤਮ ਹੋ ਕੇ ਮਿੱਟੀ। ਤਨ ਨੂੰ ਜੋ ਕੁਝ ਵੀ ਚਾਹੀਦਾ ਹੈ ਉਹ ਸੰਸਾਰ ਚੋਂ ਮਿਲਣਾ ਹੈ। ਇਹਨੂੰ ਸਾਹ ਲੈਣ ਦੀ ਹਵਾ ਚਾਹੀਦੀ ਹੈ, ਉਹ ਹਵਾ ਸਮਾਧੀ ਲਾਇਆ ਤੇ ਨਹੀਂ ਮਿਲਣੀ, ਉਹ ਕੋਈ ਕਰਮਕਾਂਡ ਕੀਤਿਆਂ ਤੇ ਨਹੀਂ ਮਿਲਣੀ, ਉਹ ਸੰਸਾਰ 'ਚ ਹੈ। ਤਨ ਨੂੰ ਜਿਉਂਦਿਆਂ ਰੱਖਣ ਲਈ ਪਾਣੀ ਦੀ ਲੋੜ ਹੈ, ਸੰਸਾਰ ਹੈ। ਤਨ ਨੂੰ ਜਿਉਂਦਿਆਂ ਰੱਖਣ ਲਈ ਅੰਨ ਦੀ ਲੋੜ ਹੈ, ਜ਼ਮੀਨ ਹੈ, ਧਰਤੀ ਹੈ, ਸੰਸਾਰ ਹੈ। ਤਨ ਨੂੰ ਜੋ ਕੁਝ ਵੀ ਚਾਹੀਦਾ ਹੈ ਉਹ ਸੰਸਾਰ ਵਿੱਚ ਹੈ, ਤੇ ਮਨ ਨੂੰ ਜੋ ਕੁਝ ਵੀ ਚਾਹੀਦਾ ਹੈ ਉਹ ਸੰਸਾਰ ਵਿੱਚ ਨਹੀਂ, ਉਹ ਨਿਰੰਕਾਰ ਦੇ ਨਾਲ ਜੁੜਿਆ ਹੋਇਆ ਹੈ। ਮਨ ਜੋੜਨਾ ਹੈ, ਉੱਧਰ ਲਿਵ ਜੋੜਨੀ ਹੈ, ਚਿੱਤ ਜੋੜਦਾ ਹੈ। ਮੈਂ ਕਈ ਵਾਰ ਸੋਚਦਾ ਹੁੰਦਾ, ਅਸੀਂ ਜਦੋਂ ਅਰਦਾਸ ਕਰਦੇ ਹਾਂ ਨਾ, ਹੁਣ ਵੀ ਅਰਦਾਸ ਹੋਈ ਸੀ, ਅਖੀਰ ਵਿੱਚ ਇੱਕ ਵਚਨ ਪੜ੍ਹਦੇ ਹਾਂ, ਸੇਈ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੈ। ਕਿੱਡੀ ਵੱਡੀ ਗੱਲ ਹੈ ਕਿ ਮੇਰੇ ਵਾਹਿਗੁਰੂ ਮੈਨੂੰ ਗੁਰਮੁਖ ਪਿਆਰੇ ਮੇਲ, ਮਿਲਾਪ ਹੋਏ। ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਕਿੰਨੀ ਵੱਡੀ ਤਾਂਘ ਹੈ ਗੁਰਸਿੱਖ ਨੂੰ ਮਿਲਣ ਦੀ, ਗੁਰਮੁਖ ਨੂੰ ਮਿਲਣ ਦੀ। ਤੇ ਗੁਰਬਾਣੀ ਵਿੱਚ ਗੁਰੂ ਸਾਹਿਬ ਪਤਾ ਕੀ ਕਹਿੰਦੇ ਆ? ਗੁਰੂ ਜੀ ਕਹਿੰਦੇ, ਜਿਸ ਦਿਨ ਤੇਰੀ ਅਰਦਾਸ ਪੂਰੀ ਹੋ ਗਈ, ਤੈਨੂੰ ਜ਼ਿੰਦਗੀ 'ਚ ਗੁਰਮੁਖ ਮਿਲ ਗਿਆ, ਜਿਹੜਾ ਅਸਲੀ ਗੁਰਮੁਖ ਹੈ ਨਾ, ਉਹ ਮਿਲ ਗਿਆ। ਯਾਦ ਰੱਖੀ, ਕਿਤੇ ਉਸ ਗੁਰਮੁਖ ਦੇ ਨਾਲ ਚਿੱਤ ਨਾ ਲਾ ਲਈ। ਇੱਥੇ ਕੋਈ ਗੁਰੂ ਨੂੰ ਕੁਛ ਕਵੇ ਕੋਈ ਨਹੀਂ, ਤੇ ਜੇ ਕਿਸੇ ਬਾਬੇ ਨੂੰ ਕੁਛ ਕਹਿ ਦਿੱਤਾ ਬਸ ਦੁਆਲੇ ਹੋ ਜਾਓ, ਸਾਡੇ ਬਾਬਾ ਜੀ। ਫਿਰ ਚਿੱਤ ਦੇ ਵਿੱਚ ਕੌਣ ਹੈ? ਗੁਰੂ ਤਾਂ ਨਾ ਰਹਿ ਗਿਆ। ਚਿੱਤ ਵਿੱਚ ਤੇ ਗੁਰੂ ਹੋਣਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਗੁਰਮੁਖ ਜ਼ਿੰਦਗੀ 'ਚ ਮਿਲੇ, ਵੱਡੇ ਭਾਗਾਂ ਦੀ ਨਿਸ਼ਾਨੀ ਜੀਵਨ 'ਚ ਗੁਰਮੁਖ ਮਿਲ ਜੇ। ਤੇ ਜਿੱਦਣ ਗੁਰਮੁਖ ਮਿਲਿਆ, ਉਹਦੇ ਨਾਲ ਮਿੱਤਰਤਾਈ ਬਣਾਵੀਂ, ਸੱਜਣਤਾਈ ਬਣਾਵੀਂ, ਉਹਦੇ ਨਾਲ ਲੈਣ ਦੇਣ ਵਰਤੋਂ ਵਿਹਾਰ ਰੱਖੀ, ਪਰ ਵੇਖੀ ਕਿਤੇ ਦਿਲ ਨਾ ਉਹਦੇ ਨਾਲ ਲਾਣੀ, ਚਿੱਤ ਨਾ ਲਾਣੀ। ਉਹ ਪੁੱਛੇ ਗੁਰੂ ਜੀ ਫਿਰ ਚਿੱਤ ਕਿਹਦੇ ਨਾਲ ਲਾਈਏ? ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਸਿਓ ਕਰ ਦੋਸਤੀ, ਗੁਰਮੁਖ ਦੇ ਨਾਲ ਦੋਸਤੀ ਕਰ। ਸਤਿਗੁਰ ਸਿਓ ਲਾਏ ਚਿੱਤ, ਪਰ ਚਿੱਤ ਆਪਣੇ ਸਤਿਗੁਰੂ ਨਾਲ ਲਾ ਕੇ ਰੱਖੀ। ਚਿੱਤ ਜੋੜਨਾ ਹੈ, ਆਪਣਾ ਮਨ ਜੋੜਨਾ ਹੈ, ਆਪਣੀ ਸੋਚ ਜੋੜਨੀ ਹੈ, ਆਪਣੇ ਵਿਚਾਰ ਜਿਹੜੇ ਨੇ ਉਹ ਜੋੜਨੇ ਸੀ। ਤਨ ਨੂੰ ਕਿਰਤ ਦੇ ਨਾਲ ਜੋੜ ਕੇ ਰੱਖਣਾ ਸੀ। ਅਫਸੋਸ, ਤਨ ਨੂੰ ਉਸ ਪਾਸੇ ਧੱਕ ਦਿੱਤਾ ਤੇ ਵਿਚਾਰ ਦੂਜੇ ਪਾਸੇ ਕਰ ਦਿੱਤੇ, ਉਲਟੀ ਖੇਡ ਬਣਾਤੀ ਨਾ। ਗੁਰੂ ਬਖਸ਼ਿਸ਼ ਕਰੇ, ਸਮਾਂ ਬੜਾ ਸੀਮਿਤ ਜਿਹਾ ਹੈ। ਮੈਂ ਜਿਹੜੀ ਭਗਤ ਧੰਨਾ ਜੀ ਦੇ ਪਰਥਾਏ, ਕਿਉਂਕਿ ਕਿਰਤੀਆਂ ਦੀ ਗੱਲ ਹੈ, ਕਿਸਾਨੀ ਅੰਦੋਲਨ ਦੇ ਨਾਲ ਜੁੜੇ, ਇਹ ਹਮੇਸ਼ਾ ਕਿਰਤੀ ਦੀ ਜਿੱਤ ਹੋਵੇਗੀ ਜੀ। ਕਦੇ ਵੀ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ, ਕਿਰਤੀ ਕਦੇ ਨਹੀਂ ਹਾਰਦਾ। ਜਿੱਦਣ ਕਿਰਤ ਹਾਰ ਗਈ ਨਾ, ਉਦੋਂ ਕਰਤਾ ਵੀ ਹਾਰ ਗਿਆ ਸਮਝੋ। ਹਮੇਸ਼ਾ ਹੰਕਾਰ ਹਾਰਦਾ ਹੈ, ਰਾਜਸੀ ਸੱਤਾ ਹਾਰਦੀ ਹੈ, ਪਰ ਕਿਰਤ ਨਹੀਂ ਹਾਰਦੀ। ਜਦ ਤੱਕ ਕਰਤਾ ਹੈ ਤਦ ਤੱਕ ਕਿਰਤ ਵੀ ਰਹੇਗੀ, ਇਹਦੀ ਜੈ ਜੈਕਾਰ ਰਹਿਣੀ ਹੈ। ਪੁਰਾਣੇ ਇਤਿਹਾਸ ਪੜ੍ਹ ਕੇ ਵੇਖ ਲਓ, ਕਿਰਤੀ ਹਮੇਸ਼ਾ ਜਿੱਤੇ ਜੇ। ਜਿੱਤ ਹੀ ਕਿਰਤੀਆਂ ਦੀ ਹੋਈ ਹੈ। ਵੱਡੇ ਵੱਡੇ ਰਾਜੇ ਰਾਣੇ ਜਿਹੜੇ ਸੀ ਮਿੱਟੀ 'ਚ ਮਿਲ ਗਏ, ਕਿਰਤੀਆਂ ਦੀ ਜੈ ਜੈਕਾਰ ਰਹੀ ਸਦਾ। ਗੁਰੂ ਬਖਸ਼ਿਸ਼ ਕਰੇ ਨੁਕਤੇ ਸਮਝ ਵਿੱਚ ਆ ਜਾਣ। ਭਗਤ ਧੰਨਾ ਜੀ ਦੇ ਪਰਥਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ।
ਉਹ ਸਾਰੀ ਤਸਵੀਰ ਬਿਆਨ ਕੀਤੀ ਜਿਹੜੀ ਮੈਂ ਸਾਖੀ ਪਹਿਲਾਂ ਤੁਹਾਨੂੰ ਦੱਸੀ ਹੈ ਕਿ ਸਾਨੂੰ ਸੁਣਾਈ ਜਾਂਦੀ ਰਹੀ ਹੈ। ਉਹਦੇ 'ਚ ਦੋ ਪਾਤਰ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਹੈ ਭਗਤ ਧੰਨਾ, ਇੱਕ ਹੈ ਉਸ ਵੇਲੇ ਦਾ ਉਹ ਵਿਪਰ ਜਿਹੜਾ ਜਿਹਨੇ ਉਹ ਅਡੰਬਰ ਸਿਰਜਿਆ ਹੋਇਆ ਹੈ, ਜਿਹੜਾ ਠਾਕੁਰ ਦੀ ਪੂਜਾ ਕਰ ਰਿਹਾ ਹੈ, ਪੱਥਰ ਦੀ ਪੂਜਾ ਕਰ ਰਿਹਾ ਹੈ। ਉਹਦਾ ਨਾਂ ਕੁਝ ਵਿਦਵਾਨਾਂ ਨੇ ਤਰਲੋਚਨ ਕਰਕੇ ਲਿਖਿਆ। ਮੈਂ ਇੱਕ ਨੁਕਤਾ ਹੋਰ ਸਾਂਝਾ ਕਰ ਦਿਆਂ। ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਗੁਰੂ ਜਿਨ੍ਹਾਂ ਕਾ ਅੰਦੁਲਾ। ਗੁਰੂ ਕੌਣ ਹੈ ਜੀ? ਅਗਵਾਈ ਕਰਨ ਵਾਲਾ, ਰਸਤਾ ਦੱਸਣ ਵਾਲਾ, ਮਾਰਗ ਦੱਸਣ ਵਾਲਾ। ਪੜ੍ਹਦੇ ਆ ਨਾ, ਬਿਨ ਸਤਿਗੁਰ ਬਾਟ ਨਾ ਪਾਵੈ, ਜਾਂ ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰੂ ਮਾਰਗ ਦੱਸਣ ਵਾਲਾ ਹੈ, ਰਸਤਾ ਦੱਸਣ ਵਾਲਾ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦਾ ਗੁਰੂ ਅੰਦੁਲਾ ਹੋਵੇ। ਅੰਦੁਲਾ ਦਾ ਅਰਥ ਕੀ ਹੈ? ਅਗਿਆਨੀ, ਜਿਹਨੂੰ ਦਿਸਦਾ ਨਹੀਂ ਹੈ ਸੱਚ ਦਾ ਮਾਰਗ। ਤੇ ਜਿਹੜੇ ਉਹਦੀ ਸਿੱਖ ਹੋਣ, ਉਹਦੇ ਆਖੇ ਲੱਗਣ। ਸਿੱਖ ਵੀ ਅੰਧੇ ਕਰਮ ਕਰੇਨ। ਇਹ ਕਦੀ ਹੋ ਸਕਦਾ ਕਿ ਗੁਰੂ ਅੰਧਲਾ ਹੋਵੇ ਤੇ ਸਿੱਖ ਜਿਹੜਾ ਹੈ ਉਹ ਮੰਜ਼ਿਲ ਤੇ ਪਹੁੰਚ। ਫਿਰ ਗੁਰੂ ਜੀ ਨੂੰ ਪੁੱਛ ਲੈਂਦੇ ਆਪਾਂ। ਗੁਰੂ ਜੀ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਆ। ਕੱਚਾ ਗੁਰੂ ਕਦੇ ਤੁਹਾਨੂੰ ਮੁਕਤੀ ਦੇ ਹੀ ਨਹੀਂ ਸਕਦਾ। ਮੁਕਤ ਦਾ ਅਰਥ ਕੀ ਹੈ? ਵਿਕਾਰਾਂ ਦੇ ਬੰਧਨ, ਕਰਮ, ਹੋਰ ਜਿੰਨੇ ਵੀ ਬੰਧਨ, ਇਹਨਾਂ ਤੋਂ ਆਜ਼ਾਦ ਕਰਨਾ ਜੀਵਨ। ਕੱਚਾ ਗੁਰੂ ਕਦੇ ਨਹੀਂ। ਇਸੇ ਲਈ ਵਾਰ-ਵਾਰ ਬਾਣੀ 'ਚ ਬਚਨ ਆਉਂਦਾ ਹੈ, ਨਾਨਕ ਕੱਚੜਿਆਂ ਸਿਓ ਤੋੜ, ਕੱਚਿਆਂ ਨਾਲੋਂ ਤੋੜ ਦੇ, ਢੂੰਡ ਸੱਜਣ ਸੰਤ ਪੱਕਿਆ। ਇਹਦਾ ਮਤਲਬ ਕੱਚੇ ਜਿਹੜੇ ਨੇ ਉਹ ਕਦੇ ਕਾਮਯਾਬ ਨਹੀਂ ਕਰ ਸਕਦੇ। ਤੇ ਸਾਖੀ ਵਿੱਚ ਤੇ ਇਹ ਗੱਲ ਦੱਸੀ ਗਈ ਹੈ ਕਿ ਉਹ ਜਿਹੜਾ ਸੀ ਉਹਨੇ ਠੱਗਿਆ ਭਗਤ ਧੰਨੇ ਨੂੰ, ਗਾਂ ਲੈ ਕੇ, ਤੇ ਉਹਦੇ ਬਦਲੇ 'ਚ ਉਹਨੇ ਪੱਥਰ ਦੇਤਾ, ਆਪੇ ਠੋਕਰਾਂ ਮਾਰਦਾ ਫਿਰੇ। ਇਹਦਾ ਮਤਲਬ ਤੇ ਅੰਧਲਾ ਹੈ, ਉਹ ਤੇ ਕੱਚਾ ਹੈ। ਜੇ ਉਹ ਕੱਚਾ ਹੈ, ਉਹ ਅੰਧਲਾ ਹੈ, ਤੇ ਕੱਚੇ ਦੇ ਦੱਸੇ ਹੋਏ ਕਰਮ ਕਾਂਡ ਕਰਨ ਦੇ ਨਾਲ ਮੰਜ਼ਿਲ ਕਿਵੇਂ ਮਿਲ ਸਕਦੀ ਹੈ? ਕਿਉਂਕਿ ਗੁਰਬਾਣੀ ਬਿਲਕੁਲ ਇਸ ਚੀਜ਼ ਨੂੰ ਨਹੀਂ ਮੰਨਦੀ। ਗੁਰਬਾਣੀ ਕਹਿੰਦੀ ਹੈ ਹਾਂ, ਜੇ ਪੱਕਾ ਹੈ, ਸੱਚਾ ਹੈ, ਸੱਚ ਦੇ ਲੜ ਲੱਗੇ ਹੋ, ਸਚਿਆਰ ਹੋਵੋਗੇ, ਸੱਚ ਦੇ ਨਾਲ ਇੱਕ ਮਿੱਕ ਹੋ ਜਾਓਗੇ। ਕੱਚ ਦੇ ਨਾਲ ਜੁੜ ਕੇ ਕਦੇ ਸੱਚ ਨਾਲ ਇੱਕ ਮਿੱਕ ਨਹੀਂ ਹੋਇਆ ਜਾਂਦਾ। ਉੱਥੇ ਬਚਨ ਆਉਂਦਾ ਹੈ ਭਾਈ ਗੁਰਦਾਸ ਜੀ ਦਾ। ਉਹ ਕਹਿੰਦੇ ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਆਵੈ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਕਿਸੇ ਕਮਿਊਨਿਟੀ ਨੂੰ ਬਾਹਮਣ ਨਹੀਂ ਜੇ ਕਿਹਾ ਜਾਂਦਾ। ਮਤਾ ਸੋਚਣਾ ਸ਼ਾਇਦ ਇਹ ਸਾਡੀ ਕਮਿਊਨਿਟੀ ਜਾਂ ਕਿਸੇ ਦੀ ਕਮਿਊਨਿਟੀ ਦੀ ਗੱਲ। ਬਾਹਮਣ ਇੱਕ ਜਮਾਤ ਹੈ, ਕੁਛ ਲੋਕ ਹੁੰਦੇ ਨੇ ਜਿਹੜੇ ਆਗੂ ਬਣ ਕੇ ਧਰਮ ਦੇ ਨਾਂ 'ਤੇ ਬੈਠੇ ਹੁੰਦੇ ਆ। ਉਹ ਸਾਡੇ ਵਿੱਚ ਵੀ ਹੈ, ਬਾਬਾ ਲਫ਼ਜ਼ ਕਹਿ ਲਓ, ਪ੍ਰਚਲਿਤ ਹੋ ਗਿਆ ਹੁਣ ਇਹੀ। ਪਹਿਲਾਂ ਪੁਜਾਰੀ ਕਿਹਾ ਜਾਂਦਾ ਸੀ। ਦੋ ਪਾਤਰ ਨੇ, ਇੱਕ ਦਾ ਕਰਮ ਹੈ ਉਹ ਦੇਵਤਿਆਂ ਦੀ ਪੂਜਾ ਕਰ ਰਿਹਾ ਪੱਥਰਾਂ ਬਣਾ ਕੇ, ਦੂਜੇ ਦਾ ਕਰਮ ਹੈ ਉਹ ਪਸ਼ੂ ਚਾਰ ਰਿਹਾ ਹੈ। ਇਹਦਾ ਮਤਲਬ ਕਿਰਤ ਕਰ ਰਿਹਾ, ਕਿਰਤੀ ਹੈ। ਜੈਪੁਰ ਤੋਂ ਮੇਰੇ ਖਿਆਲ ਨਾਲ 125 ਕਿਲੋਮੀਟਰ ਕਿ 100 ਕਿਲੋਮੀਟਰ ਦੀ ਰੇਂਜ ਦੇ ਵਿੱਚ ਹੈ ਜਿੱਥੇ ਭਗਤ ਧੰਨਾ ਜੀ ਦਾ ਉਹ ਸਾਰਾ ਜਗ੍ਹਾ ਹੈ। ਮੈਂ ਉਸ ਸਥਾਨ 'ਤੇ ਗਿਆ ਹੋਇਆ। ਸ਼ਾਇਦ ਟਾਂਕ ਕੀ ਇਸ ਤਰ੍ਹਾਂ ਕਰਕੇ ਉਹਦਾ ਜਿਹੜਾ ਉੱਥੋਂ ਦਾ ਹੈਗਾ ਏ ਏਰੀਆ ਹੈ, ਉਹਦਾ ਨਾਮ ਆ, ਮਸ਼ਹੂਰ ਹੈ। ਮੈਂ ਉਹ ਜਗ੍ਹਾ ਦੇਖੀ ਹੋਈ ਹੈ, ਉਹ ਖੂਹ ਵੀ ਦੇਖਿਆ ਹੋਇਆ ਜਿਹੜਾ ਭਗਤ ਧੰਨਾ ਜੀ ਦਾ ਹੈ, ਜਿੱਥੇ ਉਹ ਪਸ਼ੂ ਚਾਰਦੇ ਹੁੰਦੇ ਸੀ, ਖੇਤੀ ਕਰਦੇ ਰਹੇ ਨੇ। ਭਗਤ ਧੰਨਾ ਜੀ ਪਸ਼ੂ ਚਾਰ ਰਹੇ ਨੇ। ਧੰਨਾ ਗਊ ਚਰਾਵਣ ਆਵੈ। ਅੱਗੇ ਕੀ ਕਿਹਾ? ਧੰਨੈ ਡਿੱਠਾ ਚਲਤ ਇਹ। ਉਹਨਾਂ ਨੇ ਇੱਕ ਚਰਿੱਤਰ ਦੇਖਿਆ। ਚਰਿੱਤਰ ਦਾ ਅਰਥ ਕੀ ਹੈ ਜੀ? ਨਾਟਕ, ਤਮਾਸ਼ਾ, ਡਰਾਮਾ। ਹੁਣ ਤਮਾਸ਼ਾ ਜਿਹੜਾ ਹੈ, ਡਰਾਮਾ ਜਿਹੜਾ ਹੈ, ਨਾਟਕ ਜਿਹੜਾ ਹੈ, ਉਹ ਕਿਹਨੂੰ ਕਿਹਾ ਜਾਂਦਾ ਹੈ? ਇਹਦਾ ਮਤਲਬ ਰਿਐਲਿਟੀ ਨਹੀਂ ਹੈ। ਭਗਤ ਧੰਨਾ ਜੀ ਨੇ ਉੱਥੇ ਇੱਕ ਤਮਾਸ਼ਾ ਦੇਖਿਆ, ਡਰਾਮਾ ਦੇਖਿਆ। ਉਹ ਪੁੱਛਦੇ ਨੇ, ਪੁੱਛਦੇ ਨੇ ਇਹ ਕੀ ਕਰ ਰਹੇ? ਬਾਹਮਣ ਆਖ ਸੁਣਾਵੇ। ਉਹ ਅੱਗੋਂ ਜਿਹੜਾ ਵਿਪਰ ਹੈ ਉਹਨੂੰ ਫਿਰ ਆਖ ਕੇ ਸੁਣਾਉਂਦਾ ਹੈ, ਦੱਸਦਾ ਹੈ। ਕਹਿੰਦਾ ਮੈਂ ਠਾਕੁਰ ਦੀ ਸੇਵਾ ਕਰਾਂ, ਮੈਂ ਠਾਕੁਰ ਦੀ ਸੇਵਾ ਕਰ ਰਿਹਾ। ਇਹ ਰੱਬ ਹੈ, ਦੇਵਤੇ ਦੀ ਸੇਵਾ ਕਰ ਰਿਹਾ।
जो इच्छा सो ही फल पावे, क्योंकि ਇਹਦੀ सेवा करके जो भी मन च इच्छा होती सारा फल मिल जाता है। जो भी इच्छा होती है वो सानू मिल जाता है। ਜਦੋਂ ਇੰਨੀ ਗੱਲ ਕਹੀ ਤੇ ਅੱਗੋਂ ਭਗਤ ਧੰਨਾ ਜੀ ਫਿਰ ਉਹਨੂੰ ਕਹਿੰਦੇ ਨੇ, ਕਹਿੰਦੇ ਵੀ ਜੇ ਇਹ ਠਾकुर ਇੰਨਾ कहना है कि तू इच्छा पूरियां करने वाला, ਇਹਦੀ सेवा की सारिया मनोकामना पूरियां होंदियां, फिर एक मैनू भी दे दे, मैं भेज दे एक, जे आख सुनावे मैनू भी एक दे, मेरिया भी जो इच्छा होणगियां मैं आपे इहदे कोल पुछ लांगा, पूरियां कर लवांगा। पत्थर एक लपेट कर दे धन्ने नूं गैल छडावे। गैल कहंदे ने खैड़ा, किसी का खैड़ा छडाउणा, किसी तो जिस तरह कहें गल छडाउणा कह लो, पिछा छडाउणा कह लो। एक पत्थर लपेट के उन्हें कपड़े विच उहनूं देख के भगत धन्ने तो खैड़ा छडाया, या ले जा। ਇਹਦਾ मतलब है कि सच नहीं है, खैड़ा छड़ा रहा है, गलों ला रहा अपने वालों भी जा इत्थों तू। ते जदों उन्हें पत्थर लपेट के दिता ते नाल फिर दस्सिया तू करना की है, वो फिर उन्होंने अगों दसदा है वो बिपर जिहड़ा है, कहंदा इस ठाकुर दा इशनान कराउणा है, इहनूं लस्सी ते रोटी दा भोग लवाउणा है, ठाकुर नूं नवाल के इशनान करावी। साडे बहुत सारे लोग इस तरह थड़ियां ते कोई कच्ची लस्सी ते कोई दुध पा पा के जिन्ने भी निशान साहब है ना, बहुते निशान साहबां दे पाई भी गाल के रख दिते साडे लोकां ने, संध्याइयां वालियां चीज़ां पा पा के फिसलन करके रख दी। वो कहता ठाकुर नूं नवाल के इहदा इशनान करा के शाह रोटी लै भोग चढ़ावे, रोटी ते लस्सी लैके इहनूं भोग लवावी, हथ पैरी पै पै मिन्नतां करे, हथ जोड़ के दे अगे सिर झुका के अरदासां करनियां ने इस ठाकुर दे अगे। इत्थों तक जाना है हों भी मूँह ना जुठाल सा, भी हे तद तक मैं भी अपना मूँह जूठा नहीं करना जद तक तू भोग नहीं लवाउंदा, जब तक मैं भोग ना लवावां। विपर कह रहा मैं भी अपना मूँह जूठा नहीं करता, भाव पहला भोग लवाउणा ठाकुर नूं फिर मैं कुछ खाना। हुण अगों भगत धन्ना जी सवाल करते हैं, ये मैं हुण तां थोड़ा जिहा चल रहा क्योंकि जे तुहाडे कोल किते हुंदा सामने तुसीं भी देखदे कि हाँ असल दे विच है की ते असीं अज तक सुनिया की। वो कहंदा भी हों भी मूँह ना जुठाल सा, तद तक मैं भी अपना मूँह जूठा नहीं करता, भाव पहला भोग लवाउणा फिर खाना। अगों भगत धन्ना जी कहंदे तू रूठा मैं किहे ना सुखावे। मैं एक सवाल कर लगा, जे तू गुस्से होया ना मैनूं चंगा नहीं लगना, फिर भाव मेरे सवाल का जवाब दे कि गोसाई प्रतख होए, तू जदों इन्ना कुछ करदा कदी रब प्रगट होया? गोसाई प्रतख होए कि जिन्ना कुछ तू अडंबर कहना मैं करदा रोज, मैं भी मूँह जूठा नहीं करता, पहला भोग लवाउणा है, कि कदी गोसाई प्रतख होया, प्रगट होया? शाह रोटी लै भोग खवावे, कदी उन्हें बाहर आके रोटी ते लस्सी जिहड़ी है ये भोग लाया? इत्थे विपर दे कोल कोई जवाब नहीं। तुहानूं पता होवेगा गुरबाणी वारा ते भाई गुरदास जी की रचना च एक खूबी है, गुरबाणी च कोई शब्द भी होएगा ना रहाओ दियां पंक्तियां उहदा सार तत्त हुंदियां ने, बाकी सारा शब्द उहदी व्याख्या कर रहे हैं। वार दे विच पौड़ी सार तत्त हुंदा है, श्लोक उहदी व्याख्या करते हैं। ते भाई गुरदास जी की रचना दे विच खूबी ये है कि जिहड़ी अखीरली पंक्ति है ना, अखीरली पंक्ति होगी किसी भी पौड़ी की, भाई गुरदास जी की कोई भी पौड़ी तुसीं पढ़ के वेख लो, वार जिहड़ी अखीरली पंक्ति है उसका सार तत्त है, वो असली सार तत्त है।
ਉਹਦੇ ਵਿੱਚ ਫਿਰ ਭਗਤ ਧੰਨਾ ਜੀ ਅੱਗੋਂ ਸਮਝਾਉਂਦੇ ਨੇ, ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਭੋਲਾ ਭਾਓ ਗੋਬਿੰਦ ਮਿਲਾਵੈ। ਅਸਲ ਵਿੱਚ ਜਿਹੜੀ ਬੰਦੇ ਦੀ ਛਲ ਕਪਟ ਤੋਂ ਰਹਿਤ ਭਾਵਨਾ ਹੈ ਨਾ, ਉਹ ਰੱਬ ਨਾਲ ਇੱਕ ਮਿਕ ਕਰਦੀ ਹੈ, ਨਾ ਕਿ ਉੱਪਰਲਾ ਤੇਰਾ ਦੱਸਿਆ ਹੋਇਆ ਅਡੰਬਰ। ਭੋਲਾ ਭਾਓ, ਭੋਲਾ ਕਿਹਨੂੰ ਕਹਿੰਦੇ ਜੀ? ਜਿਹਦੇ ਅੰਦਰ ਕੋਈ ਛਲ ਕਪਟ ਨਾ ਹੋਵੇ, ਕਿਸੇ ਨਾਲ ਈਰਖਾ ਨਾ ਹੋਵੇ, ਮੇਰ ਤੇਰ ਨਾ ਹੋਵੇ, ਉਹਨੂੰ ਕਹਿੰਦੇ ਇਹ ਤਾਂ ਬੜਾ ਭੋਲਾ ਹੈ। ਭਾਓ, ਭਾਓ ਦਾ ਅਰਥ ਹੈ ਪਿਆਰ, ਭਾਵਨਾ, ਪ੍ਰੀਤ। ਛਲ ਕਪਟ ਤੋਂ ਰਹਿਤ ਪਿਆਰ ਜਿਹੜਾ ਹੈ, ਛਲ ਕਪਟ ਤੋਂ ਰਹਿਤ ਪ੍ਰੀਤ ਜਿਹੜੀ ਹੈ, ਗੋਬਿੰਦ ਮਿਲਾਵੈ। ਉਹ ਪ੍ਰੀਤ ਹੀ, ਉਹ ਪਿਆਰ ਹੀ, ਉਹ ਭਾਵਨਾ ਹੀ ਪਰਮਾਤਮਾ ਦੇ ਨਾਲ ਇੱਕ ਮਿਕ ਕਰਦੀ ਜੇ। ਉਹ ਗੁਰੂ ਜੀ ਨੂੰ ਪੁੱਛ ਲੈਂਦੇ ਆ। ਗੁਰੂ ਸਾਹਿਬ ਜੀ ਕਹਿੰਦੇ ਮਨ ਭਾਵਨੀ ਤੇ ਸਿੱਧ ਹੋਏ। ਸਿੱਧ ਦਾ ਅਰਥ ਕੀ ਜੀ? ਕਾਮਯਾਬ। ਮਨ ਦੀ ਭਾਵਨਾ ਦੇ ਉੱਤੇ ਟਿਕਿਆ ਕਾਮਯਾਬੀ। ਜੇ ਮਨ ਦੀ ਭਾਵਨਾ ਨਹੀਂ ਨਾ ਤਾਂ ਛਲ ਕਪਟ ਤੋਂ ਰਹਿਤ, ਭਾਵੇਂ ਕੋਈ ਜਿੰਨੇ ਮਰਜ਼ੀ ਕਰਮਕਾਂਡ ਕਰਦਾ, ਜਿੰਨੀਆਂ ਮਰਜ਼ੀ ਮਾਲਾ ਫੇਰਦਾ, ਜਿੰਨੇ ਮਰਜ਼ੀ ਕੋਈ ਧਰਮ ਦੇ ਨਾਂ ਤੇ ਪਾਠ ਪੂਜਾ ਕਰਦਾ, ਮੈਂ ਬੇਨਤੀ ਕਰਾਂ ਪਰਮਾਤਮਾ ਤੋਂ ਕੋਹਾਂ ਦੂਰ ਹੈ ਜੀਵਨ, ਜੇ ਭਾਵਨਾ ਜਿਹੜੀ ਛਲ ਕਪਟ ਤੋਂ ਰਹਿਤ ਨਹੀਂ ਹੋਈ। ਗੁਰਬਾਣੀ ਪੜ੍ਹਨੀ ਕਾਹਦੇ ਲਈ, ਸੁਣਨੀ ਕਾਹਦੇ ਲਈ ਹੈ? ਸਾਡੀ ਭਾਵਨਾ ਛਲ ਕਪਟ ਤੋਂ ਰਹਿਤ ਹੋ ਜੇ। ਸਾਡੇ ਅੰਦਰੋਂ ਈਰਖਾ, ਦੁਵੈਸ਼, ਚੁਗਲੀ, ਨਿੰਦਿਆ, ਜੋ ਕੁਛ ਵੀ ਜਿੰਨੇ ਵੀ ਇਹ ਔਗਣ ਨੇ, ਇਹ ਸਾਡੇ ਜੀਵਨ ਚੋਂ ਕਿਤੇ ਨਿਕਲ ਜਾਣ, ਸਾਨੂੰ ਸਮਝ ਆ ਜਾਏ ਇਹਨਾਂ ਨੂੰ ਅਸੀਂ ਛੱਡ ਦਈਏ, ਛਲ ਕਪਟ ਤੋਂ ਰਹਿਤ ਹੋ ਜਾਈਏ। ਗੁਰੂ ਬਖਸ਼ਿਸ਼ ਕਰੇ ਇਹ ਨੁਕਤੇ ਸਾਡੀ ਸਮਝ ਵਿੱਚ ਆ ਜਾਣ। ਇੱਥੇ ਸਮਾਪਤੀ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸੰਗਤਾਂ ਨੇ ਅਰਦਾਸ ਕੀਤੀ। ਮੈਂ ਇੱਕ ਬੇਨਤੀ ਕਰਾਂ, ਇਹ ਗੁਰਬਾਣੀ ਪਰਮਾਤਮਾ ਨੇ ਸਾਨੂੰ ਗੁਰੂ ਦੇ ਜ਼ਰੀਏ, ਗੁਰੂ ਜੀ ਦੇ ਰਾਹੀਂ ਬਖਸ਼ਿਸ਼ ਕੀਤੀ ਹੈ। ਇਹ ਰੱਬੀ ਬੋਲ ਨੇ। ਗੁਰੂ ਜੀ ਨੂੰ ਪੁੱਛ ਲੈਂਦੇ ਹਾਂ। ਗੁਰੂ ਜੀ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ। ਖਸਮ ਕਿਹਨੂੰ ਕਿਹਾ ਹੈ? ਮਾਲਕ ਨੂੰ। ਇਸ ਜੱਗ ਮੈਂ ਪੁਰਖ ਏਕ ਹੈ, ਅਕਾਲ ਪੁਰਖ। ਅਕਾਲ ਪੁਰਖ ਦੇ ਬਚਨ ਹੈ, ਇਸ ਲਈ ਬਚਨ ਪੜ੍ਹਦੇ ਹਾਂ ਆਪਹੁ ਬੋਲਣਾ ਜਾਣਦਾ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਹੁ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਇਹ ਅਕਾਲ ਪੁਰਖ ਦੀ ਬਾਣੀ ਹੈ। ਇਹ ਬਾਣੀ ਪੜ੍ਹਨੀ ਜਿਹੜੀ ਹੈ ਅਕਾਲ ਪੁਰਖ ਨੇ ਸਾਨੂੰ ਦਿੱਤੀ ਹੈ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ, ਸਾਡੇ 'ਚ ਇੱਕ ਬੜੀ ਧਾਰਨਾ ਪਾਈ ਗਈ ਕਿਉਂਕਿ ਸਾਨੂੰ ਸਿੱਖੀਜ਼ਮ ਦੀ ਗੱਲ ਹੀ ਹੋਰ ਪਾਸੇ ਦੀ ਦੱਸੀ ਗਈ ਹੈ। ਤੁਸੀਂ ਪਾਠ ਕਰੋ, ਜਦੋਂ ਪਾਠ ਕਰੋਗੇ ਰੱਬ ਫਿਰ ਪਾਠ ਸੁਣ ਕੇ ਖੁਸ਼ ਹੁੰਦਾ ਹੈ। ਰੱਬ ਪਾਠ ਸੁਣਦਾ ਹੈ, ਜੇ ਮਾਤਰਾ ਗਲਤ ਪੜੀ ਗਈ ਨਾ ਉਹ ਫਿਰ ਸਜ਼ਾ ਦਿੰਦਾ ਹੈ। ਮੂੰਹ ਤੇ ਚਪੇੜਾ ਵੱਜਦੀਆਂ, ਸਾਖੀਆਂ ਵੀ ਬਣਾ ਲਈਆਂ। ਰੱਬ ਪਾਠ ਸੁਣਦਾ ਹੈ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ, ਕੀ ਇਹ ਬਾਣੀ ਰੱਬ ਨੇ ਸੁਣਨੀ ਹੈ ਜਾਂ ਰੱਬ ਨੂੰ ਸੁਣਾਉਣੀ ਹੈ? ਆ ਭੋਗ ਦੀ ਸਮਾਪਤੀ ਦੇ ਸਲੋਕ ਤੁਸੀਂ ਸਾਰਿਆਂ ਸਰਵਣ ਕੀਤੇ ਆ। ਹਰੇਕ ਸਲੋਕ ਦੇ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਅੰਸ਼, ਸਾਰ ਅੰਸ਼ ਹੈ। ਤੇ ਕੀ ਗੱਲ ਕਹੀ? ਕਹੋ ਨਾਨਕ ਹਰ ਭਜ ਮਣਾ। ਮਨ ਨੂੰ ਸੁਣਾਉਣੀ ਹੈ। ਕਹੋ ਨਾਨਕ ਸੁਣ ਰੇ ਮਣਾ। ਤੇ ਅਸੀਂ ਅਰਦਾਸ ਕਰਦੇ ਹਾਂ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਨੀ। ਬਾਣੀ ਤੇ ਖੁਦ ਸੱਚਖੰਡ ਹੈ। ਸੱਚਖੰਡ ਕੀ ਹੈ? ਸੱਚਖੰਡ ਵਸੈ ਨਿਰੰਕਾਰ, ਜਿਹਦੇ 'ਚ ਜਿੱਥੇ ਰੱਬ ਵਸਦਾ ਹੈ, ਸ਼ਬਦ ਵਿੱਚ ਰੱਬ ਹੀ ਤੇ ਹੈਗਾ ਹੈ। ਸਤਿਗੁਰ ਵਿੱਚ ਆਪ ਰੱਖੇ ਹੋਣ, ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ, ਸ਼ਬਦ ਦੇ ਵਿੱਚ ਪਰਮੇਸ਼ਰ ਨੇ ਰੱਖਿਆ ਹੈ। ਇਸੇ ਲਈ ਤੇ ਆਪਾਂ ਅਰਦਾਸ ਤੋਂ ਬਾਅਦ ਵੀ ਪੜ੍ਹਦੇ ਦੋਹਰਾ, ਜੋ ਪ੍ਰਭ ਕੋ ਮਿਲਬੋ ਚਾਹੈ ਕੀ ਕਰੇ ਜੀ? ਖੋਜ ਸ਼ਬਦ ਮੈਂ ਲੈ। ਚਲੋ ਆਪਾਂ ਗੁਰੂ ਸਾਹਿਬ ਨੂੰ ਪੁੱਛ ਲੈਂਦੇ ਹਾਂ। ਇਹ ਤੇ ਕਈ ਮੇਰੇ ਅੱਗੇ ਕਹਿ ਦੇਣਗੇ ਵੇਖੋ ਜੀ ਇਹ ਤੇ ਵਿਦਵਾਨ ਨੇ ਲਿਖੀ ਸੀ ਗੱਲ। ਗੁਰੂ ਸਾਹਿਬ ਜੀ ਕਹਿੰਦੇ ਪੋਥੀ ਪਰਮੇਸ਼ਰ ਕਾ ਥਾਨ। ਇਹਦਾ ਮਤਲਬ ਪਰਮੇਸ਼ਰ ਪੋਥੀ ਭਾਵ ਸ਼ਬਦ ਦੇ ਵਿੱਚ ਹੈ, ਬਿਰਾਜਮਾਨ ਹੈ। ਗੁਰੂ ਬਖਸ਼ਿਸ਼ ਕਰੇ ਨੁਕਤਾ ਸਮਝ ਆ ਜੇ। ਗੁਰਬਾਣੀ ਸੱਚਖੰਡ ਹੈ। ਸਾਡੇ ਜੀਵਨ ਨੇ ਗੁਰਬਾਣੀ ਵਿੱਚ ਪ੍ਰਵਾਨ ਹੋਣਾ ਹੈ। ਸਾਡੇ ਜੀਵਨ ਨੇ ਗੁਰਬਾਣੀ ਨਾਲ ਇੱਕਮਿਕ ਹੋਣਾ ਹੈ। ਕਿੰਨਾ ਖੂਬਸੂਰਤ ਹੋਵੇ ਜੇ ਇਹ ਅਰਦਾਸ ਕਰੀਏ, ਮੇਰੇ ਸਤਿਗੁਰੂ ਜੋ ਬਾਣੀ ਪੜ੍ਹੀ ਹੈ, ਸੁਣੀ ਹੈ,
ਇਹ ਮੇਰਾ ਜੀਵਨ ਬਣ ਜੇ ਤੇ ਮੇਰਾ ਜੀਵਨ ਪ੍ਰਵਾਨ ਹੋ ਜੇ, ਮੇਰਾ ਜੀਵਨ ਬਣ ਜੇ, ਮੇਰੀ ਜ਼ੁਬਾਨ ਦੇ ਬੋਲ ਬਣ ਜਾਣ, ਮੇਰੀ ਅੱਖਾਂ ਦੀ ਤੱਕਣੀ ਬਣ ਜੇ ਬਾਣੀ, ਬਾਣੀ ਮੇਰੇ ਕੰਨਾਂ ਦਾ ਸਰੋਤ ਬਣ ਜੇ, ਗੁਰਬਾਣੀ ਮੇਰੇ ਮਨ ਦੀ ਸੋਚ ਬਣ ਜੇ, ਗੁਰਬਾਣੀ ਮੇਰੀ ਕਰਨੀ ਬਣ ਜਾਏ, ਤਾਂ ਕਿ ਮੇਰਾ ਇਹ ਜੀਵਨ ਪ੍ਰਵਾਨ ਹੋ ਜੇ। ਕਿਉਂਕਿ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਨਜ਼ਰ ਦੇ ਵਿੱਚ ਤੇ ਜੀਵਨ ਹੀ ਘੋਖਿਆ ਜਾਣਾ ਨਾ। ਗੁਰੂ ਜੀ ਨੂੰ ਪੁੱਛ ਲੈਂਦੇ ਹਾਂ। ਰੋਜ਼ ਆਪਾਂ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਸਮਾਪਤੀ ਤੇ, ਕਰਮੀ ਆਪੋ ਕੇ ਨੇੜੇ, ਕਿਹੜੀ ਚੀਜ਼ ਦੇ ਦੱਸੀ ਜੀ? ਕਰਮੀ। ਸ਼ੁਰੂਆਤ ਦੀ ਚੰਗਿਆਈਆਂ ਬੁਰਿਆਈਆਂ ਵਾਚੈ, ਵਾਚੇ ਦਾ ਅਰਥ ਕੀ ਹੁੰਦਾ? ਕੋਖੜਾ। ਜਿਵੇਂ ਕੋਈ ਬੱਚਾ ਪੇਪਰ ਦਿੰਦਾ ਹੈ, ਉਹਨੂੰ ਫਿਰ ਜਿਹੜਾ ਚੈੱਕ ਕਰਨ ਵਾਲਾ ਚੈੱਕ ਕਰੇ, ਵਾਚਦਾ ਹੈ, ਚੈੱਕ ਕਰਦਾ ਹੈ। ਸਾਡੇ ਜੀਵਨ ਦੀ ਚੰਗਿਆਈ ਤੇ ਬੁਰਿਆਈ ਚੈੱਕ ਹੋਣੀ ਹੈ, ਕਰਮੀ ਦੇਖੀ ਜਾਣੀ, ਕਰਮ ਸਾਡੇ ਦੇਖਣਾ ਹੈ। ਹੋਰ ਪੁੱਛ ਲੈਂਦੇ ਹਾਂ। ਗੁਰੂ ਜੀ ਕਹਿੰਦੇ ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਕਰਨੀ, ਗੁਰੂ ਬਖਸ਼ਿਸ਼ ਕਰੇ ਨੁਕਤਾ ਪਕੜ ਚ ਆ ਜਾਏ। ਇਹ ਬਾਣੀ ਮੇਰਾ ਜੀਵਨ ਬਣ ਜਾਏ, ਜੋ ਮੈਂ ਪੜ੍ਹਿਆ ਤੇ ਸੁਣਿਆ ਮੇਰਾ ਕਿਰਦਾਰ ਬਣ ਜਾਏ, ਮੇਰਾ ਇਹ ਕਿਰਦਾਰ, ਮੇਰਾ ਇਹ ਜੀਵਨ ਪ੍ਰਵਾਨ ਹੋ ਜਾਏ। ਗੁਰੂ ਬਖਸ਼ਿਸ਼ ਕਰੇ ਆ ਨੁਕਤਾ ਸਾਡੀ ਪਕੜ ਵਿੱਚ ਆ ਜਾਵੇ। ਇਹ ਰੱਬੀ ਬਾਣੀ, ਇਹ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ, ਤੇ ਸਾਡੇ ਕੋਲ ਕੀ ਹੈ? ਆਪਣਾ ਜਿਹੜਾ ਅਸੀਂ ਪਰਮੇਸ਼ਰ ਨਾਲ ਸਾਂਝਾ ਕਰਨਾ ਹੈ, ਉਹ ਹੈ ਅਰਦਾਸ। ਉਹ ਕੀ ਹੈ ਜੀ? ਅਰਦਾਸ। ਇਸੇ ਲਈ ਸਿੱਖਇਜ਼ਮ ਦੀ ਖੂਬਸੂਰਤੀ ਹੈ, ਕੋਈ ਕਾਰਜ ਵੀ ਇਹ ਕਰਦਾ ਅਰਦਾਸ ਕਰਕੇ ਸ਼ੁਰੂ ਕਰਦਾ ਸਿੱਖ। ਮੈਂ ਆਪਣੇ ਬਜ਼ੁਰਗਾਂ ਨੂੰ ਦੇਖਿਆ, ਮੇਰੇ ਫਾਦਰ ਸਾਹਿਬ ਅਜੇ ਵੀ, ਮੈਂ ਜਦੋਂ ਇੰਡੀਆ ਜਾਂਦਾ ਨਾ ਤੇ ਮੈਂ ਦੇਖਦਾ ਉਹਨਾਂ ਨੂੰ, ਉਹ ਕਿਤੇ ਘਰੋਂ ਕਿਤੇ ਕੰਮ ਵੀ ਬਾਹਰ ਜਾਣਾ ਹੁੰਦਾ ਸੀ ਨਾ, ਤੇ ਕੀ ਕਰਦੇ ਸੀ? ਪੈਰਾਂ ਤੋਂ ਜੁੱਤੀ ਲਾ ਕੇ ਤੇ ਅਰਦਾਸ ਕਰਕੇ ਫਿਰ ਘਰੋਂ ਬਾਹਰ ਜਾਂਦੇ ਆ। ਇਹ ਖੂਬਸੂਰਤੀ ਹੈ ਸਾਡੇ ਫਲਸਫੇ ਦੀ। ਜੀਵਨ ਦਾ ਹਰ ਕਦਮ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਸ਼ੁਰੂ ਕਰਨਾ, ਕਿਉਂਕਿ ਸਿੱਖ ਦਾ ਵਿਸ਼ਵਾਸ ਹੈ ਜਿਹੜਾ ਕਾਰਜ ਗੁਰੂ ਅੱਗੇ ਅਰਦਾਸ ਕਰਕੇ ਸ਼ੁਰੂ ਕੀਤਾ ਗਿਆ ਹੈ, ਗੁਰੂ ਕਦਮ ਤੇ ਜੀਵਨ ਦੇ ਹਰ ਕਦਮ ਤੇ ਨਾਲ ਫਿਰ ਸਹਾਈ ਹੁੰਦਾ ਹੈ, ਨਿਭਦਾ ਹੈ। ਉਹ ਕਾਰਜ ਨੇਪਰੇ ਚੜ੍ਹਦਾ ਹੈ। ਇਸ ਲਈ ਬਾਣੀ ਦੇ ਵਿੱਚੋਂ ਵੀ ਫਲਸਫੇ ਸਾਨੂੰ ਵਾਰ-ਵਾਰ ਸਮਝਾਏ ਗਏ। ਬਿਰਥੀ ਕਦੇ ਨਾ ਹੋ ਵਈ ਜਨ ਕੀ, ਅਰਦਾਸ ਜਨ ਦੀ ਸਾਡੀ ਹੈ, ਅਸੀਂ ਅਰਦਾਸ ਕਰਨੀ ਹੈ। ਅਰਦਾਸ ਹੀ ਕੀਤੀ ਹੈ ਸਿੱਖ ਸੰਗਤਾਂ ਨੇ। ਇਹ ਮੇਰੇ ਸਤਿਗੁਰੂ, ਜਿਹੜਾ ਕਿਸਾਨੀ ਅੰਦੋਲਨ ਹੈ, ਇਹ ਫਤਿਹ ਸਾਡੇ ਜੀਵਨ ਦੀ ਝੋਲੀ 'ਚ ਪਾ ਦੇ। ਕਿੰਨੇ ਉੱਥੇ ਨੇ ਜਿਹੜੇ ਸੰਸਾਰ ਤੋਂ ਕੂਚ ਕਰ ਗਏ ਨੇ। ਇਹ ਰੋਜੀ ਰੋਟੀ ਨਾਲ, ਜੀਵਨ ਦੇ ਨਾਲ ਜੁੜੀ ਹੋਈ ਖੇਡ ਹੈ। ਇਹ ਮਲਕ ਭਾਗੋ ਵਰਗੇ ਕਿਤੇ ਤਜੋਰੀਆਂ 'ਚ ਬੰਦ ਨਾ ਕਰ ਦੇਣ ਸਾਰਾ ਕੁਝ। ਉਹ ਅਰਦਾਸ ਜਿਹੜੀ ਹੈ, ਮੈਂ ਇੱਕ ਫਿਰ ਬੇਨਤੀ ਕਰਾਂ, ਅਰਦਾਸ ਕਦੇ ਵਿਅਰਥੀ ਨਹੀਂ ਜੇ ਜਾਂਦੀ, ਕਦੇ ਵਿਅਰਥ ਨਹੀਂ ਜੇ ਜਾਂਦੀ। ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਿੱਖ ਦੀ ਅਰਦਾਸ ਕੀਤੀ ਹੋਵੇ ਤੇ ਉਹਦੀ ਅਰਦਾਸ ਜਿਹੜੀ ਹੈ ਉਹ ਵਿਅਰਥ ਹੋ ਗਈ। ਹਾਂ, ਹੋਵੇ ਅਰਦਾਸ। ਸਾਨੂੰ ਅਫਸੋਸ, ਅਸੀਂ ਅਰਦਾਸ, ਸਾਨੂੰ ਅਰਦਾਸ ਵੀ ਹੋਰ ਸਾਨੂੰ ਸੌਦੇਬਾਜ਼ੀ ਦੱਸੀ ਗਈ। ਕਿਸੇ ਨੇ 40 ਦਿਨ ਦਾ ਆਹ ਸੁੱਖਿਆ, ਕਿਸੇ ਨੇ ਆਹ ਸੁੱਖ, ਸੌਦੇਬਾਜ਼ੀ ਹੈ ਨਾ। ਤੂੰ ਆਹ ਕਰ ਤੇ ਮੈਂ ਆਹ ਕਰਾਂਗਾ, ਤੂੰ ਆਹ ਕਰ ਤੇ ਮੈਂ ਆਹ ਕਰਾਂਗਾ। ਵਪਾਰ। ਵਿਸ਼ਵਾਸ ਕਰਿਓ, ਮੈਂ ਫਤਿਹ ਬੁਲਾਵਾਂ, ਵਿਸ਼ਵਾਸ ਕਰਿਓ, ਜੇ ਗੁਰਬਾਣੀ ਨੂੰ ਅਸੀਂ ਮੰਨਦੇ ਹਾਂ ਤੇ ਜਿਹੜਾ ਜੀਵਨ ਗੁਰਬਾਣੀ ਨੂੰ ਮੰਨਦਾ ਹੈ, ਉਸ ਜੀਵਨ ਦੇ ਵਿੱਚੋਂ ਨਿਕਲੀ ਹੋਈ ਹੂਕ ਜਿਹੜੀ ਹੈ, ਅਰਦਾਸ ਜਿਹੜੀ ਹੈ, ਇਹ ਕਦੇ ਸਵਾਲ ਨਹੀਂ ਪੈਦਾ ਹੁੰਦਾ ਕਿ ਉਹ ਅਕਾਲ ਪੁਰਖ ਪਰਮਾਤਮਾ ਦੀ ਨਜ਼ਰ ਦੇ ਵਿੱਚ ਪ੍ਰਵਾਨ ਨਾ ਹੁੰਦੀ ਹੋਵੇ। ਗੁਰੂ ਬਖਸ਼ਿਸ਼ ਕਰੇ। ਇੱਥੇ ਸਮਾਪਤੀ ਕਰਾਂ, ਨਹੀਂ ਤੇ ਬਾਣੀ ਵਿੱਚ ਇੱਕ ਸ਼ਬਦ ਵੀ ਹੈ, ਮੈਂ ਪੰਕਤੀ ਧਿਆਨ 'ਚ ਲੈ ਕੇ ਆ ਰਿਹਾ ਸੀ, ਕਿਹੜੀ? ਜਾ ਕਾ ਕਹਿਆ ਦਰਗਾਹ ਚੱਲੇ। ਜਿਹਦਾ ਕਿਆ ਹੋਇਆ ਬੋਲ, ਨਾਨਕ ਦਾਸ ਮੁਖ ਤੇ ਜੋ ਬੋਲੇ। ਕਿੰਨੀ ਵਾਰ ਇਹ ਸ਼ਬਦ ਪੜ੍ਹਿਆ ਸੁਣਿਆ ਹੋਵੇਗਾ? ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਤੇ ਅਗਲੀ ਪੰਕਤੀ, ਨਾਨਕ ਦਾਸ ਮੁਖ ਤੇ ਜੋ ਬੋਲੇ। ਅੱਗੇ ਪੜੋ ਜੀ। ਇਹਾਂ ਉਹਾਂ। ਗੁਰਬਾਣੀ ਸੱਚ ਹੈ ਨਾ।
ਗੁਰੂ ਬਖਸ਼ਿਸ਼ ਕਰੇ ਕਿਤੇ ਨੁਕਤਾ ਪਕੜ 'ਚ ਆ ਜੇ ਸਾਡੇ। 2 ਤਰੀਕ ਨੂੰ ਬਾਕੀ ਦੀਆਂ ਵਿਚਾਰਾਂ ਆਪਾਂ ਜਿਹੜੀਆਂ ਉਹ ਰਾਤ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ ਬੁੱਧਵਾਰ ਵਾਲੇ ਦਿਨ, ਕਿਉਂਕਿ ਹਰ ਮਹੀਨੇ ਦੇ ਪਹਿਲੇ ਬੁੱਧਵਾਰ ਵਾਲੇ ਦਿਨ ਰਾਤ ਦੇ ਦੀਵਾਨ ਜਿਹੜੇ ਨੇ ਕਥਾ ਵਿਚਾਰ ਉਹਦੇ 'ਚ ਸਾਂਝੀ ਕਰੀਦੀ ਹੈ। ਇੱਥੇ ਸਮਾਪਤੀ ਕਰਦੇ ਹਾਂ ਜੀ। ਸਮਾਂ ਉੱਪਰ ਹੋ ਰਿਹਾ, ਭੁੱਲਾਂ ਚੁੱਕਾਂ ਦੀ ਮਾਫੀ ਦੇਣੀ, ਪਿਆਰ ਵਿੱਚ ਭਿੱਜ ਕੇ ਰਸਨਾ ਦੀ ਸਾਂਝ ਪਾਉਂਦਿਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ